साध संगत जी, वाहिगुरु जी का खालसा, वाहिगुरु जी की फतेह। गुरु ग्रंथ साहब जी की चल रही लड़ीवार विचारां विच अज अंक नंबर 1069 1069 नंबर अंक तो अगे पाठ करना है। मारू राग विच चौथी पातशाही दे उच्चारण कीते हुए सोलियां दे पाठ चल रहे हैं, जिस विच पहले सोलहे दे 12वें पदे दे पाठ चल रहे हैं। धन धन गुरु रामदास जी दे उच्चारण कीते हुए 12 पदे तक का पाठ पहला हो चुका है, अज अगो पाठ करना है। भगता मुख अमृत है बाणी, गुरमुख हर नाम आख वखाणी। हर हर करत सदा मन बिगसै, हर चरणी मन लाई है। भगता मुख अमृत है बाणी, गुरमुख हर नाम आख वखाणी। हर हर करत सदा मन बिगसै, हर चरणी मन लाई है। भगता बहुवचन रूप विच आया। भगता मुख खक्के नूं सिहारीए, भगतां दे मुख विच मूह विच अमृत है बाणी। अमृत है बाणी। ਅਸੀਂ ध्यान दईए बाणी तो की भाव है। बाणी तो भाव है जो ਅਸੀਂ बोल रहे हैं बाणी है, जो साडे बोल ਹਨ। पर गुरु साहब कह रहे हैं भगतां मुख अमृत है बाणी। ਜਿਹੜੇ बोल ਹਨ ਉਹ ਵੀ ਬਾਣੀ ਹੈ, ਜਿਹੜੇ ਕਬੋਲ ਹਨ ਉਹਨਾਂ ਵੀ ਅਸੀਂ ਉਹਨਾਂ ਨੂੰ ਵੀ ਬੋਲ ਹੀ ਕਹਿੰਦੇ ਆ, ਬਾਣੀ ਕਹਿੰਦੇ ਆ। ਬਾਣੀ ਅਕਸਰ ਅਸੀਂ ਕਹਿੰਦੇ ਆ ਤੂੰ ਆਪਣੇ ਬੋਲ ਬਚਨਾਂ ਨੂੰ ਸੰਭਾਲ, ਬਾਣੀ ਤੇਰੀ ਚੰਗੀ ਨਹੀਂ ਸੀ। ਕਈ ਵਾਰੀ ਕੋਈ ਕਬੋਲ ਬੋਲ ਦਵੇ ਅਸੀਂ ਉਹਨੂੰ ਵੀ ਕਹਿੰਦੇ ਆ ਤੇਰੀ ਬਾਣੀ ਚੰਗੀ ਨਹੀਂ ਸੀ, ਤੇਰੇ ਬੋਲ ਚੰਗੇ ਨਹੀਂ ਸਨ। ਪਰ ਗੁਰੂ ਸਾਹਿਬ ਇੱਥੇ ਜਿਹੜਾ ਜ਼ਿਕਰ ਕਰ ਰਹੇ ਹਨ ਨਾ, ਭਗਤਾਂ ਮੁਖ, ਭਗਤਾਂ ਦੇ ਮੂੰਹ ਵਿੱਚ ਕਿਹੜੇ ਬੋਲ ਹਨ, ਉਹਨਾਂ ਦੇ ਬੋਲ ਬਚਨ ਕਿਹੋ ਜਿਹੇ ਆਉਂਦੇ ਹਨ, ਉਹਨਾਂ ਦੇ ਬਾਣੀ ਕਿਹੋ ਜਿਹੀ ਆਉਂਦੀ ਹੈ। ਕਹਿੰਦੇ ਨੇ ਅੰਮ੍ਰਿਤ ਹੈ ਬਾਣੀ। ਅੰਮ੍ਰਿਤ ਤੋਂ ਕੀ ਭਾਵ ਹੈ? ਅ ਜਮਾ ਅੰਮ੍ਰਿਤ, ਅੰਮ੍ਰਿਤ ਆਤਮਕ ਜੀਵਨ ਦੇਣ ਵਾਲੇ ਬੋਲ ਹਨ। ਭਗਤਾਂ ਦੇ ਮੂੰਹ ਵਿੱਚ ਇਹ ਸਮਝ ਲਈਏ ਗੁਰੂ ਦੀ ਬਖਸ਼ੀ ਬਾਣੀ ਦੇ ਬੋਲ ਹਨ, ਗੁਰੂ ਦੇ ਦਿੱਤੇ ਸਦੀਵ ਜੀਵਨ ਦੇਣ ਵਾਲੇ ਬੋਲ ਹਨ। ਕੁਝ ਬੋਲ ਐਸੇ ਬੋਲ ਹੁੰਦੇ ਹਨ, ਕੁਝ ਬੋਲ ਇੰਜ ਕਹਾਂਗਾ ਕੁਬੋਲ ਹੁੰਦੇ ਹਨ, ਜਿਹੜੇ ਮਨੁੱਖ ਦੇ ਆਪਣੇ ਮਨ ਨੂੰ ਵੀ ਆਤਮਕ ਮੋਤੇ ਮਾਰਦੇ ਹਨ, ਤੇ ਜਿਹੜਾ ਸੁਣਨ ਵਾਲਾ ਹੈ ਉਹਨਾਂ ਨੂੰ ਵੀ ਕੁਰਾਹੇ ਪਾਉਂਦੇ ਹਨ। ਬੋਲ ਹੈਗੇ ਬੋਲ ਹੀ ਹਨ। ਕੁਝ ਬੋਲ ਹਨ ਜਿਹੜੇ ਡੁਬੋਣ ਵਾਲੇ ਬੋਲ ਹਨ, ਕੁਝ ਬੋਲ ਹਨ ਜਿਹੜੇ ਤਾਰਨ ਵਾਲੇ ਬੋਲ ਹਨ। ਗੁਰੂ ਸਾਹਿਬ ਇੱਥੇ ਭਗਤਾਂ ਦਾ ਜ਼ਿਕਰ ਕਰ ਰਹੇ ਨੇ। ਉਹ ਭਗਤ ਕਿਉਂ ਹਨ? ਉਹ ਭਗਤ ਇਸ ਲਈ ਹਨ ਕਿਉਂਕਿ ਉਹਨਾਂ ਦੇ ਮੁਖ ਵਿੱਚ ਅੰਮ੍ਰਿਤ ਬਾਣੀ ਹੈ। ਭਗਤਾਂ ਮੁਖ ਅੰਮ੍ਰਿਤ ਹੈ ਬਾਣੀ। ਗੁਰੂ ਦੇ ਬੋਲ ਉਹਨਾਂ ਦੇ ਮੁਖ ਵਿੱਚ ਹਨ, ਕੇਵਲ ਜ਼ਬਾਨ ਵਿੱਚ ਨਹੀਂ ਹੈ। ਅੱਗੇ ਅੱਗੇ ਜ਼ਿਕਰ ਕਰ ਰਹੇ ਨੇ ਗੁਰੂ ਸਾਹਿਬ, ਐਸੀ ਗੱਲ ਨੂੰ ਅੱਗੇ ਤੋੜ ਰਹੇ ਨੇ। ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਗੁਰਮੁਖ ਹਰ ਨਾਮ ਆਖ ਵਖਾਣੀ। ਤੇ ਭਗਤਾਂ ਦਾ ਜੀਵਨ ਕੈਸਾ ਬਣਦਾ ਹੈ? ਕਹਿੰਦੇ ਨੇ ਗੁਰਮੁਖ, ਗੁਰੂ ਦੀ ਸ਼ਰਨ ਬੈਠ ਕੇ, ਗੁਰਮੁਖ ਗੁਰੂ ਦੇ ਵੱਲ ਮੁਖ ਕਰਕੇ, ਗੁਰੂ ਦੇ ਅੱਗੇ ਝੋਲੀ ਅੜ ਕੇ, ਗੁਰੂ ਦੇ ਕੋਲੋਂ ਗੁਰੂ ਦੀ ਸਿੱਖਿਆਵਾਂ ਲੈ ਕੇ, ਹਰ ਨਾਮ ਕਹਿੰਦੇ ਨੇ ਹਰੀ ਦਾ ਨਾਮ ਲੈਂਦੇ ਹਨ। ਆਖ ਵਖਾਣੀ, ਆਖ ਕੇ ਬਿਆਨ ਕਰਦੇ ਹਨ, ਬੋਲਦੇ ਹਨ। ਦੇਖੋ ਜ਼ਿਕਰ ਮੁਖ ਦਾ ਹੋ ਰਿਹਾ, ਮੁਖ ਦੇ ਵਿੱਚ ਜ਼ਬਾਨ ਤੇ ਮੂੰਹ ਦੇ ਵਿੱਚ ਅੰਮ੍ਰਿਤ ਆਤਮਕ ਜੀਵਨ ਦੇਣ ਵਾਲੇ ਬੋਲ ਹੁੰਦੇ ਹਨ। ਹੁਣ ਉਹਨਾਂ ਦਾ ਜੀਵਨ ਕੈਸਾ ਬਣਦਾ ਹੈ ਭਗਤਾਂ ਦਾ? ਗੁਰਮੁਖ ਹਰ ਨਾਮ ਆਖ ਵਖਾਣੀ। ਗੁਰੂ ਦੇ ਕੋਲੋਂ ਸੱਚ ਦੇ ਬੋਲ ਲੈ ਕੇ, ਪਰਮਾਤਮਾ ਦੇ ਬੋਲ ਲੈ ਕੇ, ਸੁਣ ਕੇ, ਆਖ ਕੇ ਵਖਾਣੀ ਹੋਰਾਂ ਨੂੰ ਸੁਣਾਉਂਦੇ ਹਨ।
जेकर शब्दार्थ तक रवांगे ना ते अर्थ बिल्कुल हू बहु उही बनते हैं कि बोल के होरां नूं सुणाउंदे हन। पर ध्यान दईए ना, ਅਸੀਂ थोड़ी जी डुंगियाई विच चुब्भी मारीए, ਉਹ ਉਹਨਾਂ ਦਾ ਜੀਵਨ ਹੀ ਹਰੀ ਦੇ ਬੋਲ ਬਣ ਜਾਂਦਾ। ਕੇਵਲ ਉਹ ਜ਼ਬਾਨੀ ਨਹੀਂ ਆਂਖ ਕੇ ਸੁਣਾ ਰਹੇ, ਕਰਮਾਂ ਦੇ ਰਾਹੀਂ ਵੀ ਹਰੀ ਦਾ ਨਾਮ ਜਪ ਰਹੇ ਹਨ, ਕਰਮਾਂ ਦੇ ਰਾਹੀਂ ਵੀ ਉਹਨਾਂ ਦੇ ਕਰਮ ਵੀ ਹਰੀ ਦਾ ਨਾਮ ਬੋਲ ਰਹੇ ਹਨ, ਉਹਨਾਂ ਦੇ ਕਰਮ ਵੀ ਹੋਰਨਾਂ ਨੂੰ ਸਿੱਖਿਆ ਦੇ ਰਹੇ ਹਨ ਕਿ ਹਰੀ ਦਾ ਨਾਮ ਜਪੀ ਦਾ ਕਿਸ ਤਰ੍ਹਾਂ ਹੈ। ਸੱਚ ਦੀ ਰਾਹ ਤੇ ਟੁਰ ਕੇ ਆਖ ਵਿਖਾਣੀ, ਇੱਕ ਰਾਹ, ਇੱਕ ਪੈਂਡਾ ਜੋ ਗੁਰੂ ਸਾਹਿਬ ਨੇ ਦੱਸਿਆ ਹੈ, ਉਸ ਰਾਹ ਤੇ ਉਸ ਪੈਂਡੇ ਤੇ ਟੁਰ ਕੇ ਹੋਰਨਾਂ ਨੂੰ ਸਮਝਾਣਾ ਕਰ ਰਹੇ ਹਨ। ਭਾਵੇਂ ਉਸ ਰਾਹ ਤੇ ਟੁਰ ਰਹੇ ਹਨ ਤੇ ਹੋਰਨਾਂ ਨੂੰ ਆਪ ਹੀ ਦਿਸ ਰਿਹਾ ਹੈ ਕਿ ਸੱਚ ਦੀ ਰਾਹ ਕਿਹੜੀ ਰਾਹ ਹੈ। ਗੁਰਮੁਖ ਹਰ ਨਾਮ ਆਂਖ ਵਿਖਾਣੀ, ਹਰੀ ਦਾ ਨਾਮ ਦੇਖੋ, ਹਰੀ ਦਾ ਨਾਮ ਖਾਲੀ ਮੁਖ ਵਿੱਚ ਨਹੀਂ ਰੱਖਣਾ, ਹਰੀ ਦਾ ਨਾਮ ਮਨ ਵਿੱਚ ਵੀ ਵਸ ਜਾਏ, ਹਰੀ ਦਾ ਨਾਮ ਬਚਨਾਂ ਵਿੱਚ ਵੀ ਆ ਜਾਏ। ਜਦੋਂ ਹਰੀ ਦਾ ਨਾਮ ਮਨ ਦੇ ਵਿੱਚ ਵੀ ਆ ਜਾਏ, ਬਚਨਾਂ ਵਿੱਚ ਵੀ ਆ ਜਾਏ, ਕਰਮਾਂ ਦੇ ਰਾਹੀਂ ਉਹ ਆਪੇ ਪ੍ਰਗਟ ਹੋਣ ਲੱਗ ਪੈਂਦਾ ਹੈ। ਉਹ ਹਰੀ ਦਾ ਨਾਮ ਜ਼ਿੰਦਗੀ ਦਾ ਸਹਿਜ ਬਣ ਜਾਂਦਾ ਹੈ। ਸਹਿਜੇ ਹੀ ਫਿਰ ਉਹ ਹਰੀ ਦਾ ਨਾਮ ਉਚਾਰਨ ਲੱਗ ਪੈਂਦੇ ਹਨ। ਗੁਰਮੁਖ ਹਰ ਨਾਮ ਆਂਖ ਵਿਖਾਣੀ, ਹਰ ਹਰ ਕਰਤ ਸਦਾ ਮਨ ਵਿਕਸੇ। ਕਹਿੰਦੇ ਫਿਰ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਬਤੀਤ ਹੁੰਦਾ, ਮਨ ਬਚ ਕਰਮਾਂ ਦੇ ਰਾਹੀਂ ਹਰ ਹਰ ਕਰਤ ਸਦਾ ਮਨ ਬਿਗਸੈ। ਸਦੀ ਵੀ ਉਹਨਾਂ ਦਾ ਮਨ ਖਿੜਾਅ ਵਿੱਚ ਰਹਿੰਦਾ। ਬਿਗਸੇ ਤੋਂ ਕੀ ਭਾਵ? ਖਿੜਾਅ ਵਿੱਚ, ਚੜ੍ਹਦੀ ਕਲਾ ਵਿੱਚ, ਆਨੰਦਿਤ। ਹਰ ਹਰ ਕਰਤ ਸਦਾ ਮਨ ਬਿਗਸੇ, ਮਨ ਚੜ੍ਹਦੀ ਕਲਾ ਵਿੱਚ ਆ ਗਿਆ, ਖਿੜਾਅ ਵਿੱਚ ਆ ਗਿਆ। ਹਰ ਚਰਣੀ ਮਨ ਲਾਈ ਹੈ, ਕਹਿੰਦੇ ਹਰੀ ਦੇ ਚਰਨਾਂ ਵਿੱਚ ਮਨ ਜੋੜੀ ਰੱਖਦੇ। ਹਰੀ ਦੇ ਚਰਨਾਂ ਵਿੱਚ ਪਾਓ, ਗੁਰੂ ਦੇ ਸ਼ਬਦ ਵਿੱਚ ਮਨ ਉਹਨਾਂ ਦਾ ਟਿਕ ਜਾਂਦਾ ਹੈ। ਕੇਵਲ ਜ਼ਬਾਨ ਸੱਚ ਨਹੀਂ ਬੋਲ ਰਹੀ ਕਿ ਸੱਚ ਬੋਲਣਾ ਚਾਹੀਦਾ ਹੈ, ਸੱਚ ਬੋਲਣਾ ਚਾਹੀਦਾ ਹੈ। ਇੱਕ ਵਾਰ ਉਦਾਹਰਨ ਸਾਂਝ ਬਣੀ ਸੀ, ਇੱਕ ਬੱਚੇ ਨੂੰ ਝੂਠ ਬੋਲਣ ਦੀ ਬੜੀ ਆਦਤ ਸੀ। ਉਸਦਾ ਪਿਤਾ ਕਹਿੰਦਾ 100 ਵਾਰੀ ਲਿਖ ਕਿ ਸੱਚ ਬੋਲਣਾ, ਝੂਠ ਬੋਲਣਾ ਪਾਪ ਹੈ, ਸੱਚ ਬੋਲਣਾ ਚਾਹੀਦਾ ਹੈ, ਮੈਂ ਅੱਗੋਂ ਸੱਚ ਬੋਲਾਂਗਾ। ਬੱਚਾ ਲਿਖਣਾ ਸ਼ੁਰੂ ਹੋਇਆ, ਬੋਲਣਾ ਸ਼ੁਰੂ ਹੋਇਆ। ਸ਼ਾਇਦ ਥੋੜਾ ਜਿਹਾ ਲਿਖਿਆ, ਥੋੜਾ ਜਿਹਾ ਬੋਲਿਆ, ਉਹਦੇ ਬਾਅਦ ਖੇਡਾਂ ਵਿੱਚ ਮਸਤ ਹੋ ਗਿਆ। ਪਿਤਾ ਨੇ ਬੋਲਿਆ, ਕਹਿੰਦਾ ਹਾਂਜੀ ਮੈਂ ਬੋਲਿਆ ਵੀ ਹੈ, ਮੈਂ ਲਿਖਿਆ ਵੀ ਹੈ। ਕਿੰਨੀ ਵਾਰ ਲਿਖਿਆ? ਤੁਸੀਂ 100 ਵਾਰ ਕਿਹਾ ਸੀ, ਮੈਂ 500 ਵਾਰੀ ਬੋਲ ਦਿੱਤਾ। ਪਿਤਾ ਨੇ ਕਾਪੀ ਚੈੱਕ ਕੀਤੀ, 20 ਵਾਰ ਵੀ ਨਹੀਂ ਬੋਲਿਆ। ਪਾਓ ਫਿਰ ਝੂਠ ਦਾ ਸਹਾਰਾ, ਬੋਲ ਤੇ ਰਿਹਾ, ਲਿਖ ਤੇ ਰਿਹਾ, ਸਮਝ ਨਹੀਂ ਰਿਹਾ। ਆਈਓ ਭੁਲੇਖੇ ਵਿੱਚ ਕਿਧਰੇ ਅਸੀਂ ਵੀ ਨਾ ਪੈ ਜਾਈਏ। ਗੁਰਬਾਣੀ ਬੋਲ ਤੇ ਰਹੀ ਹੋਈ ਹੈ, ਸੁਣ ਤੇ ਰਹੇ ਹੋਈਏ, ਕਿਧਰੇ ਇਹ ਨਾ ਹੋਏ ਕਿ ਜੀਵਨ ਕੁਛ ਹੋਰ ਕਰ ਰਿਹਾ ਹੋਏ, ਕਰਮ ਕੁਛ ਹੋਰ ਅਸੀਂ ਕਰ ਰਹੇ ਹੋਈਏ। ਗੁਰਬਾਣੀ ਜ਼ਿੰਦਗੀ ਜੀਵਨ ਦੀ ਰਾਹ ਨਾ ਬਣੇ। ਗੁਰਬਾਣੀ ਸਾਡੇ ਕਰਮਾਂ ਤੋਂ ਕਿਧਰੇ ਐਸਾ ਨਾ ਹੋਏ ਕਿ ਗੁਰਬਾਣੀ ਪ੍ਰਗਟ ਨਾ ਹੋ ਰਹੀ ਹੋਏ। ਸਾਡੇ ਬਚਨਾਂ ਵਿੱਚ ਵੀ ਗੁਰਬਾਣੀ ਹੋਏ, ਸਾਡੇ ਮਨ ਵਿੱਚ ਵੀ ਗੁਰਬਾਣੀ ਹੋਏ, ਗੁਰਬਾਣੀ ਸਾਡੇ ਕਰਮਾਂ ਦੇ ਰਾਹੀਂ ਵੀ ਪ੍ਰਗਟ ਹੋਏ ਤੇ ਹਰ ਹਰ ਕਰਤ ਸਦਾ ਮਨ ਬਿਗਸੇ। ਕਹਿੰਦੇ ਫਿਰ ਐਸੇ ਭਗਤ ਜਦੋਂ ਹਰੀ ਹਰੀ ਕਰਦੇ ਹਨ, ਮਨ ਬਚ ਕਰਮਾਂ ਦੇ ਰਾਹੀਂ, ਉਹਨਾਂ ਦਾ ਮਨ ਖਿੜਾਅ ਵਿੱਚ ਆ ਜਾਂਦਾ ਹੈ। ਹਰ ਚਰਣੀ ਮਨ ਲਾਈਏ, ਕਹਿੰਦੇ ਫਿਰ ਹਰੀ ਦੇ ਚਰਨਾਂ ਵਿੱਚ ਉਹਨਾਂ ਦਾ ਮਨ ਜੁੜ ਜਾਂਦਾ ਹੈ, ਇੱਕ ਮਿਕ ਹੋ ਜਾਂਦਾ ਹੈ। ਹਰੀ ਦੇ ਬੋਲਾਂ ਵਿੱਚ ਤੇ ਉਹਨਾਂ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਉਹ ਫਿਰ ਹਰੀ ਹਰੀ ਕਰਦੇ, ਉਹਨਾਂ ਦੀ ਜ਼ਿੰਦਗੀ ਬਤੀਤ ਹੁੰਦੀ ਰਹਿੰਦੀ ਹੈ। ਜੀ ਬਾਲਵੀਰ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਗੁਰਮੁਖ ਹਰ ਨਾਮ ਆਖ ਵਖਾਣੀ। ਭਗਤਾਂ, ਸਤਿਗੁਰੂ ਜੀ ਸਮਝਾਉਣਾ ਕਰ ਦਿਆਂਗੇ। ਇਹ ਭਾਈ ਭਗਤਾਂ ਬਹੁ ਬਚਨ ਮੁਖ, ਭਗਤਾਂ ਦੇ ਮੂੰਹ ਵਿੱਚ ਅੰਮ੍ਰਿਤ, ਆਤਮਿਕ ਜੀਵਨ ਦੇਣ ਵਾਲੀ ਬਾਣੀ ਟਿਕੀ ਰਹਿੰਦੀ। ਭਾਵ ਭਗਤ ਜਿਹੜੇ ਹਨ ਉਹ ਸਦਾ ਭਗਤੀ ਵਿੱਚ ਰਤੇ ਰਹਿੰਦੇ ਹਨ, ਗੁਣਾਂ ਨੂੰ ਕਮਾਉਣਾ ਕਰਦੇ ਹਨ, ਮਨ ਬਚ ਕਰਮਾਂ ਕਰਕੇ ਆਪਣਾ ਜੀਵਨ ਜਿਉਂਦੇ ਹਨ। ਉਹਨਾਂ ਨੂੰ ਭਗਤ ਕਹਿੰਦੇ ਹਨ, ਜੋ ਸਦਾ ਹੀ ਹਰੀ ਪ੍ਰਮਾਤਮਾ ਦੇ ਗੁਣਾਂ ਨਾਲ ਸਾਂਝ ਬਣਾਈ ਰੱਖਦਾ, ਗੁਰੂ ਦੀ ਸ਼ਰਨ ਪਿਆ ਰਹਿੰਦਾ, ਗੁਰੂ ਦੇ ਗੁਣਾਂ ਨਾਲ ਆਪਣਾ ਜੀਵਨ ਬਤੀਤ ਕਰਦਾ।
ਉਹ ਭਗਤ। ਉਹਨਾਂ ਦੇ ਅੰਦਰ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਨਾਮ ਹੈ ਉਹ ਸਦਾ ਟਿਕਿਆ ਰਹਿੰਦਾ। ਗੁਰਮੁਖ ਹਰ ਨਾਮ ਆਖ ਵਖਾਣੀ। ਗੁਰਮੁਖ ਗੁਰੂ ਦੀ ਸ਼ਰਨ ਪਿਆ ਹੋਇਆ ਜੀਵ ਜਿਹੜਾ ਹਰੀ ਪ੍ਰਮਾਤਮਾ ਦਾ ਨਾਮ ਆਪ ਸਿਮਰਦਾ ਹੈ। ਆਪ ਜਪੋ ਅਵਰੈ ਨਾਮ ਜਪਾਵੋ, ਤੇ ਵਖਾਣੀ ਦੂਸਰਿਆਂ ਨੂੰ ਵੀ ਉਚਾਰ ਕੇ ਵਿਖਿਆਨ ਕਰਦਾ ਹੈ, ਭਾਵ ਸਮਝਾਉਂਦਾ ਹੈ। ਸਾਂਝ ਕਰੀਜੈ ਗੁਣਾ ਕੇ ਦੀ, ਉਹ ਗੁਣਾ ਦੀ ਸਾਂਝ ਕਰਦਾ ਹੈ ਦੂਸਰਿਆਂ ਨੂੰ। ਗੁਰਮੁਖ ਜਿਹੜਾ ਹੈ ਉਹ ਕੇਵਲ ਹਰ ਪ੍ਰਮਾਤਮਾ ਦਾ ਨਾਮ ਦੀ ਸਾਂਝ ਕਰਦਾ, ਗੁਣਾ ਦੀ ਸਾਂਝ ਕਰਦਾ, ਕਿਸੇ ਅਵਗੁਣਾ ਦੀ ਨਹੀਂ। ਭਾਵ ਕਿਸੇ ਐਸੇ ਗ੍ਰੰਥਾਂ ਦੀ ਜਿਹੜੇ ਗੁਰੂ ਤੋਂ ਟੁੱਟੇ ਹੋਏ ਹੋਣ, ਜਿਵੇਂ ਆਪ ਜੀ ਨੇ ਸੰਘਰਸ਼ ਕੀਤਾ ਹੈ ਸਤਿਗੁਰ ਦੀ ਸੱਚੀ ਬਾਣੀ ਨੂੰ ਗੁਰੂ ਦਰ ਤੋਂ ਚੱਲਦਾ ਪ੍ਰਵਾਹ ਚੱਲਦਾ ਰੱਖਣ ਲਈ, ਭਾਵ ਕਿ ਉਹਦੇ ਵਿੱਚ ਕੋਈ ਵੀ ਹੋਰ ਗੰਧ ਜਿਹੜਾ ਹੈ ਦਸਮ ਗ੍ਰੰਥ ਦਾ ਉਹ ਨਾ ਵੜੇ। ਉਹ ਇਸ ਤਰ੍ਹਾਂ ਹੀ ਭਗਤ ਜਿਹੜਾ ਹੈਗਾ ਉਹ ਹਰ ਪ੍ਰਮਾਤਮਾ ਦੇ ਨਾਮ ਦੀ ਆਪ ਉਚਾਰਦਾ ਹੈ ਤੇ ਹੋਰਾਂ ਨਾਲ ਉਹਨਾਂ ਦੀ ਸਾਂਝ ਬਣਾਉਂਦਾ, ਸੰਗਤ ਕਰਦਾ। ਹਰ ਹਰ ਕਰਤ ਸਦਾ ਮਨ ਬਿਕਸੈ। ਹੁਣ ਕਰਤ ਕੀ ਹੈ? ਕਰਮ ਇੰਦਰੀਆਂ ਦੀ ਕਿਰਿਆ। ਉਹ ਹਰ ਹਰ ਕਰਦਾ, ਕਦ ਨਾ ਹੱਥਾਂ ਨਾ ਮੂੰਹ ਨਾ, ਉਹ ਸਦਾ ਹੀ ਆਪਣੇ ਕਰਮ ਇੰਦਰੀਆਂ ਦੇ ਨਾਲ ਹਰੀ ਪ੍ਰਮਾਤਮਾ ਕਰਦਾ। ਹੁਣ ਇੱਥੇ ਸਭ ਤੋਂ ਪਹਿਲੀ ਗੱਲ ਹੈ ਵੀ ਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਕਰਮ ਇੰਦਰੀਆਂ ਦੇ ਰਾਹੀਂ, ਇੱਥੇ ਮਨ ਦੀ ਕੋਈ ਗੱਲ ਨਹੀਂ ਹੈਗੀ। ਕਰਮ ਇੰਦਰੀਆਂ ਦੇ ਕਰਮ ਕੀਤਿਆਂ ਹੀ ਮਨ ਵਿਕਸੈ। ਮਨ ਜਿਹੜਾ ਵਿਕਸਦਾ ਖੇੜੇ ਵਿੱਚ ਆਉਂਦਾ, ਵਿਕਾਸ ਵਿੱਚ ਆਉਂਦਾ ਹੈ। ਜੇ ਕਰਮ ਇੰਦਰੀ ਕਰਮ ਹੀ ਨਾ ਕਰਨ ਤੇ ਮਨ ਕਿੱਥੋਂ ਆ ਸਕਦਾ ਹੈ? ਕਿਵੇਂ ਉਹਦੇ ਅੰਦਰ ਵਿਕਾਸ ਆਵੇ? ਇੱਥੇ ਸਤਿਗੁਰਾਂ ਦੀ ਮੋਹਰ ਹੈ ਭਾਈ। ਹਰ ਹਰ ਕਰਤ, ਸਾਨੂੰ ਪਹਿਲਾਂ ਆਪਣੇ ਤਨ ਦੇ ਨਾਲ ਹਰੀ ਪ੍ਰਮਾਤਮਾ ਦਾ ਜਿਹੜਾ ਹਰ ਹਰ ਕਰਤ ਹੈ ਨਾਮ ਜਪਣਾ ਹੈ, ਉਹ ਸਾਡੇ ਕਰਮ ਇੰਦਰੀਆਂ ਨੇ ਜਪਣਾ ਹੈ। ਜਦੋਂ ਸਾਡੇ ਕਰਮ ਇੰਦਰੀ ਜਿਹੜੇ ਹੈਗੇ ਸ਼ਬਦ ਵਿੱਚ ਸੁਰਤ ਜੋੜਨਗੇ, ਮਨ ਵਿਕਸੇ, ਤੇ ਉਹਨਾਂ ਦਾ ਜਿਹੜਾ ਮਨ ਹੈ ਉਹ ਖੜਾਓ ਵਿੱਚ ਆਊਗਾ, ਵਿਕਸ ਜਾਵੇਗਾ। ਭਾਵ ਉਹਦੇ ਮਨ ਦੇ ਤਲ ਤੱਕ ਪ੍ਰਮਾਤਮਾ ਦਾ ਜਿਹੜਾ ਸੁਨੇਹਾ ਹੈ ਇਹ ਤਨ ਦੇ ਰਾਹੀਂ ਪਹੁੰਚ ਜਾਂਦਾ ਹੈ। ਹਰ ਚਰਣੀ ਮਨ ਲਾਈ ਹੈ। ਉਹ ਫਿਰ ਜਿਸ ਜੀਵ ਦਾ ਮਨ ਖਿੜ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਸਿਮਰਦਾ ਸਿਮਰਦਾ ਸਿਮਰਦਾ, ਉਹ ਆਪਣੇ ਮਨ ਨੂੰ ਇਸ ਮਨ ਕੁੱਟ ਕਸਵੱਟੀ ਲਾਏ, ਉਸ ਗੁਣਾ ਦੀ ਸਾਂਝ ਤੇ ਉਹ ਲੈ ਪੜਦਾ ਹੈ। ਭਾਵ ਕੁੱਟ ਕੁੱਟ ਕੇ ਇਸ ਮਨ ਨੂੰ ਸਮਝਾ ਕੇ ਉਸ ਦੇ ਅੰਦਰ ਵਿਕਾਸ ਖੇੜਾ ਬਣਾ ਲੈਂਦਾ ਹੈ। ਉਹ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਆਪਣੇ ਮਨ ਨੂੰ ਖੜਾਓ ਵਿੱਚ ਲੈ ਆਉਂਦਾ ਹੈ। ਹਰ ਚਰਣੀ ਮਨ ਲਾਈ ਹੈ। ਫਿਰ ਜਿਹਦਾ ਮਨ ਵਿਕਸ ਜਾਂਦਾ, ਖਿੜ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਆਤਮਿਕ ਜੀਵਨ ਦੇਣ ਵਾਲੀ ਬਾਣੀ ਦਾ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਹ ਜਿਹੜੇ ਫਿਰ ਹਰ ਚਰਣੀ ਮਨ ਲਾਈਏ, ਉਹ ਸਦਾ ਹੀ ਆਪਣੇ ਮਨ ਨੂੰ ਹਰੀ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜੀ ਰੱਖਦੇ ਹਨ। ਭਾਵ ਕਿ ਉਹ ਆਪਣੇ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਗੁਰੂ ਦੇ ਹੁਕਮ ਅਨੁਸਾਰੀ ਜੀਵਨ ਬਤੀਤ ਕਰਦੇ ਹਨ ਜੀ। ਧੰਨਵਾਦ ਵੀਰ ਜੀ। ਹਰ ਹਰ ਕਰਤ ਆਪਣੇ ਕਰਮ ਇੰਦਰੀਆਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਜ਼ਬਾਨ ਦੇ ਰਾਹੀਂ, ਅੱਖਾਂ ਦੇ ਰਾਹੀਂ ਉਹ ਫਿਰ ਹਰੀ ਦਾ ਨਾਮ ਜਪਣ ਲੱਗ ਪੈਂਦਾ। ਮਨ ਨੂੰ ਵੀ ਕੁੱਟ ਕੁੱਟ ਕੇ, ਆਪਨੇ ਬੜੀ ਖੂਬਸੂਰਤ ਗੱਲ ਕੀਤੀ ਕਿ ਮਨ ਨੂੰ ਵੀ ਕੁੱਟ ਕੁੱਟ ਕੇ ਸਹੀ ਰਾਹ ਤੇ ਲਾ ਲੈਂਦਾ ਹੈ। ਧੰਨਵਾਦ ਆਪ ਜੀ ਦਾ ਜੀ। ਅਰਵਿੰਦਰ ਵੀਰ ਜੀ, ਅਸੀਂ ਨਾ ਅਸੀਂ ਦੁਨਿਆਵੀ ਬੋਲੀ ਵਿੱਚ ਨਾ ਗੁਰੂ ਸਾਹਿਬ ਨਾਲ ਸਾਨੂੰ ਕੁਝ ਐਗਜ਼ਾਮਪਲਸ ਵੀ ਦਿੰਦੇ ਪਏ ਨੇ ਵੀ ਆਮ ਦੁਨਿਆਵੀ ਬੋਲੀ ਕੀ ਹੈ। ਕਹਿੰਦਾ ਹਮ ਕੀਆ, ਹਮ ਕरेंगे। ਗੁਰੂ ਕਹਿੰਦੇ ਨੇ ਹਮ ਮੂਰਖ ਗਾਵਾਰ। ਜਾਂ ਇੱਕ ਹੋਰ ਗੁਰੂ ਸਾਹਿਬ ਉਦਾਹਰਨ ਦਿੰਦੇ ਨੇ, ਕਹਿੰਦਾ ਹਉ ਬੰਧੋ, ਮੈਂ ਕਿਸੇ ਨੂੰ ਬੰਨ ਲਵਾਂਗਾ। ਹਉ ਬੰਧੋ ਹਉ ਸਾਧੋ ਬੈਰ, ਮੈਂ ਉਹਦੇ ਨਾਲ ਵੈਰ ਕਮਾ ਕੇ ਰਵਾਂਗਾ। ਹਉ ਬੰਧੋ ਹਉ ਸਾਧੋ ਬੈਰ, ਹਮਰੀ ਭੂਮ ਕੌਣ ਕਾਲੇ ਪੈਰ। ਮੇਰੀ ਧਰਤੀ ਤੇ ਕੋਈ ਜ਼ਮੀਨ ਪੈਰ ਤੇ ਰੱਖ ਕੇ ਦਿਖਾਵੇ। ਹਮਰੀ ਭੂਮ ਕੌਣ ਕਾਲੇ ਪੈਰ, ਹਉ ਪੰਡਤ ਹਉ ਚਤੁਰ ਸਿਆਣਾ, ਕਰਨੇ ਹਾਰ ਨਾ ਬੁਝੈ ਬਿਗਾਨਾ। ਇਹ ਸਾਡੀ ਇੱਕ ਆਮ ਬੋਲੀ ਕਹਿ ਲਓ ਜਿਹੜੀ ਹੋਈ ਹੈ, ਜਿਹੜੀ ਹੈ ਵੀ ਗੁਰੂ ਉਸ ਦੇ ਉਲਟ ਜਿਹੜਾ ਇਹਨਾਂ ਕਹਿੰਦਾ ਵੀ ਅਸੀਂ ਭਗਤ ਕਹਿੰਦੇ ਕਿਹਨੂੰ ਪਏ ਹਾਂ। ਗੁਣ ਭਰਪੂਰ ਜੀਵਨ ਨੂੰ ਭਗਤੀ ਕਿਹਾ ਜਾਂਦਾ ਹੈ। ਵਿਣ ਗੁਣ ਕੀਤੇ ਭਗਤ ਨਾ ਹੋਏ। ਉਹਦੇ ਜ਼ਬਾਨ ਕੈਸੀ ਹੋਏਗੀ, ਉਹਦੇ ਬੋਲ ਕੈਸੇ ਹੋਣਗੇ। ਇੱਕ ਪਾਸੇ ਤੇ ਇਹ ਬੋਲ ਨੇ, ਦੂਜੇ ਪਾਸੇ ਜਿਹੜੇ ਬੋਲ ਨੇ ਕਹਿੰਦੇ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ।
ਹੋਰ ਸ਼ਬਦ ਨੇ ਕਹਿੰਦੇ ਨੇ ਸ਼ਬਦੋਂ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ। ਪਛਾਣ ਕਿਵੇਂ ਕਰੋਗੇ ਭਗਤ ਦੀ? ਕਹਿੰਦੇ ਉਹ ਜੋ ਦੀ ਬੋਲੀ ਹੈ ਨਾ, ਉਹ ਥਾਂ ਥਾਂ ਤੇ ਉਹ ਪ੍ਰਮਾਣਿਕਤਾ ਰੱਬ ਨੂੰ ਦਿੰਦਾ ਪਿਆ ਜਾਂ ਭਰੋਸਾ ਆਪਣੇ ਆਪ ਤੇ ਲੈ ਕੇ ਆਂਦਾ ਪਿਆ। ਮੈਂ ਕਰ ਦਾਂਗਾ, ਮੈਨੂੰ ਪਤਾ ਹੈ, ਮੈਂ ਦਿਨ ਭਰ ਕੰਮ ਕਰਨਾ, ਮੰਮੀ ਤੁਹਾਡੇ ਵਾਸਤੇ ਕਿਤਨਾ ਕੰਮ ਕਰਦੀ ਹੈ, ਤੁਹਾਡੇ ਪਾਪਾ ਦਿਨ ਰਾਤ ਮਿਹਨਤ ਕਰਦੇ ਨੇ, ਤਾਂ ਜਾ ਕੇ ਤੁਹਾਨੂੰ ਕੋਈ ਕਦਰ ਹੀ ਨਹੀਂ ਮੇਰੀ। ਇਹ ਡਿਫਰੈਂਸ ਹੈ ਬੋਲਣ ਦਾ। ਮੇਰੇ ਕੋਲ ਆ ਜਾਏ ਜੀ ਵੀਰ ਜੀ, ਮੈਂ ਤੁਹਾਡਾ ਕੰਮ ਕਰਦਾ ਸੀ, ਮੈਨੂੰ ਕੋਲ ਕਹਿ ਕੇ ਦੇਖਣਾ ਸੀ, ਮੈਂ ਤੁਹਾਡਾ ਕੰਮ ਕਰ ਦੇਣਾ ਸੀ। ਇਹ ਫਰਕ ਹੈ ਨਾ। ਕਹਿੰਦਾ ਵੀ ਸ਼ਬਦੋਂ ਹੀ ਭਗਤ ਜਾਪਦੇ। ਜੇ ਪਛਾਣ ਕਰਨੀ ਹੋਵੇ ਉਹਨਾਂ ਦੀ ਬੋਲ ਚਾਲ ਦੇਖ ਲਓ ਤੁਸੀਂ। ਉਹ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਉਹਨਾਂ ਦੀ ਦੁਨੀਆਦਾਰੀ ਵਾਲੀ ਚਾਲ ਨਹੀਂ ਹੈ ਵੀ ਉਹ ਕਹਿੰਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ। ਜਿਹੜੀ ਗੁਰੂ ਵਾਲੀ ਚਾਲ ਸੀ ਨਾ, ਉਹ ਚਾਲ ਅਸੀਂ ਚੱਲਣੀ ਸੀ। ਪੂਰੀ ਬਾਣੀ ਵਿੱਚ ਕਿੱਥੇ ਗੁਰੂ ਸਾਹਿਬ ਆਪਣੇ ਆਪ ਨੂੰ, ਆਪਣੀ ਵਡਿਆਈ, ਆਪਣੀ ਉਸਤਤ ਕਰਵਾਉਂਦੇ ਹੋ ਸਾਨੂੰ ਕਿੱਥੇ ਨਜ਼ਰ ਨਹੀਂ ਆਇਆ। ਹਰ ਥਾਂ ਦੇ ਉੱਤੇ ਜੇ ਜੋੜਨਾ ਹੈ ਤੇ ਰੱਬ ਦੇ ਨਾਲ ਜੋੜਨ ਵਾਲੀ ਕਿਰਿਆ। ਜਦੋਂ ਆਪਣੀ ਗੱਲ ਕਰਨਗੇ ਨਾ ਫਿਰ ਕਹਾਂਗੇ ਵੀ ਨਾਨਕ ਨੀਚ, ਨਾਨਕ ਪੁੱਤਰੇ ਕਾਂਡੇ, ਦਾਸ ਨਾਨਕ। ਵੀ ਉਹ ਇੱਥੇ ਕਹਿੰਦੇ ਵੀ ਭਗਤਾਂ ਮੁਖ, ਉਹ ਉਹਨਾਂ ਦਾ ਜੀਵਨ ਹੀ ਐਸਾ। ਕਹਿੰਦੇ ਇੱਕ ਹੋਰ ਸ਼ਬਦ ਆਉਂਦਾ, ਕਹਿੰਦੇ ਇਹ ਮਨ ਨਿਰਮਲ ਜੇ ਹਰ ਗੁਣ ਗਾਵੇ। ਮਨ ਉੱਤੇ ਜਿਹੜੀ ਵਿਕਾਰਾਂ ਦੀ ਮੈਲ, ਅਸੀਂ ਕਹਿੰਦੇ ਸਭ ਤੋਂ ਵੱਡੀ ਮੈਲ ਜਿਹੜੀ ਨਾ ਹਉਮੈ ਦੀ ਲੱਗੀ ਹੋਈ ਹੈ। ਹਉਮੈ ਰੋਗ ਮਾਨੁ ਕੋ ਦਿਆ, ਤੇ ਮੈਲ ਤੋਂ ਨਿਰਮਲ ਹੋਣਾ ਹੈ। ਕਹਿੰਦੇ ਨਿਰਮਲ ਕਿਵੇਂ ਹੋਏਗਾ? ਤਰੀਕਾ ਕੀ ਹੈ? ਢੰਗ ਤਰੀਕਾ ਕੀ ਹੈ? ਕਹਿੰਦੇ ਇਹ ਮਨ ਨਿਰਮਲ ਜੇ ਹਰ ਗੁਣ ਗਾਵੇ। ਅੱਛਾ, ਫਿਰ ਇਹਦੇ ਨਾਲ ਹੋਏਗਾ ਕੀ? ਰੱਬ ਦੀ ਸਲਾਹ ਕਰਨ ਦੇ ਨਾਲ, ਰੱਬ ਦੇ ਗੁਣ ਗਾਣ ਦੇ ਨਾਲ। ਕਹਿੰਦਾ ਫਿਰ ਇਸ ਬਿਖ ਮੈਂ ਅੰਮ੍ਰਿਤ ਪ੍ਰਾਪਤ ਹੋਵੇ, ਹਰ ਜੀਉ ਮੇਰੇ ਪਾਇਆ। ਰੱਬ ਨੂੰ ਇਹ ਚੰਗਾ ਲੱਗਦਾ। ਹੁਣ ਗੁਰੂ ਦਾ ਕੰਮ ਸੀ ਜੋ ਭਾਇਆ। ਅਸੀਂ ਲਾਸਟ ਟਾਈਮ ਵਿਚਾਰ ਕਰਦੇ, ਧਰਮ ਦੀ ਕਿਰਿਆ ਹੈ ਹੀ ਉਹ ਕਿ ਜੋ ਰੱਬ ਨੂੰ ਭਾ ਜਾਏ ਉਹ ਧਰਮ। ਜੋ ਤੁਧ ਭਾਵੈ ਸੋ ਸੱਚ ਧਰਮ। ਰੱਬ ਨੂੰ ਇਸ਼ਨਾਨ ਕਰਨਾ ਚੰਗਾ ਲੱਗਦਾ, ਕਰੋ। ਜਾਪ ਚੰਗਾ ਲੱਗਦਾ, ਹਾਂ ਗੁਰੂ ਕੋਲ ਪੁੱਛ ਲਓ। ਗੁਰੂ ਕਹੇਗਾ ਕਿ ਉਹਨੂੰ ਨਹੀਂ, ਉਹਨੂੰ ਕਿਹੜਾ ਜਪ ਚੰਗਾ ਲੱਗਦਾ, ਉਹਨੂੰ ਕਿਹੜਾ ਇਸ਼ਨਾਨ ਚੰਗਾ ਲੱਗਦਾ। ਗੁਰੂ ਕਹੇਗਾ ਵੀ ਗੁਰ ਗਿਆਨ ਸਾਚਾ ਥਾਨ ਤੀਰਥ, ਗੁਰ ਗਿਆਨ ਮਜਨ ਅਪਰੰਪਰਾ। ਗੁਰੂ ਦੇ ਗਿਆਨ ਵਿੱਚ ਇਸ਼ਨਾਨ ਕਰਨਾ ਉਹ ਰੱਬ ਨੂੰ ਚੰਗਾ ਲੱਗਦਾ। ਵੀ ਤੀਰਥ ਕਹਿੰਦੇ ਤੀਰਥ ਨਾਮਨ ਜਾਓ, ਕਹਿੰਦੇ ਤੀਰਥ ਨਾਮ ਹੈ। ਗੁਰੂ ਨੂੰ ਕਿਹੜਾ ਤੀਰਥ ਚੰਗਾ ਲੱਗਦਾ ਹੈ? ਰੱਬ ਨੂੰ ਕਿਹੜਾ ਤੀਰਥ ਚੰਗਾ ਲੱਗਦਾ ਹੈ? ਕਹਿੰਦੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੂੰ ਗੁਰੂ ਨੂੰ ਪੁੱਛਣਾ ਵੀ ਹਰ ਜੀਉ ਮੇਰੇ ਪਾਇਆ, ਰੱਬ ਨੂੰ ਪਾਉਂਦਾ ਹੀ ਹੈ। ਕਹਿੰਦੇ ਫਿਰ ਰੱਬ ਨੂੰ, ਕਹਿੰਦੇ ਇਸ ਬਿਖ ਮੈਂ, ਫਿਰ ਇਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਹੀ ਇਸ ਬਿਖ ਮੈਂ ਅੰਮ੍ਰਿਤ। ਉਹ ਭਗਤਾਂ ਦੀ ਜੀਵਨ ਸ਼ੈਲੀ ਕੈਸੀ ਹੈ? ਕਹਿੰਦੇ ਭਗਤ ਕਰੈ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ। ਜਿਹੜਾ ਬੰਦਾ ਗੁਰਮੁਖ ਬਣ ਜਾਂਦਾ ਨਾ, ਉਹਦੀ ਜੀਵਨ ਦੀ ਹਰ ਕਿਰਿਆ ਹੀ ਭਗਤੀ ਹੋ ਜਾਂਦੀ ਹੈ। ਗੁਰੂ ਕੋਲੋਂ ਪੁੱਛ ਕੇ ਕੰਮ ਕਰੇਗਾ। ਹੋਰ ਜੇ ਗੁਰੂ ਨੂੰ ਪੁੱਛ ਕੇ ਕੰਮ ਨਹੀਂ ਕੀਤਾ, ਤੂੰ ਮਾਨੋ ਜਿਤਨੇ ਆਪਣੀ ਮਨ ਮਰਜ਼ੀ ਨਾਲ ਧਾਰਮਿਕ ਕਿਰਿਆ ਵੀ ਕਰ। ਅਸੀਂ ਕਈ ਵਾਰ ਸ਼ਬਦ ਜਾਗਦੇ ਵੀ ਇੱਕ ਪੰਕਤੀ ਹੈ ਵੀ ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ। ਗੁਰੂ ਕੋਲੋਂ ਮਤ ਲੈ ਕੇ ਕੀਤਾ ਹੋਇਆ ਹਰ ਕਿਰਿਆ ਤੇਰੀ ਭਗਤੀ ਹੈ। ਔਰ ਉਸ ਦੇ ਉਲਟ ਜੇ ਤੂੰ ਮਨ ਦੀ ਅਗਵਾਈ ਵਿੱਚ ਚੱਲਣਾ ਪਿਆ ਨਾ, ਤੇਰੇ ਕੀਤੇ ਹੋਏ ਧਾਰਮਿਕ ਕਰਮ ਜਿਹੜੇ ਨੇ ਨਾ, ਕਹਿੰਦੇ ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਗੁਰੂ ਨੂੰ ਭਗਤੀ ਮੰਨਣ ਨੂੰ ਤਿਆਰ ਨਹੀਂ। ਉਹ ਭਗਤਾਂ ਦੀ ਜੀਵਨ ਸ਼ੈਲੀ ਐਸੀ ਹੋ ਜਾਂਦੀ ਹੈ। ਜਦੋਂ ਬਾਣੀ ਕਹਿੰਦੇ ਵੀ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਣ ਦੇ, ਕਿਉਂਕਿ ਉਹ ਹੋ ਜਾਂਦੇ ਨੇ, ਕਿਉਂਕਿ ਉਹ ਆਪਣੀ ਗੱਲ ਕਰਦੇ ਹੀ ਨਹੀਂ। ਇਹ ਉਹਨਾਂ ਦੀ ਜ਼ਬਾਨ ਵਿੱਚੋਂ ਆਤਮਕ ਮੌਤ ਦੇਣ ਵਾਲੇ ਸ਼ਬਦ ਨਹੀਂ ਨਿਕਲਦੇ। ਉਹ ਕਹਿੰਦੇ ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਉ ਮੇਰਾ। ਜਦੋਂ ਅਸੀਂ ਰੱਬ ਨੂੰ ਭੁਲਾ ਕੇ ਗੱਲਾਂ ਕਰਨੇ ਆ ਨਾ, ਅਸੀਂ ਹਰ ਬੋਲ ਵਿੱਚ ਅਸੀਂ ਆਮ ਤੌਰ ਤੇ ਕੋਈ ਕਰਦਾ ਪਿਆ, ਰੱਬ ਨੇ ਚਾਹਿਆ ਤੇ ਅਸੀਂ ਰੱਬ ਨੂੰ ਵਿਸ਼ਕਾਰ ਲੈ ਕੇ ਆਏ ਨਾ। ਕਹਿੰਦੇ ਵਿੱਚ ਕਰਤਾ ਪੁਰਖ ਖਲੋਵਾ, ਕਹਿੰਦਾ ਵਾਲ ਨਾ ਵਿੰਗਾ ਹੋ। ਜਦੋਂ ਸਾਡੇ ਜੀਵਨ ਦੀ ਹਰ ਕਿਰਿਆ ਵਿੱਚ ਅਸੀਂ ਰੱਬ ਨੂੰ ਲੈ ਆਵਾਂਗੇ ਨਾ, ਅਸੀਂ ਹਜੇ ਆਪਣੇ ਆਪ ਨੂੰ ਉੱਥੇ ਕਹਿ ਲਓ ਇਸਟੈਬਲਿਸ਼ ਕਰਕੇ ਸਾਰੀਆਂ ਗੱਲਾਂ ਕਰਦੇ ਹੁੰਦੇ ਆ। ਕਹਿੰਦਾ ਲੇਕਿਨ ਭਗਤਾਂ ਦੀ ਇਹ ਬੋਲ ਚਾਲ ਨਹੀਂ ਹੈ। ਭਗਤਾਂ ਦੀ ਕਹਿੰਦੇ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ,
ਉਹਨਾਂ ਦੇ ਬੋਲ ਐਸੇ ਨੇ ਜਿਨ੍ਹਾਂ ਦੇ ਨਾਲ ਉਹ ਆਤਮਕ ਮੌਤ ਨਹੀਂ ਮਰਨਗੇ। ਕਹਿੰਦਾ ਗੁਰਮੁਖ ਹਰ ਨਾਮ ਆਖ ਵਖਾਣੀ। ਮਨੋ ਗੁਰਮੁਖਾਂ ਦਾ ਜਿਹੜਾ ਜੀਵਨ ਹੀ ਹੈ ਨਾ, ਉਹ ਮਨੋਂ ਨਾਮ ਦੀ ਵਿਆਖਿਆ ਕਰਦਾ ਹੁੰਦਾ। ਉਹਦਾ ਹਰ ਇੱਕ ਕਰਮ ਜਿਹੜਾ ਹੈ ਨਾ, ਉਹ ਨਾਮ ਨੂੰ ਪਛਾਣਦਾ ਵੀ ਗੁਰਮੁਖ ਹਰ ਨਾਮ ਆਖ ਵਖਾਣੀ। ਉਹ ਸਭ ਨੂੰ ਬੋਲ ਕੇ ਸੁਣਾਉਂਦਾ ਵੀ ਹੈ ਵੀ ਰੱਬੀ ਹੁਕਮ ਐ ਨੇ। ਉਹ ਨਾ ਇਸ ਕਰੇ ਵੀ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ। ਗੁਰਮੁਖ ਹੈ ਹੀ ਉਹ ਬੰਦਾ ਜਿਹਨੂੰ ਰੱਬੀ ਹੁਕਮਾਂ ਦੀ ਸੋਝੀ। ਉਹ ਗੁਰਮੁਖ ਹੈ ਪਾਉ ਨੇ ਆਪਣਾ ਮੂੰਹ ਗੁਰੂ ਵਾਲੇ ਪਾਸੇ ਕੀਤਾ ਹੋਇਆ ਹੈ। ਗੁਰੂ ਨੂੰ ਰੱਬ ਦੀ ਸੋਝੀ ਹੈ। ਪੂਰੀ ਲਾਈਨ ਹੈ ਨਾ ਵੀ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਸਤਿਪੁਰਖ ਉਹ ਹੈ ਜੋ ਸਤਿਗੁਰੂ ਉਹ ਹੈ ਜੋ ਸਤਿਪੁਰਖ ਨੂੰ ਜਾਣਦਾ ਹੈ, ਤੇ ਗੁਰਮੁਖ ਉਹ ਜਿਹਨੇ ਆਪਣਾ ਮੂੰਹ ਗੁਰੂ ਵਾਲੇ ਪਾਸੇ ਕੀਤਾ ਹੋਇਆ। ਉਹ ਚੇਨ ਪੂਰੀ ਕੰਪਲੀਟ ਹੋ ਰਹੀ ਹੈ। ਰੱਬ ਕੋਲੋਂ ਗੁਰੂ ਨੂੰ ਮਿਲੀ, ਗੁਰੂ ਕੋਲੋਂ ਸਾਨੂੰ ਮਿਲਦੀ ਪਈ ਹੈ। ਤੇ ਨਾਨਕ ਗੁਰਮੁਖ ਨਾਮ ਪਛਾਣੈ। ਪਛਾਣੇ ਦਾ ਮਤਲਬ, ਨਾਮ ਦਾ ਮਤਲਬ ਕੀ ਹੈ? ਨਾਮ ਹੁਕਮ ਹੈ। ਕਹਿੰਦੇ ਜਬ ਲੋਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਤੂੰ ਕਰਮ ਕਰੀ ਜਾ। ਕਹਿੰਦੇ ਮਨਮੁਖ ਕਰਮ ਕਰੇ ਅਜਾਈ, ਨੰਗੇ ਪੈਰੀ ਜਾਓ। ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ। ਹੁਣ ਬੰਦਾ ਇੱਥੇ ਕਿਸੇ ਨਿਸ਼ਠਾ ਦੀ ਕੋਈ ਕੁਐਸਚਨ ਮਾਰਕ ਨਹੀਂ ਹੈ। ਬਿਲਕੁਲ ਬੰਦਾ ਗਿਆ ਆਪਣੇ ਆਪ ਨੂੰ, ਬੰਦਾ ਮਰਵਾਉਣ ਨੂੰ ਤਿਆਰ ਹੋ ਗਿਆ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ। ਬੰਦਾ ਕਿ ਉਹਦੀ ਸਿਦਕ ਦੀ ਤੇ ਕੋਈ ਸਵਾਲ ਚੁੱਕਣਾ ਸ਼ਾਇਦ ਠੀਕ ਨਹੀਂ ਹੋਏਗਾ, ਲੇਕਿਨ ਉਹ ਬਿਨ ਗੁਰ ਹੈ। ਉਹ ਸਤਿਗੁਰ ਪੂਛ ਨਾ ਮਾਰਗ ਚਾਲੀ ਹੈ। ਉਹਨੇ ਨਾਮ ਨਹੀਂ ਪਛਾਣਿਆ। ਅਸੀਂ ਕਹਿੰਦੇ ਵੀ ਗੁਰਮਤਿ ਸਾਰ ਹੋਰ ਨਾਮ ਵੀ ਹੋਣੀ। ਅਸੀਂ ਜਦੋਂ ਚੀਜ਼ ਦੇਖੀ ਨਾ, ਅਸੀਂ ਉਦੋਂ ਕਹਿੰਦੇ ਜਦੋਂ ਸਾਡੇ ਜਿਹਾ ਥੋੜਾ ਜਿਹਾ ਆਫ ਦਾ ਟਰੈਕ ਕਹਿ ਲਓ, ਅਸੀਂ ਕਹਿੰਦੇ ਵੀ ਜੋ ਵੀ ਗੱਲ ਹੈ ਨਾ, ਉਹਦਾ ਨਾਮ ਹੈ। ਅਸੀਂ ਕਹਿੰਦੇ ਕੋਈ ਫਲਾਨੀ ਬਾਣੀ, ਅਸੀਂ ਉਹ ਅੱਛੀ ਉਹ ਜੋ ਮਤਲਬ ਨਾਮ ਹੈ। ਅਸੀਂ ਉਹਨੂੰ ਜੋਤ ਹੁਆ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਜੇ 239 ਸਾਲਾਂ ਤੱਕ ਲੋੜ ਨਹੀਂ ਪਈ ਇਹ ਕਿਸਮ ਨਾਲ ਕਹਾਣੀਆਂ ਕਹਿ ਕੇ ਸਿੱਖਿਆਵਾਂ ਦੇਣ ਦੀ, ਇਹ ਬੰਦਾ ਸੋਚੇ ਕਿਉਂ ਅੰਦਰ ਨਾਮ ਹੈ। ਕਹਿੰਦੇ ਜਹਾਂ ਨਾਮ ਮਿਲੇ ਤਹਾਂ ਜਾਉ। ਜਿਸ ਤੋਂ ਨਾਮ ਨਹੀਂ ਮਿਲਦਾ ਪਿਆ ਨਾ, ਮੈਂ ਇਸੇ ਗੁਰੂ ਕੋਲ ਜਾ ਕੇ ਕੀ ਕਰਾਂ। ਵੀ ਜਿਹੜਾ ਗੁਰਮੁਖ ਹੈ ਨਾ, ਉਹ ਨਾਮ ਦੀ ਪਛਾਣ ਦੇ। ਨਾਨਕ ਗੁਰਮੁਖ ਨਾਮ ਪਛਾਣੈ, ਉਹ ਸਲਾਹ ਵੀ ਨਾਮ ਦੀ ਲੈਂਦਾ ਹੈ। ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ। ਉਹ ਨਾਮ ਕੋਲੋਂ ਪੁੱਛਦਾ ਇਹ ਕੰਮ ਕਰਾਂ। ਨਾਮ ਦੀ ਫੈਕਲਟੀ ਅੰਦਰ ਕ੍ਰੀਏਟ ਕਰਨੀ ਪਏਗੀ, ਕੋਈ ਸ਼ੱਕ ਨਹੀਂ। ਗੁਰੂ ਕੋਲੋਂ ਬਾਹਰੋਂ ਪੁੱਛਣਾ ਪਏਗਾ। ਉਹ ਮਨ ਕੀ ਬਾਤ ਤੇ ਕੇਵਲ ਉਹ ਅਸੀਂ ਇੱਕ ਵਰਡ ਯੂਜ਼ ਕਰਨੇ ਆ ਨਾਰਮਲੀ, ਅਸੀਂ ਗੁਰੂ ਕਹਿੰਦੇ ਆ। ਇੱਕ ਹੋਰ ਵਰਡ ਪੈਗੰਬਰ ਯੂਜ਼ ਹੁੰਦਾ ਹੈ। ਪੈਗੰਬਰ ਦੇ ਵੀ ਅਖਰੀ ਅਰਥ ਕੀ ਨੇ? ਜੋ ਪੈਗਾਮ ਲੈ ਕੇ ਆਇਆ ਸੀ। ਰੱਬੀ ਪੈਗਾਮ ਨੂੰ ਅੱਗੇ ਤੱਕ ਪਹੁੰਚਾਉਣ ਵਾਲੇ ਨੂੰ ਪੈਗੰਬਰ ਕਹਿੰਦੇ ਨੇ। ਉਹਦੇ ਅੰਦਰ ਉਹਦੀ ਆਪਣੀ ਕੋਈ ਉਹਦੀ ਮਤ ਬੁੱਧੀ ਨਹੀਂ ਹੁੰਦੀ। ਅਸੀਂ ਦੇਖਣਾ ਗੁਰੂ ਸਾਹਿਬ ਵੀ ਕਹਿੰਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਹੋ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਅੱਖਰ ਤਿਨੇ ਆਖਿਆ ਜਿਨ ਜਗਤ ਉਪਾਇਆ। ਕਿਤੇ ਵੀ ਗੁਰੂ ਸਾਹਿਬ ਦਾਵਾ ਨਹੀਂ ਕਰਦੇ ਪਏ ਕਿ ਇਹ ਬੋਲ ਮੇਰੇ ਬੋਲ ਨੇ। ਉਹ ਹਰ ਥਾਂ ਤੇ ਕਹਿੰਦੇ ਨੇ ਵੀ ਗੁਰਮੁਖ ਹਰ ਨਾਮ ਆਖ ਵਖਾਂਡਾ। ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ, ਉਹ ਪਰਮਾਤਮਾ ਦਾ ਨਾਮ ਹਮੇਸ਼ਾ ਆਪਣੀ ਪਰਮਾਤਮਾ ਦਾ ਨਾਮ ਰੱਖਣਾ ਮਤਲਬ ਇਹ ਨਹੀਂ ਕਿ ਸਿਰਫ ਵਾਹਿਗੁਰੂ ਵਾਹਿਗੁਰੂ ਕਰੇ। ਉਹਦੇ ਹਰ ਬੋਲ ਤੋਂ ਭਰੋਸਾ ਰੱਬ ਦੇ ਉੱਤੇ ਆਂਦਾ। ਉਹ ਇਹ ਨਾ ਕਹੇ ਕਿ ਬਾਬਾ ਜੀ ਕੋਲ ਚਲੇ ਜਾਓ, ਬਾਬਾ ਜੀ ਪੁੱਤਰ ਦੀ ਦਾਤ ਦੇਣਗੇ। ਬਾਬਾ ਜੀ ਬਿਲਕੁਲ ਸਪਸ਼ਟ ਤੌਰ ਤੇ ਅੱਛਾ ਕਿਉਂ ਅਸੀਂ ਕਈ ਬੰਦੇ ਆਪਣੇ ਨਾਮਾਂ ਦੇ ਨਾਲ ਸੰਤ ਲਗਾਉਂਦੇ ਨੇ, ਉਹ ਕਿਉਂ ਨਹੀਂ ਰੋਕ ਸਕਦੇ? ਦੇਖੋ ਅੱਜ ਮਤਲਬ ਜੇ ਰੋਕਣਾ ਚਾਹੇ ਬੰਦਾ ਕਿਉਂ ਨਹੀਂ ਰੋਕ ਸਕਦਾ? ਜੇ ਉਹ ਕਹਿ ਦੇਵੇ ਨਹੀਂ ਲਗਾਣਾ, ਨਹੀਂ, ਉਹ ਚਾਹੁੰਦਾ ਹੀ, ਉਹ ਕਿਤੇ ਨਾ ਕਿਤੇ ਚਾਹੁੰਦਾ, ਉਹ ਕਿਸੇ ਨਾ ਕਿਸੇ ਵਸੀਲੇ ਨਾਲ ਚਾਹੁੰਦਾ ਹੈ। ਫਿਰ ਬਾਬਾ ਜੀ ਕੋਲ ਜਾਓ, ਬਾਬਾ ਜੀ ਪੁੱਤਰ ਦੇਣਗੇ। ਰੱਬ ਕਿੱਥੇ ਗਿਆ? ਫਿਰ ਉਹ ਆਪਣਾ ਨਾਮ ਜਪਾਉਂਦੇ ਪਏ ਨੇ। ਐਸੇ ਬੰਦਿਆਂ ਨੂੰ ਇਹ ਫਿਰ ਉਹ ਕਹਿੰਦੇ ਵੀ ਉਹ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ। ਫਿਰ ਅੰਮ੍ਰਿਤ ਵਾਲੀ ਬਾਣੀ ਨਹੀਂ ਹੈ ਉੱਥੇ ਆਪਣੇ ਆਪ ਨੂੰ ਅੱਗੇ ਰੱਖ ਕੇ ਹਰ ਗੱਲ ਕੀਤੀ ਜਾਂਦੀ ਹੈ। ਫਿਰ ਉਹਨਾਂ ਦਾ ਜੀਵਨ ਵੀ ਕੈਸਾ, ਜਿਹੜਾ ਭਗਤਾਂ ਦਾ ਜੀਵਨ ਕਹਿੰਦੇ ਹਰ ਕਰਨ ਤੋਂ ਸਦਾ ਮਨ ਵਿਗਸੈ। ਵਿਗਸੈ ਦਾ ਇੱਕੋ ਅਰਥ ਨੇ ਖੜਾਓ ਵਿੱਚ ਆ ਜਾਣਾ। ਸਾਡਾ ਵੀ ਮਨ ਖੜਾਓ ਵਿੱਚ ਆਉਂਦਾ ਹੈ। ਬਹੁਤ ਪੈਸਾ ਖਰਚਾ ਕਰਨੇ ਵਾਲੇ ਲੋਕ ਆ ਕੇ ਵਾਹ ਵਾਹ ਕਰਦੇ ਨੇ। ਕਿਸੇ ਬੱਚੇ ਦੀ ਪਾਰਟੀ ਚਲੇ ਜਾਓ, ਕਿਆ ਵਧੀਆ ਪਾਰਟੀ, ਸਾਡਾ ਮਨ ਬੜਾ ਵਿਗਸ। ਸਾਨੂੰ ਅਸੀਂ ਬੜੇ ਹੋਏ ਆਫਰ ਬਈ ਬੜਾ ਇਹ ਆ ਜਾਂਦਾ। ਲੇਕਿਨ ਭਗਤ ਦਾ ਜੀਵਨ ਕੈਸਾ ਹੈ? ਉਹ ਕਹਿੰਦਾ ਹਰ ਹਰ ਕਰਤ ਸਦਾ ਮਨ ਵਿਗਸੇ। ਉਹਦਾ ਮਨ ਜਿਹੜਾ ਹੈ ਨਾ, ਉਹ ਗੁਰੂ ਗੁਰੂ ਕਰਕੇ ਵਿਗਸਦਾ ਹੈ। ਉਹ ਆਪਣੀ ਵਡਿਆਈ ਕਰਵਾ ਕੇ ਨਹੀਂ ਬਿਗਸਦਾ। ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ।
ਮੇਰੇ ਮਨ ਨੂੰ ਤ੍ਰਿਪਤੀ ਮਿਲਦੀ ਕਦੋਂ ਹੈ, ਮੇਰੇ ਮਨ ਨੂੰ ਸ਼ਾਂਤੀ, ਸਾਡੇ ਮਨ ਨੂੰ ਸ਼ਾਂਤੀ ਕਦੋਂ ਮਿਲਦੀ ਪਈ ਹੈ? ਦੋ ਬੰਦੇ ਕਹਿਣ ਕਿ ਵੀਰ ਜੀ ਤੁਹਾਡਾ ਘਰ ਵਧੀਆ, ਤੁਹਾਡਾ ਤੁਸੀਂ ਕਿੰਨਾ ਵਧੀਆ ਬੋਲਦੇ ਹੋ। ਇੱਕ ਉਹ ਸ਼ਬਦ ਹੈ ਕਹਿੰਦਾ ਜੋ ਜਾਣੇ ਹੋ ਕਥਨੀ ਭਗਤਾ, ਕਹਿੰਦਾ व्यापारी बसदा जो फिरता, जो जाने हो भगत ज्ञानी, कहते आगे ठाकुर तिल नहीं मानी। तू अपने आप में जो मर्जी समझ जा, तेरे मन नू शांत, कहते जब गुण गाए तब ही मन तृप्त है। तेरे मन नू शांति गुरु 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 करके आनी चाहिए सी, ना कि अपनियां वड्याइयां करवा के। कहते कानों काटी नाको काटी काट कूट कर डारी, कहो कबीर संतन की बैरन तीन लोग। ए माया का प्रभाव दे हेठ ने ਅਸੀਂ ਕੀ ਚਾਹੁੰਦੇ, ਕਾਨੋ ਕਾਟੀ ਨਾਕੋ ਕਾਟੀ ਤੋਂ ਅਸੀਂ ਪਹਿਲੇ ਵੀ ਡਿਸਕਸ ਕਰ ਚੁੱਕੇ ਹਾਂ ਵੀ ਮੈਂ ਕੰਨ ਦੇ ਨਾਲ ਆਪਣੀ ਪ੍ਰਸ਼ੰਸਾਵਾਂ ਸੁਣਨਾ। क्या पार्टी सी कहते 10 साल पिछले नहीं देखी भी यहाँ मेरी नाक ना कट जाए। कबीर साहब कहते कि कानों काटी नाको काटी काट कूट कर डारी, कहे कबीर संतन की बैरन। ए भगत जन ने ना ए वडियाई उन्हां दे मनो कई बार ना भी दुख दारू सुख रोग पै वाला काम जाता। ए वाली वडियाई कई अच्छे जेडे बंदे ने उन्होंने दिमाग फिरा के रख दे। सिफतां ने ना उन्होंने दिमाग बिल्कुल अच्छे भले बंदे पुठा कर देंदी है। कहते हर हर करद सदा मन बिगसे, हर चरनी मन लाई है। उन्होंने मन कितने जुड़िया होया है? हरि दे चरण असीं कई बार डिफाइन कर चुके हैं बई हिरदे चरण शब्द सतगुरु को नानक बांधियो पाल। नानक ने अपने पल्ले यह गल बांध लीती है, यह चरणा नू अपने पल्ले बांध लिता है। हिरदे चरण शब्द सतगुरु को, ते ऐसे बंदे कहते हर चरणी पाओ ए रबी बाणी नाल उसने अपना मन बाणी कोलो ओ जीवन दी हर अगवाई लैंदा है। जी वो बाणी कोलो हर शिक्षा लेके ही अपना जीवन ਜਿਹੜਾ ਬਤੀਤ ਕਰਦਾ ਹੈ। ਹਾਂਜੀ थैंक यू जी, बहुत सोहने तरीके नाल आप जी ने समझाना किया। नाको काटी कानो काटी काट कूट के डारी, बिल्कुल ਜਿਹੜੇ ਪਾਸੇ ਤੁਸੀਂ ਇਸ਼ਾਰਾ ਦਿੱਤਾ ਹੈ ਨਾ ਵੀਰ ਜੀ, ਬਿਲਕੁਲ ਮਨ ਵਿਗਸੇ। ਤੁਸੀਂ ਜ਼ਿਕਰ ਕੀਤਾ ਦੁਨਿਆਵੀ ਵਿਹਾਰ ਕਰਦਿਆਂ ਵੀ ਸਾਡਾ ਮਨ ਬੜਾ ਵਿਗਸਦਾ ਹੈ। ਔਰ ਕਿਹੜੇ ਪਾਸੇ ਵਿਗਸਦਾ ਹੈ? ਸਾਡਾ ਅਸੀਂ ਜੋ ਵੀ ਕਰਮ ਕਰਦੇ ਹਾਂ ਨਾ, ਜਿਹੜਾ ਇਸ਼ਾਰਾ ਆਪ ਜੀ ਨੇ ਕੀਤਾ ਉਸ ਇਸ਼ਾਰੇ ਵੱਲ ਧਿਆਨ ਦੇਣ ਦੀ ਲੋੜ ਹੈ। ਬੜੀ ਬੜੀ ਗੱਲ ਵਾਲੇ ਪਾਸੇ ਵੀਰ ਜੀ ਨੇ ਇਸ਼ਾਰਾ ਦਿੱਤਾ। ਸਾਨੂੰ ਹਰ ਸਾਡੇ ਬੋਲੇ ਹੋਏ ਬੋਲ, ਹਰ ਸਾਡੇ ਸੁਣੇ ਹੋਏ ਬੋਲ, ਹਰ ਸਾਡਾ ਕੀਤਾ ਹੋਇਆ ਕਰਮ ਸਾਡੇ ਮਨ ਤੇ ਪ੍ਰਭਾਵ ਪਾਉਂਦਾ ਹੈ, ਜਾਂ ਸਾਡੇ ਮਨ ਦੇ ਵਿੱਚ ਨੈਗੇਟਿਵ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ ਜਾਂ ਪੋਜ਼ਿਟਿਵ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਜੋ ਵੀ ਕਰਮ ਕਰ ਰਹੇ ਹਾਂ ਉਸਦਾ ਮਨ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ। ਅੱਜ ਵੀ ਇਸ ਗੁਰੂ ਸਾਹਿਬ ਨੇ ਕਿਹਾ ਨਾ, ਗੁਰਮੁਖ ਹਰ ਨਾਮ ਆਖ ਵਖਾਣੀ। ਦੇਖੋ ਹਰੀ ਦਾ ਨਾਮ ਬੋਲਣਾ ਹੈ, ਤੇ ਹਰੀ ਦਾ ਨਾਮ ਬੋਲਣ ਦੇ ਵਿੱਚ ਫਿਰ ਅਸੀਂ ਕਹਿੰਦੇ ਹਾਂ ਵਾਹਿਗੁਰੂ ਵਾਹਿਗੁਰੂ ਜਪ ਲਈਏ, ਫਿਰ ਗੁਰੂ ਦੀ ਕੀ ਲੋੜ ਹੈ? ਪਰ ਗੁਰੂ ਸਾਹਿਬ ਬਾਰ-ਬਾਰ ਕਹਿ ਰਹੇ ਨੇ ਗੁਰਮੁਖ ਹਰ ਨਾਮ ਆਖ ਵਖਾਣੀ। ਜਦੋਂ ਤੱਕ ਗੁਰੂ ਦੀ ਬਾਣੀ ਵਿੱਚ ਨਹੀਂ ਹੋਏਗੀ, ਕਿਧਰੇ ਨਾ ਕਿਧਰੇ ਅਸੀਂ ਉਹ ਬੋਲ ਬੋਲਦੇ ਜਾਵਾਂਗੇ, ਕਿਧਰੇ ਨਾ ਕਿਧਰੇ ਉਹ ਬੋਲ ਸੁਣਦੇ ਰਵਾਂਗੇ, ਕਿਧਰੇ ਨਾ ਕਿਧਰੇ ਉਹ ਕਰਮ ਕਰਦੇ ਰਵਾਂਗੇ ਜਿਸ ਦੇ ਰਾਹੀਂ ਮਨ ਦੇ ਉੱਤੇ ਨੈਗੇਟਿਵ ਇਫੈਕਟ ਪਏਗਾ। ਕਿਧਰੇ ਨਾ ਕਿਧਰੇ ਮਨ ਦੇ ਵਿੱਚ ਅਹੰਕਾਰ ਵਧੇਗਾ, ਮਨ ਦੇ ਵਿੱਚ ਕ੍ਰੋਧ ਵਧੇਗਾ, ਲੋਭ ਵਧੇਗਾ, ਕਾਮ ਵਧੇਗਾ। ਇਸ ਤਰ੍ਹਾਂ ਦੇ ਮੈਲ ਜਿਹੜੀ ਹੈ ਵਧੇਗੀ। ਤੇ ਜਦੋਂ ਗੁਰੂ ਦੇ ਰਾਹੀਂ ਅਸੀਂ ਬੋਲਾਂਗੇ ਤੇ ਮਨ ਦੇ ਵਿੱਚੋਂ ਮੈਲ ਜਿਹੜੀ ਉਹ ਧੋਤੀ ਜਾਏਗੀ। ਇਸ ਲਈ ਗੁਰੂ ਸਾਹਿਬ ਬਾਰ-ਬਾਰ ਕਹਿ ਰਹੇ ਗੁਰਮੁਖ ਹਰ ਨਾਮ ਆਖ ਵਖਾਣੀ। ਇਸ ਲਈ ਗੁਰੂ ਗੋਬਿੰਦ ਸਾਹਿਬ ਸਾਨੂੰ ਹੁਕਮ ਕਰ ਗਏ, ਸਭ ਸਿੱਖਣ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿਧਰੇ ਭੁਲੇਖਾ ਨਾ ਰਹਿ ਜਾਏ, ਕਿਧਰੇ ਮਨ ਦੇ ਵਿੱਚ ਕੋਈ ਭੁਲੇਖਾ ਨਾ ਰਹਿ ਜਾਏ। ਫਿਰ ਵੀ ਅਸੀਂ ਕਿਧਰੇ ਨਾ ਕਿਧਰੇ ਭੁਲੇਖੇ ਵਿੱਚ ਪੈ ਜਾਂਦੇ ਹਾਂ। ਗੁਰੂ ਸਾਹਿਬ ਬਾਰ-ਬਾਰ ਹਿਦਾਇਤ ਦੇ ਰਹੇ ਹਨ, ਉਹ ਹਿਦਾਇਤ ਸਮਝਣ ਦੀ ਲੋੜ ਹੈ। ਜਦੋਂ ਅਸੀਂ ਉਹ ਹਿਦਾਇਤ ਨਹੀਂ ਸਮਝਾਂਗੇ, ਆਪਣੇ ਮਨ ਮੁਤਾਬਿਕ ਭਟਕਦੇ ਰਵਾਂਗੇ, ਕਿਧਰੇ ਨਾ ਕਿਧਰੇ ਮਨ ਦੇ ਵਿੱਚ ਮੈਲ ਵਧਾਈ ਜਾਵਾਂਗੇ ਔਰ ਸਾਨੂੰ ਪਤਾ ਵੀ ਨਹੀਂ ਲੱਗੇਗਾ। ਧਰਮ ਦੇ ਕਾਰ ਕਰਦੇ ਹੋਏ ਵੀ ਗੁਰੂ ਤੋਂ ਵੀ ਦੂਰ ਹੁੰਦੇ ਜਾਵਾਂਗੇ, ਉਸ ਪਰਮਾਤਮਾ ਤੋਂ ਵੀ ਦੂਰ ਹੁੰਦੇ ਜਾਵਾਂਗੇ। ਧੰਨਵਾਦ ਵੀਰ ਜੀ, ਆਪ ਜੀ ਨੇ ਬੜੀ ਖੂਬਸੂਰਤੀ ਨਾਲ ਸਮਝਾਇਆ ਜੀ। ਭੂਆ ਜੀ, ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਗੁਰਮੁਖ ਹਰ ਨਾਮ ਆਖ ਵਖਾਣੀ। ਇਹ ਕਿਹੜੇ ਭਗਤਾਂ ਦੀ ਗੱਲ ਕਰ ਰਹੇ ਹਨ? ਇਹ ਉਹ ਭਗਤ ਦੀ ਗੱਲ ਨਹੀਂ ਕਰਨ ਜਿਹੜੇ ਬਾਹਰ ਦੇ ਅਸੀਂ ਚੋਲੇ ਵਾਲੇ ਦੇਖ ਰਹੇ ਹਾਂ। ਇਹ ਉਸ ਵਿਰਲਾ ਮਨ ਨੂੰ ਭਗਤ ਕਿਹਾ ਗਿਆ ਹੈ ਜਿਸ ਮਨ ਨੇ ਭਗਤੀ ਕੀਤੀ ਹੈ।
ਭਗਤੀ ਕਿੰਜ ਕੀਤੀ ਹੈ? ਗੁਰੂ ਦੇ ਮੁਖ ਦੇ ਆਖਿਆ ਸਿੱਖਿਆ, ਉਹਦੇ ਕਨਸੈਪਟ, ਉਹਦੇ ਹੁਕਮ, ਨਾਮ, ਬਾਣੀ ਨੂੰ ਜੀਣਾ ਸ਼ੁਰੂ ਕਰ ਦਿੰਦਾ ਹੈ, ਬਾਣੀ ਨੂੰ ਪੀਣਾ ਸ਼ੁਰੂ ਕਰ ਦਿੰਦਾ ਹੈ, ਇੰਪਲੀਮੈਂਟ ਕਰਕੇ ਟਿਊਨਡ ਹੋ ਜਾਂਦਾ ਹੈ। ਉਹਦੇ ਹਰ ਥਾਟਸ, ਵਰਡਸ ਐਂਡ ਐਕਸ਼ਨਸ ਟੋਟਲੀ ਭਿੱਜ ਗਏ ਹਨ। ਉਹੀ ਫਿਰ ਵਿਲਨਾ ਮਨ ਸਦਾ ਹੀ ਵਿਕਾਸ ਵਿੱਚ ਹੈ। ਕਿੰਜ ਕਿ ਉਹ ਖਿੜਿਆ ਹੋਇਆ ਮਨ ਉਹ ਚੜ੍ਹਦੀ ਕਲਾ ਵਿੱਚ ਹੈ, ਕਿਉਂਕਿ ਉਹ ਹਰ ਚੰਨੀ ਮਨ ਲਾਈ ਹੈ, ਕਿਉਂਕਿ ਉਹ ਟੋਟਲੀ ਉਸ ਦੇ ਅੰਦਰ ਸਮਾ ਚੁੱਕਾ ਹੈ, ਟਿਊਨਡ ਹੋ ਚੁੱਕਾ ਹੈ। ਹਾਂਜੀ, ਧੰਨਵਾਦ ਭੂਆ ਜੀ। ਆਪ ਜੀ ਨੇ ਇੱਕ ਬਹੁਤ ਹੀ ਸੋਹਣੀ ਗੱਲ ਕੀਤੀ ਹੈ, ਭਗਤਾਂ ਦਾ ਆਪ ਜੀ ਨੇ ਜ਼ਿਕਰ ਕੀਤਾ। ਕਿਹੜੇ ਭਗਤਾਂ ਦਾ? ਜਿਹੜੇ ਬਾਹਰੋਂ ਚੋਲੇ ਪਾ ਕੇ ਸਿਰਫ ਭਗਤ ਨਹੀਂ ਬਣੇ। ਗੁਰੂ ਸਾਹਿਬ ਬਿਲਕੁਲ ਬੜੀ, ਅਸੀਂ ਧਿਆਨ ਦਈਏ ਨਾ, ਜਿਹੜੇ ਚੋਲੇ ਵਾਲੇ ਭਗਤ ਹਨ ਨਾ, ਜਿਨ੍ਹਾਂ ਦਾ ਪਹਿਰਾਵਾ ਭਗਤਾਂ ਵਾਲਾ ਹੈ, ਉਹਨਾਂ ਦੇ ਮੂੰਹ ਤੋਂ ਨਿਕਲੇ ਬੋਲਾਂ ਦਾ ਸਾਡੇ ਮਨ ਤੇ ਬੜਾ ਪ੍ਰਭਾਵ ਹੈ। ਸਾਡੇ ਮਨ ਤੇ ਇੰਜ ਲੱਗਦਾ ਹੈ ਕਿ ਇਹਨੇ ਜਾਂ ਕਿਸੇ ਸਥਾਨ ਤੋਂ, ਕਿਸੇ ਉੱਚੇ ਸਥਾਨ ਤੋਂ, ਕਿਸੇ ਵੱਡੀ ਸਟੇਜ ਤੋਂ ਕੋਈ ਬੋਲ ਬੋਲੇ ਜਾਣ ਤੇ ਸਾਡੇ ਮਨ ਤੇ ਬਹੁਤ ਪ੍ਰਭਾਵ ਪੈਂਦਾ ਹੈ। ਇੰਨੀ ਵੱਡੀ ਸਟੇਜ ਤੇ ਇੰਨੇ ਹਜ਼ਾਰਾਂ ਲੱਖਾਂ ਦੇ ਇਕੱਠ ਵਿੱਚ ਇਹ ਬੋਲ ਬੋਲੇ ਜਾ ਰਹੇ ਹਨ, ਸਾਡਾ ਮਨ ਕਹਿੰਦਾ ਹੈ ਠੀਕ ਹੀ ਕਹਿ ਰਹੇ ਹੋਣੇ। ਪਰ ਸਾਨੂੰ ਇਸ ਚੀਜ਼ ਤੋਂ ਵੀ ਸੁਚੇਤ ਹੋਣ ਦੀ ਲੋੜ ਹੈ। ਸਾਨੂੰ ਆਪ ਸਟੱਡੀ ਕਰਨ ਦੀ ਲੋੜ ਹੈ, ਆਪ ਸਮਝਣ ਦੀ ਲੋੜ ਹੈ, ਆਪ ਪਰਖਣ ਦੀ ਲੋੜ ਹੈ ਕਿ ਕਿਧਰੇ ਇਹ ਤੇ ਨਹੀਂ ਗੁਰੂ ਦੀ ਸਿੱਖਿਆਵਾਂ ਤੋਂ ਉਲਟ ਕੋਈ ਐਸੇ ਚੋਲੇ ਵਾਲੇ ਜਾਂ ਵੱਡੀ ਸਟੇਜਾਂ ਤੋਂ ਐਸੀ ਗੱਲ ਕੀਤੀ ਜਾ ਰਹੀ ਹੋਏ ਜਿਸ ਦਾ ਸਾਡਾ ਮਨ ਪ੍ਰਭਾਵ ਲੈ ਰਿਹਾ ਹੋਏ। ਸਾਨੂੰ ਬਿਲਕੁਲ ਸੁਚੇਤ ਹੋਣ ਦੀ ਲੋੜ ਹੈ। ਗੁਰੂ ਦੇ ਬੋਲਾਂ ਦੇ ਨਾਲ ਜਦੋਂ ਸਾਡਾ ਮਨ ਭਿੱਜ ਜਾਏਗਾ ਤੇ ਅਸੀਂ ਸੱਚ ਔਰ ਝੂਠ ਵਿੱਚ ਫਰਕ ਕਰ ਪਾਵਾਂਗੇ। ਜਿਹੜੇ ਪਾਸੇ ਭੂਆ ਜੀ ਨੇ ਇਸ਼ਾਰਾ ਕੀਤਾ ਹੈ, ਉਹ ਪ੍ਰਭਾਵ ਮਨ ਦੇ ਉੱਤੇ ਬਹੁਤ ਪਾਉਂਦਾ। ਉਧਰੋਂ ਬਹੁਤ ਸੁਚੇਤ ਹੋਣ ਦੀ ਲੋੜ ਹੈ, ਬਹੁਤ ਜ਼ਿਆਦਾ ਸਾਨੂੰ ਅਲਰਟ ਰਹਿਣ ਦੀ ਲੋੜ ਹੈ। ਧੰਨਵਾਦ ਭੂਆ ਜੀ। ਹਮ ਮੂਰਖ ਅਗਿਆਨ ਗਿਆਨ ਕਿਛ ਨਾਹੀ, ਸਤਿਗੁਰ ਤੇ ਸਮਝ ਪੜੀ ਮਨ ਮਾਹੀ। ਓ ਦਇਆਲ ਕਿਰਪਾ ਕਰ ਹਰ ਜਿਉ, सतगुर की सेवा लाई है। हम मूरख अज्ञान ज्ञान किछ नहीं। ਕੀ ਸਾਡੇ ਮਨ ਦੀ ਇਹ ਅਵਸਥਾ ਹੈ? ਅਸੀਂ ਤੇ ਦੋ ਅੱਖਰ ਰੱਟ ਲਏ, ਖਾਸ ਤੌਰ ਤੇ ਮੇਰੇ ਵਰਗੇ ਨੇ, ਤੇ ਸਮਝਣ ਲੱਗ ਪਿਆ ਕਿ ਬਹੁਤ ਸਿਆਣਾ ਵਾ। ਜਦ ਤੱਕ ਮਨ ਦੀ ਇਹ ਅਵਸਥਾ ਨਾ ਬਣੇ, ਮਨ ਕੁਝ ਗ੍ਰਹਿਣ ਨਹੀਂ ਕਰ ਸਕਦਾ। ਹਮ ਮੂਰਖ ਵਾਲੀ ਜਦੋਂ ਮਨ ਦੀ ਅਵਸਥਾ ਬਣੇਗੀ ਨਾ ਤੇ ਭਾਂਡਾ ਸਿੱਧਾ ਹੋ ਜਾਏਗਾ। ਹਮ ਮੂਰਖ ਅਗਿਆਨ ਗਿਆਨ ਕਿਛ ਨਾਹੀ। ਇਹ ਕਹਿ ਕੌਣ ਰਿਹਾ? ਅਸੀਂ ਸੋਚੀਏ। ਜਿਨ੍ਹਾਂ ਦੀ ਬਾਣੀ ਅਸੀਂ ਪੜ੍ਹ ਰਹੇ ਨੇ ਉਹ ਕਹਿ ਰਹੇ, ਗੁਰੂ ਰਾਮਦਾਸ ਜੀ ਕਹਿ ਰਹੇ, ਹਮ ਮੂਰਖ। ਸਾਨੂੰ ਆਪਣੇ ਤੇ ਟੁਕਾ ਕੇ ਸਾਨੂੰ ਸਮਝਾਣਾ ਕਰ ਰਹੇ, ਸਾਨੂੰ ਕਹਿ ਰਹੇ ਨੇ ਇਹ ਤਰੀਕਾ ਹੈ ਲੈਣ ਦਾ। ਹਮ ਮੂਰਖ, ਇਹ ਤਰੀਕਾ ਝੋਲੀ ਅੱਡਣ ਦਾ ਹੈ। ਜਦ ਤੱਕ ਇਸ ਤਰੀਕੇ ਦੇ ਨਾਲ ਝੋਲੀ ਨਹੀਂ ਅੱਡਾਂਗੇ, ਕੁਝ ਪ੍ਰਾਪਤ ਨਹੀਂ ਕਰ ਪਾਵਾਂਗੇ, ਗੁਰੂ ਕੋਲੋਂ ਲੈ ਨਹੀਂ ਪਾਵਾਂਗੇ। ਅਸੀਂ ਦੋ ਅੱਖਰ ਰੱਟ ਕੇ, ਮੈਂ ਤੇ ਜਪਜੀ ਸਾਹਿਬ ਵੀ ਪੜ੍ਹਦਾ, ਮੈਨੂੰ ਤੇ ਸੁਖਮਨੀ ਸਾਹਿਬ ਵੀ ਤਕਰੀਬਨ ਮਜ਼ਬਾਨੀ ਰੱਟਿਆ ਗਿਆ ਹੈ। ਤੂੰ ਮੈਨੂੰ ਨਾ ਸਮਝਾ, ਮੈਨੂੰ ਤੇ ਬੜਾ ਕੁਝ ਆਉਂਦਾ ਹੈ, ਮੈਨੂੰ ਤੇ ਅਰਥ ਵੀ ਬੜੇ ਆਉਂਦੇ ਨੇ। ਗੁਰੂ ਸਾਹਿਬ ਮਾਨੋ ਮੈਨੂੰ ਹੀ ਕਹਿ ਰਹੇ ਨੇ, ਹਮ ਮੂਰਖ ਅਗਿਆਨ ਗਿਆਨ ਕਿਛ ਨਾਹੀ। ਇੱਕ ਪਾਸੇ ਦਾ ਧਿਆਨ ਹੋਰ ਅਸੀਂ ਧਿਆਨ ਦਈਏ, ਗੁਰੂ ਸਾਹਿਬ ਦੀ ਬਾਣੀ ਅਸੀਂ ਧਿਆਨ ਦਈਏ ਨਾ। ਅੱਜ ਵੀ ਗੁਰੂ ਸਾਹਿਬ ਕਹਿ ਰਹੇ ਨੇ ਹਮ ਮੂਰਖ ਅਗਿਆਨ ਗਿਆਨ ਕਿਛ ਨਾਹੀ। ਅਸੀਂ ਜਪਜੀ ਸਾਹਿਬ ਦਾ ਵੀ ਪਾਠ ਕਰਦੇ ਹਾਂ, ਨਾਨਕ ਨੀਚ ਕਹੇ ਵਿਚਾਰ। ਆਪਣੇ ਆਪ ਤੇ ਕਹਿ ਰਹੇ ਨਾਨਕ ਨੀਚ, ਆਪਣੇ ਆਪ ਨੂੰ। ਇੰਨੀ ਨਿਮਰਤਾ, ਇੰਨੀ ਸਾਦਗੀ, ਇੰਨੇ ਪ੍ਰੇਮ ਭਰੇ, ਇੰਨੇ ਨਿਮਾਣੇ ਬੋਲ। ਜਿੱਥੇ ਵੀ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਨਾ, ਨਾਨਕ ਦੀਨ, ਨਾਨਕ ਤੇਰਾ ਦਾਸ, ਭਾਵੇਂ ਬੋਲ ਕਿਸੇ ਦੇ ਵੀ ਹੋਣ, ਕਿਸੇ ਵੀ ਗੁਰੂ ਸਾਹਿਬ ਦੇ ਬੋਲ ਹੋਣ, ਤੇ ਉਹਨਾਂ ਨੇ ਤੇਰਾ ਦਾਸ, ਨਾਨਕ ਗਰੀਬ,
इस तरह के अखर, इस तरह के अल्फाज इस्तेमाल किए हैं। ते असी साडे मन दे विच भुलेखा जेड़े किसी होर ग्रंथ दा भी पाया जा रहा, उहदे विच किहड़े बोल लिखे गए हैं, पातशाही 10वीं। असी गुरु साहब नूं पातशाह कहंदे हां, साडी असी गुरु साहब नूं माण दिंदे हां, पर गुरु साहब ने ते अपने आप नूं की लिखिया, नानक दीन। नानक गुरु साहब ने अपने आप नूं किधरे पातशाह नहीं खवाया, किधरे नहीं कहा कि मैं पातशाह हां। गुरु साहब ने अगर बाणी भी दर्ज की है ते महला पहला, महला दूजा, ते नीचे की लिखिया, नानक दीन, नानक दास, नानक गरीब। अज भी की कह रहे हैं, हम मूर्ख अज्ञान ज्ञान किछ नहीं। ते सानू इन अल्फाजां वल भी ध्यान दे के सानू समझ विच आउंदा कि केड़े बोल गुरु दे मुख तो बोल निकले और केड़े बोल गुरु दे मुख दे नहीं हो सकते। साडे कोल कसवटी गुरु ग्रंथ साहब जी दी मौजूद है, फिर भी असी किधरे ना किधरे भुलेखा खा जाते हैं। हम मूर्ख अज्ञान ज्ञान किछ नहीं, कहते मैनू तो कुछ ज्ञान है ही नहीं। ਜਦੋਂ ਤੱਕ ਸਾਡੀ ਮਨ ਦੀ ਅਵਸਥਾ ਨਹੀਂ ਬਣੇਗੀ ਅਸੀਂ ਲੈ ਨਹੀਂ ਪਾਵਾਂਗੇ। ਸਤਿਗੁਰ ਤੇ ਸਮਝ ਪੜੀ ਮਨ ਮਾਹੀ, ਕਹਿੰਦੇ ਸਤਿਗੁਰੂ ਕੋਲੋਂ ਸਮਝ ਪੈਂਦੀ ਹੈ। ਤੇ ਸਤਿਗੁਰੂ ਤੋਂ ਅਗਰ ਮੈਨੂੰ ਰਤਾ ਮਾਤਾ ਵੀ ਕੁਝ ਸਮਝ ਹੈ ਤੇ ਉਹ ਸਮਝ ਵੀ ਮੇਰੀ ਨਹੀਂ ਹੈ, ਸਤਿਗੁਰੂ ਦੀ ਹੈ। ਸਤਿਗੁਰੂ ਦੀ ਦਾਤ ਦਿੱਤੀ ਹੋਈ ਹੈ। ਸਤਿਗੁਰ ਤੇ ਸਮਝ ਪੜੀ ਮਨ ਮਾਹੀ। ਗੁਰੂ ਅਰਜਨ ਪਾਤਸ਼ਾਹ ਵੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨਾ ਕਰਨ ਉਪਰੰਤ ਅਖੀਰ ਵਿੱਚ ਕੀ ਲਿਖਦੇ ਨੇ, तेरा कीता जातो नहीं मैनू जो कितोई। तेरा किता होया जातो नहीं, जातो नहीं तो की पाओगे, मैनू कुछ पता ही नहीं है, मैं कुछ जानता ही नहीं है। अगर मैं कुछ कर भी पाया कहंदे मैनू जो कितोई, मैनू तू जोगा बना दिता है। हे सतगुरु जी तुसी मैनू इस जोगा बना दिता है, तुसी इस भांडे विच आप ही अमृत पा दिता है, मेरे विच समर्था नहीं है। देखो अमृत गुरबाणी रूप अमृत मन विच वस जाए बड़ी वड्डी गल है, पर मन विच टिक जाए गुरु साहब वो पाण दा भी तरीका दस रहे, टिकाउन दा भी तरीका दस रहे। बाणी अमृत मन विच वसे ते असी उसी अमृत दे राही अपने मन नूं सुधारन दी थां ते उसी अमृत दा अहंकार करन लग पईए ते वो अमृत टिकेगा नहीं। किधरे ना किधरे भांडे विच मोरी हो जाएगी। उस मोरी विचों ए समझो अहंकार दी मोरी असी कर दिती ते उस अहंकार दी सुराख विचों वो अमृत किधरे ना किधरे वगना आरंभ हो जाएगा। वो किधरे ना किधरे साडे मन विच टिक नहीं पाएगा। गुरु दे बोल जिहड़े हन अमृत कमाउण दा भी तरीका दस रहे, अमृत कमा के अमृत नूं टिकाउण दा भी तरीका दस रहे। अमृत किधरे खिंडर ना जाए, अमृत संभल भी संभलिया भी रहे। करण सतगुर समझा रहे, ना मूर्ख ज्ञान ज्ञान किच नहीं, सतगुर ते समझ पड़ी मन माही। हो दयाल कृपा कर हर जियो, हे दयाल हे परमात्मा हे सतगुरु जी दयाल हो कृपा कर हर जियो। हे हरि मेरे उत्ते कृपा कर जियो अकर जड़ा आया ना ए अकर भी सत्कार लिया है हरि हरि जियो। हे हर जी मेरे उत्ते कृपा करो जी, सतगुर की सेवा लाई है, मेरे को ऐसी बख्शिश करो कि मैनू सतगुर की सेवा ला दियो, या इंज कर दियो कि मैं सतगुर की सेवा जुड़ बैठा, या इंज समझ लीए जे सतगुर की सेवा लगिया भी हाँ ते ए भी कृपा हरि दी है। सतगुर की सेवा की है, गुरु दे शब्द नू पढ़ना, गुरु दे शब्द नू सुनना, गुरु दे शब्द नू आंख विखाना, जिहड़ी पहले गुरमुख हर नाम आंख विखानी, मन बच कर्मा दे राही बयान करना, जिंदगी दे राही ओ कर्मा दे राही ओ सतगुरु दे बोलना नू कमा सकीए। गुरु दी बाणी जिहड़ी है साडे विचों दुष्कर्म जिहड़े ओ कढदी है ते शुभ कर्म नाल भरपूर करदी है। मन दे विचों अमृतमय बोल भर के जीवन नू अमृत भरपूर बना दिंदी है। इस मन दे विच ही अमृत दा कुंड बना दिंदी है, इस मन दे विच ही अमृत नाल सांझ बना दिंदी है। उस अमृत फिर अमृत पिए पनहारी जड़ा है वो अवस्था मन की बन जाती है। जी इकबाल भी जी जी। हम मूर्ख अज्ञान ज्ञान किछ नाही,
हम ਅਸੀਂ ਮੂਰਖ ਅਗਿਆਨੀ ਹੈ, ਅਣਜਾਣ ਹੈ, ਮੂਰਖ ਹਾਂ, ਕਿਉਂਕਿ ਗੁਰੂ ਤੋਂ ਟੁੱਟੇ ਹੋਏ ਹਾਂ। ਗਿਆਨ ਕਿਛ ਨਾਹੀ, ਸਾਨੂੰ ਕਿਸੇ ਵੀ ਤਰ੍ਹਾਂ ਦੀ ਸੋਝੀ ਨਹੀਂ ਹੈ, ਆਤਮਿਕ ਸੋਝੀ ਨਹੀਂ ਹੈ। ਜਿਹੜਾ ਜੀਵ ਗੁਰੂ ਤੋਂ ਟੁੱਟਿਆ ਹੋਇਆ ਹੁੰਦਾ ਹੈ ਉਹ ਆਤਮਿਕ ਤਲ ਤੇ ਕਦੇ ਵੀ ਵਿਵੇਕ ਬੁੱਧ ਵਾਲਾ ਨਹੀਂ ਬਣ ਸਕਦਾ। ਵਿਵੇਕ ਬੁੱਧ ਸਤਿਗੁਰ ਤੇ ਪਾਈ। ਹੁਣ ਜੇ ਭਾਈ ਵਿਵੇਕੀ ਬਣਨਾ ਹੈ, ਕਿਉਂਕਿ ਗਿਆਨ ਕਿਛ ਨਾਹੀ, ਜਿਹੜੇ ਅਗਿਆਨੀ ਮੂਰਖ ਹੈ, ਉਸਨੂੰ ਗਿਆਨ ਨਹੀਂ ਹੁੰਦਾ, ਕਿਉਂਕਿ ਸਤਿਗੁਰ ਤੋਂ ਵਾਂਝਾ ਹੁੰਦਾ। ਸਤਿਗੁਰ ਤੇ ਸਮਝ ਪੜੀ ਮਨ ਮਾਹੀ। ਗਿਆਨ ਦੀ ਜਿਹੜੀ ਸੋਝੀ ਹੈ, ਗੁਰ ਤੇ ਗਿਆਨ ਪਾਇਆ ਤਾਂ ਖੜਕ ਖਰਾਰਾ, ਕਿਉਂਕਿ ਸਤਿਗੁਰ ਤੋਂ ਗਿਆਨ ਦੀ ਸਮਝ ਪੈਂਦੀ ਹੈ। ਤੇ ਸਤਿਗੁਰ ਤੋਂ ਗਿਆਨ ਲੈ ਕੇ ਜੀਵ ਜਿਹੜਾ ਆਪਣੇ ਕਰਮਾਂ ਦੇ ਰਾਹੀਂ ਆਪਣੇ ਮਨ ਤੱਕ, ਮਨ ਦੇ ਤਾਲੇ ਹਿਰਦੇ ਤੱਕ ਪਹੁੰਚਾਉਂਦਾ। ਉਹ ਦਿਆਲ ਕਿਰਪਾ ਕਰ ਹਰ ਜੀਓ, ਇਹ ਕਿਰਪਾ ਦੇ ਸਾਗਰ ਸਤਿਗੁਰ ਕੀ ਸੇਵਾ ਲਾਈ ਹੈ। ਇੱਥੇ ਸਤਿਗੁਰੂ ਜੀ ਸੇਵਾ ਫਰਮਾਨ ਕਰਦੇ ਹਨ ਕਿ ਇਹ ਭਾਈ ਬਹੁਤ ਦਿਆਲ ਹੈ ਸਤਿਗੁਰੂ ਜੀ, ਇਹ ਕਿਰਪਾਲੂ ਦਿਆਲੂ ਪ੍ਰਭੂ ਜੀ ਸਾਡੇ ਜੀਵਾਂ ਤੇ ਹਮ ਮੂਰਖ, ਕਿਉਂਕਿ ਅਸੀਂ ਮੂਰਖ ਹਾਂ, ਅਗਿਆਨ ਹਾਂ, ਸਾਡੇ ਤੇ ਕਿਰਪਾ ਕਰ। ਸਤਿਗੁਰ ਕੀ ਸੇਵਾ ਲਾਈ ਹੈ, ਸਾਨੂੰ ਸਤਿਗੁਰ ਦੀ ਸੇਵਾ ਭਾਵ ਦੱਸੀ ਕੋਈ ਕਾਰ, ਗੁਰੂ ਦੇ ਸ਼ਬਦ ਨਾਲ, ਗੁਰੂ ਨਾਲ ਜੋੜਨਾ ਕਰ। ਇੱਥੇ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ, ਅਕਾਲ ਪੁਰਖ ਕਰਤੇ ਦੇ ਅੱਗੇ ਅਕਾਲ ਪੁਰਖ ਕਰਤਾ ਹੀ ਗੁਰੂ ਨਾਲ ਜੋੜਦਾ ਹੈ ਕਿ ਅਕਾਲ ਪੁਰਖ ਹੀ ਗੁਰੂ ਦੀ ਸੇਵਾ ਦੇ ਵਿੱਚ ਜੀਵ ਨੂੰ ਗੁਣਾਂ ਦੀ ਗੁਥਲੀ ਦੇ ਕੇ, ਗੁਣ ਕਹਿ ਗੁਣੀ ਸਮਾਵਣਿਆ, ਗੁਣਾਂ ਦੀ ਦਾਤ ਦੇ ਕੇ ਨਾਲ ਜੋੜਦਾ ਹੈ ਜੀ। ਧੰਨਵਾਦ ਵੀਰ ਜੀ। ਜੀ ਅਰਵਿੰਦਰ ਵੀਰ ਜੀ। ਅਸੀਂ ਆਮ ਤੌਰ ਤੇ ਦੇਖੀ ਨਾ, ਦੇਖੋ ਸੰਸਾਰ ਵਿੱਚ ਕਿੰਨੀਆਂ ਲਾਇਬ੍ਰੇਰੀਆਂ ਭਰੀਆਂ ਨੇ, ਕਿਤਾਬਾਂ ਤੇ ਕਿਤਾਬਾਂ, ਪਤਾ ਨਹੀਂ ਕਿਤਨੇ ਬੋਲ, ਬੰਦਾ ਸ਼ਾਇਦ ਗਿਣਤੀ ਨਾ ਕਰ ਸਕੇ, ਇਤਨੇ ਬੋਲ ਲਿਖੇ ਗਏ ਹੋਏ ਨੇ। ਅਸੀਂ ਫਿਰ ਇਹਨਾਂ ਬੋਲਾਂ ਨੂੰ ਅਸੀਂ ਨਮਸਕਾਰ ਕਿਉਂ ਕਰਨੇ ਆ, ਅਸੀਂ ਕਿਉਂ ਮੱਥਾ ਟੇਕਨੇ ਆ? ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਸੀਂ ਕਿਉਂ ਕਹਿੰਦੇ ਕਿ ਨਹੀਂ ਵੀ ਇਹਦੇ ਸਿਧਾਂਤ ਅੰਦਰ ਬਿਲਕੁਲ ਹੇਰਾਫੇਰੀ ਨਹੀਂ ਹੋਣੀ ਚਾਹੀਦੀ, ਇਹ ਬਿਲਕੁਲ ਸਾਂਭ ਕੇ ਰੱਖਿਆ ਜਾਣਾ ਚਾਹੀਦਾ ਹੈ। ਇਹ ਬੋਲ ਇਤਨੇ ਕੀਮਤੀ ਕਿਉਂ ਨੇ? ਕਿਉਂਕਿ ਇਹਨਾਂ ਬੋਲਾਂ ਕੋਲੋਂ ਸਿੱਖ ਕੇ ਤੇ ਸਾਡੀ ਬੋਲੀ ਨੇ ਐਸਾ ਹੋਣਾ ਹੈ। ਅਸੀਂ ਜੋ ਚਾਲ ਗੁਰੂ ਚਲਾਉਂਦਾ ਪਿਆ ਨਾ, ਜਿਸ ਚਾਲ ਦੇ ਨਾਲ ਗੁਰੂ ਸਾਹਿਬ ਪਹਿਲਾਂ ਬਿਲਕੁਲ ਸਪਸ਼ਟ ਕਰ ਕਹਿੰਦੇ ਵੀ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ। ਜੇ ਭਗਤਾਂ ਦੀ ਜਿਹੜੀ ਬਾਣੀ ਹੋਏਗੀ ਨਾ, ਉਹਦੇ ਵਿੱਚ ਆਤਮਿਕ ਮੌਤ ਲੈ ਕੇ ਆਉਣ ਵਾਲੇ ਸ਼ਬਦ ਨਹੀਂ ਹੋਣਗੇ। ਅਸੀਂ ਬਾਣੀ ਪੜ੍ਹਨੇ ਆ ਨਾ, ਵੀ ਜਿਨ੍ਹਾਂ ਦੀ ਬਾਣੀ ਅਸੀਂ ਕਈ ਵਾਰ ਫਿਰ ਵੀ ਗੱਲ ਕਰਨੇ, ਕਿਉਂਕਿ ਇੱਥੇ ਕਹਿੰਦੇ ਨੇ ਹਮ ਮੂਰਖ ਅਗਿਆਨ, ਗਿਆਨ ਕਿਛ ਨਾਹੀ, ਸਤਿਗੁਰ ਤੇ ਸਮਝ ਪੜੀ ਮਨ ਮਾਹੀ। ਆਪਣੇ ਆਪ ਨੂੰ ਗੁਰੂ ਕਿਤੇ ਢੁਕਾ ਕੇ ਗੱਲ ਪੇ ਕਰਦੇ ਨੇ। ਜੋ ਇਹ ਬੋਲ ਇਹ ਅਸੀਂ ਸਿੱਖਨੇ ਸੀ, ਅਸੀਂ ਗੁਰੂ ਕੋਲ ਆਨੇ ਇਹਦੇ ਵਾਸਤੇ ਆ, ਇਹਨਾਂ ਬੋਲਾਂ ਨੂੰ ਨਮਸਕਾਰ ਇਹਦੇ ਵਾਸਤੇ ਕਰਨੇ ਪਿਆ। ਅਸੀਂ ਵੀ ਸਾਡੀ ਬੋਲੀ ਵਿੱਚ ਐਸਾ ਸਿੱਖ ਪਾਉਂਦੇ। ਅਸੀਂ ਜਦੋਂ ਗੱਲ ਕਰਦੇ ਆ ਨਾ, ਸਾਡੇ ਵਿੱਚ ਇਤਨੀ ਨਮਰਤਾ, ਇਤਨੀ ਹਲੇਮੀ ਸਾਡੇ ਵਿੱਚ ਵੀ। ਉਹ ਕਹਿੰਦੇ ਵੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾਂ, ਨ ਸਾਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ पूछता, गुर सतगुर संग कीरे हम थापे। जे मैं मेरी अपनी हालत होनी की होनी चाहिए, हम रुलते फिरते। गुरु ए बोल इतने कीमती है ही ਇਹਦੇ ਵਾਸਤੇ, ਉਹ ਸਾਨੂੰ ਸਾਡੀ ਜਿਹੜੀ ਗੱਲ ਹੈ ਨਾ ਵੀ ਉਹ ਹਮ ਕੀਆ ਹਮ ਕਰਾਂਗੇ ਵਾਲਾ ਹਾਲ ਸਾਡੀ। ਅਸੀਂ ਗੁਰੂ ਕੋਲ ਇਹ ਕੀਮਤੀ ਬਚਨ ਬਾਰ-ਬਾਰ ਸੁਣਨੇ, ਪੜ੍ਹਨੇ, ਵਿਚਾਰਨੇ। ਉਹ ਕਹਿੰਦੇ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੇ ਮਾਰਗ ਪੰਥਾ, ਹਮ ਅੰਧਰੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੇ ਮਿਲਨ ਥਾ। ਗੁਰੂ ਦੀ ਜਿਹੜੀ ਚਾਲ ਕਹਿੰਦੇ ਵੀ ਮੂਰਖ, ਮੁਗਧ, ਅਗਿਆਨ, ਅਵਿਚਾਰੀ, ਕਹਿੰਦੇ ਨਾਮ ਤੇਰੇ ਕੀ ਆਸ ਮਨ ਤਾਰੀ। ਇਹ ਗੁਰੂ ਦੇ ਕੀਮਤੀ ਬੋਲ ਨੇ। ਕੀਮਤੀ ਇਹਦੇ ਵਾਸਤੇ ਨੇ ਕਿਉਂਕਿ ਇਹਦੇ ਨਾਲ ਹੀ ਜੇ ਤੇਰੇ ਅੰਦਰ ਅੰਮ੍ਰਿਤ, ਤੇਰੇ ਅੰਦਰ ਉਹ ਕਹਿ ਲੋ ਵੀ ਉਹ ਤੂੰ ਆਤਮਕ ਤੌਰ ਤੇ ਨਾ ਮਰ ਜਾਏ, ਜੇ ਤੇਰੇ ਅੰਦਰ ਇਹ ਨਾਮ ਦੀ ਦਾਤ ਤੂੰ ਸਿੰਚਣਾ ਚਾਹਨਾ, ਇਹਨਾਂ ਬੋਲਣਾ ਤੇਰੇ ਕਹਿੰਦੇ ਨੇ ਗੁਰਬਾਣੀ ਹਰ ਨਾਮ ਸਮਾਇਆ। ਇਹ ਗੁਰੂ ਦੀ ਬਾਣੀ ਵਿੱਚ ਇਹ ਨਾਮ ਦੀ ਦਾਤ ਪਈ ਹੋਈ ਹੈ। ਇਹਨਾਂ ਬੋਲਾਂ ਨੂੰ ਪੜ੍ਹ, ਸੁਣ, ਵੇਖ, ਇਹ ਕਿਸ ਤਰੀਕੇ ਦੇ ਨਾਲ ਬੋਲਦੇ ਪਏ ਨੇ।
ਇਹਨਾਂ ਨੂੰ ਕੇਵਲ ਮੱਥਾ ਨਾ ਟੇਕੀ ਜਾਏ। ਇਹਨੂੰ ਮੱਥਾ ਟੇਕਣ ਦਾ ਕਾਰਨ ਕੀ ਹੈ ਕਿ ਮੇਰੀ ਬੋਲੀ ਵੀ ਐਸੀ ਹੋ ਜਾਵੇ ਵੀ ਉਹ ਕਹਿੰਦੇ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਤੇਰੀ ਬਾਣੀ ਵੀ ਜਿਸ ਤਰ੍ਹਾਂ ਇਹ ਅੰਮ੍ਰਿਤਮਈ ਬੋਲ ਨੇ ਨਾ, ਕਿਸੇ ਨੂੰ ਆਤਮਿਕ ਮੌਤ ਮਰਨ ਤੋਂ ਬਚਾ ਲੈਣ ਵਾਲੇ। ਉਹ ਕਹਿੰਦੇ ਵੀ ਗੁਰਮੁਖ ਹਰ ਨਾਮ ਆਖ ਵਖਾਣੇ, ਜਿਹੜੇ ਗੁਰਮੁਖ ਬਣ ਜਾਂਦੇ ਨੇ ਨਾ, ਫਿਰ ਉਹ ਆਪਣੀ ਵਡਿਆਈ ਨਹੀਂ ਕਰਵਾਉਂਦੇ, ਉਹ ਪਰਮਾਤਮਾ ਦਾ ਨਾਮ ਜਿੱਥੇ ਕਹਿੰਦੇ ਨੇ ਨਾ, ਉਹ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ। ਸੰਗਤ ਹੈ ਹੀ ਉਹ ਜਿੱਥੇ ਕੇਵਲ ਨਾਮ ਦੀ ਗੱਲ ਚਲਦੀ ਹੋਵੇ। ਕਹਿੰਦੇ ਵੀ ਹਮ ਮੂਰਖ ਅਗਿਆਨ ਗਿਆਨ ਕਿਛ ਨਾਹੀ, ਸਤਿਗੁਰ ਤੇ ਸਮਝ ਪੜੀ ਮਨ ਮਾਹੀ। ਕੋਈ ਦਾਵਾ ਨਹੀਂ ਕੀਤਾ ਜਾ ਰਿਹਾ ਕਿ ਮੈਂ ਬੜਾ ਸਿਆਣਾ, ਮੈਂ ਬੜਾ ਚਤਰਾ, ਨਹੀਂ। ਗੁਰੂ ਨੂੰ ਪਹਿਲ ਦੇ ਕੇ ਕੀਤੀ ਜਾ ਰਹੀ ਹੈ। ਗੁਰੂ ਦੀ ਅਗਵਾਈ ਨਾਲ ਵੀ ਉਹ ਕਹਿੰਦੇ ਗੁਰ ਸਮਝਾਵੇ ਸੋਜੀ ਹੋਏ। ਮਤਾ ਕੋਈ ਬੰਦਾ ਸਮਝੇ ਕਿ ਮੈਂ ਆਪਣੇ ਆਪ ਨਾਲ ਜਿਹੜਾ ਨਾ ਮੈਂ ਸਮਝ ਪਾ ਲਵਾਂਗਾ, ਨਹੀਂ। ਕਹਿੰਦਾ ਗੁਰੂ ਸਮਝਾਇਆ। ਕਹਿੰਦਾ ਅਸੀਂ ਵਿਸ਼ਕਾਰੀ ਸ਼ਬਦ ਕਈ ਵਾਰ ਕੋਟ ਕਰਨਾ, ਕਹਿੰਦਾ ਗੁਰੂ ਬਿਨ ਕਿਨ ਸਮਝਾਈਏ, ਮਨ ਰਾਜਾ ਸੁਲਤਾਨ। ਮਨ ਨੂੰ ਗੁਰੂ ਤੋਂ ਬਿਨਾ ਹੋਰ ਕੋਈ ਸਮਝਾ ਨਹੀਂ ਸਕਦਾ। ਇੱਕ ਹੋਰ ਸ਼ਬਦ ਕਹਿੰਦੇ ਧੁਰ ਖਸਮੇ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨਾ ਜਾਏ। ਉਹਨਾਂ ਮਾਲਕ ਦਾ ਹੁਕਮ ਹੀ ਐਸਾ ਹੈ ਕਿ ਗੁਰੂ ਤੋਂ ਬਿਨਾ ਤੁਸੀਂ ਰੱਬ ਨੂੰ ਯਾਦ ਨਹੀਂ ਕਰ ਪਾਓਗੇ। ਇਹ ਧੁਰ ਖਸਮੇ ਕਾ ਹੁਕਮ ਪਿਆ। ਹੁਣ ਮਾਲਕ ਨੇ ਖੇਡ ਹੀ ਐਸੀ ਬਣਾ ਦਿੱਤੀ। ਕਹਿੰਦੇ ਧੁਰ ਖਸਮੇ ਕਾ ਹੁਕਮ ਪਿਆ, ਵਿਣ ਸਤਿਗੁਰ ਚੇਤਿਆ ਨਾ। ਉਹ ਕਹਿੰਦੇ ਜੇ ਗੁਰੂ ਮਿਲ ਜਾਏਗਾ ਨਾ, ਕਹਿੰਦੇ ਸਤਿਗੁਰ ਮਿਲਿਆ ਅੰਤਰ ਰਵ ਰਿਹਾ, ਸਦਾ ਰਿਹਾ ਲਿਵ ਲਾਏ। ਜੇ ਗੁਰੂ ਮਿਲ ਪਿਆ ਫਿਰ ਉਹ ਪਰਮਾਤਮਾ ਨੇ ਮਨੋਂ ਤੇਰੇ ਚ ਆ ਕੇ ਟਿਕ ਹੀ ਜਾਣਾ ਹੈ, ਤੇਰੀ ਲਿਵ ਕੌਨਸਟੈਂਟਲੀ ਜੁੜੀ ਰਹੇਗੀ। ਕਹਿੰਦੇ ਸਤਿਗੁਰੂ ਤੇ ਸਮਝ ਪੜੀ ਮਨ ਮਾਹੀ। ਫਿਰ ਅੱਗੇ ਬੇਨਤੀ ਕਰਦੇ ਪਏ ਨੇ ਵੀ ਹੋ ਦਿਆਲ, ਕਿਉਂਕਿ ਗੁਰੂ ਦੇ ਮਿਲਾਪ ਤੋਂ ਬਿਨਾਂ ਪੋਸੀਬਲ ਨਹੀਂ। ਵੀ ਗੁਰੂ ਕੋਲੋਂ ਹੀ ਸਮਝ ਪੈਣੀ ਸੀ। ਫਿਰ ਪਰਮਾਤਮਾ ਨੂੰ ਬੇਨਤੀ, ਜੋਦੜੀ, ਅਰਦਾਸ ਵੀ ਮੈਨੂੰ ਗੁਰੂ ਮਿਲਾ ਦੇ। ਉਹ ਕਹਿੰਦੇ ਵੀ ਹੋ ਦਿਆਲ ਕਿਰਪਾ ਕਰ ਹਰ ਜੀਓ, ਸਤਿਗੁਰ ਕੀ ਸੇਵਾ ਲਾਈ ਹੈ। ਮੇਰੀ ਕੱਲ ਅਸੀਂ ਸ਼ਾਮ ਨੂੰ ਇਕਬਾਲ ਜੀ ਨਾਲ ਗੱਲ ਕਰਦੇ ਪਏ ਸੀ। ਇੱਕ ਚੱਕਰ ਨਾਲ ਦੇਖ ਲਓ ਵੀ ਕੁਝ ਐਸੇ ਸ਼ਬਦ ਨੇ। ਇੱਕ ਹੁਣ ਕਹਿੰਦੇ ਵੀ ਹੋ ਦਿਆਲ ਸਤਿਗੁਰੂ ਮੇਲ ਤੂੰ ਮੋਕੋ। ਰੱਬ ਦੇ ਅੱਗੇ ਕੀ ਬੇਨਤੀ ਕੀਤੀ ਜਾ ਰਹੀ ਹੈ ਵੀ ਹੋ ਦਿਆਲ ਸਤਿਗੁਰੂ ਮੇਲ ਤੂੰ ਮੋਕੋ, ਪਾਰ ਉਤਾਰੇ ਕੇਸਵਾ। ਮੇਰੇ ਤੇ ਬੇਨਤੀ ਕਰ, ਮੇਰੇ ਤੇ ਕਿਰਪਾ ਕਰ, ਮੈਨੂੰ ਗੁਰੂ ਮਿਲਾ ਦੇ। ਕਹਿੰਦੇ ਵੀ ਉਹ ਜਿਹੜਾ ਹਰ ਹਰ ਸਤ ਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ। ਹਰੀ ਹਰੀ ਨੂੰ ਕਿਹਾ ਜਾ ਰਿਹਾ ਹੈ ਮੈਨੂੰ ਕਿਰਪਾ ਕਰਕੇ ਗੁਰੂ ਮਿਲਾ। ਔਰ ਸਾਈਕਲ ਐਸੀ ਹੈ ਨਾ, ਕਹਿੰਦੇ ਗੁਰ ਮਿਲਿਆ ਹਰ ਮੇਲਾ ਹੋਈ। ਜਿਹਨੂੰ ਗੁਰੂ ਮਿਲ ਜਾਏਗਾ ਉਹਨੂੰ ਰੱਬ ਮਿਲ ਜਾਏਗਾ। ਗੁਰੂ ਪਕੜਾਏ ਹਰ ਕੇ ਚਰਨਾ। ਇਹ ਸਾਈਕਲ ਕੰਪਲੀਟ ਹੋਣੀ ਪਏਗੀ। ਅਸੀਂ ਕੱਲ ਗੱਲ ਕਰਦੇ ਪਏ ਸੀ, ਬੜੀ ਅੱਛੀ ਗੱਲ ਨਿਕਲ ਕੇ ਆਈ ਵੀ ਉਹ ਜਿਹੜਾ ਕਹਿੰਦਾ ਵੀ ਜਿਹਨੇ ਧਰਮਖੰਡ ਵਿੱਚ ਪ੍ਰਵੇਸ਼ ਕਰਨਾ ਹੈ ਉਹਨੂੰ ਫਿਰ ਗੁਰੂ ਗਿਆ ਪਹਿਲਾਂ ਧਰਮਖੰਡ ਵਿੱਚ ਪ੍ਰਵੇਸ਼ ਨੂੰ ਕਰਨਾ ਪਏਗਾ। ਉਸ ਤੋਂ ਅੱਗੇ ਫਿਰ ਗਿਆਨ ਖੰਡ ਜਿਹੜਾ ਨਾ ਤੇਰੇ ਜੀਵਨ ਵਿੱਚ ਉਹ ਰੱਬ ਕਿਰਪਾ ਕਰਕੇ ਤੇਰਾ ਗੁਰੂ ਦੇ ਨਾਲ ਮਿਲਾਪ ਕਰਾਏਗਾ। ਅਸੀਂ ਕੱਲ ਗੱਲ ਕਰਦੇ ਪਏ ਸੀ, ਬੜੀ ਅੱਛੀ ਗੱਲ। ਉਹ ਕਹਿੰਦੇ ਵੀ ਜਿਹੜਾ ਧਰਮ ਹੈ ਨਾ, ਉਹ ਧਰਮ ਕੀ ਹੈ? ਕਹਿੰਦਾ ਧੌਲ ਧਰਮ ਦਇਆ ਕਾ ਪੂਤ। ਜਦੋਂ ਤੇਰੇ ਮਨ ਵਿੱਚ ਰੱਬ ਤੋਂ ਵਿਛੋੜੇ ਦਾ ਅਹਿਸਾਸ, ਜਦੋਂ ਤੇਰੇ ਮਨ ਵਿੱਚ ਮੈਂ ਚੰਗੇ ਪਾਸੇ ਤੁਰਨਾ ਚਾਹੁੰਦਾ, ਤੇਰੇ ਮਨ ਜਦੋਂ ਦਇਆ ਪੈਦਾ ਹੋ ਜਾਏਗੀ ਨਾ, ਉੱਥੇ ਫਿਰ ਜਿਹੜਾ ਧਰਮ ਹੈ ਨਾ, ਧਰਮ ਰੂਪੀ ਧੌਲ, ਉਹ ਦਇਆ ਦਾ ਪੁੱਤਰ ਹੈ। ਤੂੰ ਇੱਕ ਵਾਰ ਹਿਆ ਕਰ ਲੈ ਕਿ ਤੇਰੇ ਮਨ ਵਿੱਚ ਜੇ ਇਹ ਰੱਬ ਤੋਂ ਵਿਛੋੜੇ ਦਾ ਅਹਿਸਾਸ ਹੋ ਗਿਆ ਨਾ, ਫਿਰ ਤੂੰ ਜਦੋਂ ਗੁਰੂ ਵਾਲੇ ਪਾਸੇ ਤੁਰਨਾ ਸ਼ੁਰੂ ਹੋ ਗਿਆ, ਫਿਰ ਰੱਬ ਨੇ ਕਿਰਪਾ ਕਰਕੇ ਤੈਨੂੰ ਗੁਰੂ ਮਿਲਾ ਦੇਣਾ ਹੈ। ਗੁਰੂ ਨੇ ਤੈਨੂੰ ਸਹੀ ਜੀਵਨ ਜਾਚ ਦੇ ਦੇਣੀ। ਮਨ ਦੀ ਜਾਚਨਾ ਹੈ ਨਾ ਵੀ ਇਹਦੇ ਕਈਆਂ ਦੀ ਹੈ ਕਿ ਮੈਂ ਰੱਬ ਨੂੰ ਮਿਲਣਾ ਚਾਹੁੰਦਾ ਵਾਂ, ਲੇਕਿਨ ਗੁਰੂ ਤੋਂ ਬਿਨਾਂ ਰੱਬ ਦਾ ਜਿਹੜਾ ਦਰਵਾਜ਼ਾ ਹੈ ਨਾ, ਉਹ ਗੁਰੂ ਤੋਂ ਬਿਨਾਂ ਉਹ ਕਿਸੇ ਨੂੰ ਮਿਲ ਨਹੀਂ ਸਕਦਾ। ਤੇ ਇਟ ਇਜ਼ ਅ ਸਾਈਕਲ ਕਿ ਬੰਦਾ ਕਹੇ ਕਿ ਵੀ ਪਹਿਲਾਂ ਉਹ ਰੱਬ ਨੂੰ ਬੇਨਤੀ ਕਿ ਮੈਨੂੰ ਗੁਰੂ ਮਿਲਾ, ਫਿਰ ਗੁਰੂ ਦੇ ਅੱਗੇ ਅਰਦਾਸ ਕਿ ਤੂੰ ਮੈਨੂੰ ਹੁਣ ਜਿਹੜਾ ਹੈ ਨਾ, ਮੈਨੂੰ ਹੁਣ ਰੱਬ ਦੇ ਨਾਲ ਮਿਲਾ। ਹੋ ਦਿਆਲ ਕਿਰਪਾ ਕਰੋ ਹਰ ਜੀਓ। ਕਹਿੰਦਾ ਸਤਿਗੁਰ ਕੀ ਸੇਵਾ, ਮੈਨੂੰ ਗੁਰੂ ਦੀ ਸੇਵਾ ਵਿੱਚ ਲਗਾ ਦਿਓ, ਮੈਨੂੰ ਤੂੰ ਗੁਰੂ ਮਿਲਾ ਦੇ। ਕੋਈ ਗੁਰੂ ਜਦ ਤੱਕ ਨਹੀਂ ਮਿਲੇਗਾ ਨਾ, ਉਹ ਰੱਬ ਦੀ ਸੋਝੀ ਜਿਹੜੀ ਹੈ ਨਾ, ਉਹ ਕਹਿੰਦੇ ਸਤਿਗੁਰ ਤੇ ਸਮਝ ਪੜੀ ਮਨ ਮਾਹੀ। ਰੱਬ ਹਸਤੀ ਕੀ ਹੈ, ਅਸੀਂ ਕਿਹਨੂੰ ਰੱਬ, ਉਹ ਕਹਿੰਦੇ ਨਾ ਕਬੀਰ ਪਾਹਨ ਪਰਮੇਸ਼ਰ ਕੀਆ ਪੂਜਾ ਸਭ ਸੰਸਾਰ। ਬੰਦੇ ਦੇ ਪੱਥਰ ਨੂੰ ਵੀ ਰੱਬ ਸਮਝ ਕੇ ਪੁੱਜੀ ਜਾਂਦੇ ਪਏ ਨੇ। ਰੱਬ ਦੀ ਸਮਰੱਥਾ ਕੀ ਹੈ? ਰੱਬ ਉਹ ਕਹਿੰਦਾ ਇਸ ਪਾਣੀ ਤੇ ਜਿਨ ਤੂੰ ਕੀਆ, ਮਾਟੀ ਕਾਲੇ ਦਿਹਰਾ ਕਰਿਆ। ਰੱਬ ਦੀ ਸਮਰੱਥਾ ਕੀ ਹੈ?
ਰੱਬ ਦੀ ਬਣਾਈ ਸ੍ਰਿਸ਼ਟੀ ਦਾ ਹੀ ਅੰਤ ਕੋਈ ਨਹੀਂ। ਕਹਿੰਦੇ ਇਹ ਸਾਰੀ ਸੋਚ ਜਾਂਦਾ ਵੀ ਕਹਿੰਦੇ ਵੀ ਰੱਬ ਅੱਗੇ ਬੇਨਤੀ ਕੀਤੀ ਜਾ ਰਹੀ ਵੀ ਮੈਨੂੰ ਗੁਰੂ ਮਿਲਾ ਦੇ ਤੇ ਵੀ ਉਹ ਮੈਨੂੰ ਗੁਰੂ ਦੀ ਸੇਵਾ ਵਿੱਚ ਜਿਹੜਾ ਹੁਣ ਤੂੰ ਲਗਾ। ਹਾਂਜੀ धन्यवाद वीर जी। आप जी ने कई बड़ी गल्लां दा जिक्र करके आप जी बहुत खूबसूरती नाल समझाना कर दो। धन्यवाद आप जी दा। जी भूआ जी। हम मूर्ख अज्ञान ज्ञान किछ नाही, सतगुर ते समझ परी मन माही। ये हम है कि हम नहीं चंगे ते बुरा नहीं कोई। हम इज द ईगो, हौमे। कोई भी बुरा नहीं है, खाली वो एक जरा हौमे है ना, मैं वो जरा मन वो चंगा नहीं है। ते हम इत्थे है, इस इज द ईगो, हौमे। वो हौमे की वो मूर्ख है, अज्ञानता है। क्यों? तू ज्ञान तो वांझा रह गया, उसने गुरु का ज्ञान नहीं लेता, इस करके हौमे विच नच रहा है, मूर्ख है, अज्ञान विच है, भटक रहा है, भरमा भुलेखियां विच फसिया होया है। पर जदों इस मन नूं सतगुर तो उस एक तो ज्ञान हो जाता है, प्राप्त कर लेंदा है, नाम की सोझी पा लेता है, हुक्म नूं समझ लेता और अपने मन दे विच आके टिका लेंदा है, यही फिर उसकी कृपा है। क्योंकि वो हम तो निकल के किथे आ गया उस सतगुर दे ज्ञान दे विच, हुण वो मन भिज गया, यही उसकी कृपा है, यही उसकी दया है। और इसी दया कृपा दे करके वो जरा मिला मन है जिसने सतगुरु का ज्ञान कंसेप्ट नाम भिज गया है, फिर वो सेवा लग जाता है। सेवा किंज लगता है? उस एक दी मन उदा पूरी सृष्टि अंदर उदी सारियां इंद्रियां उस एक दे गुणा दे नाल, उसदी बाणी, उसदे सिक्ख्या दे नाल पूरी तरह ट्यून्ड हो जाता है और उस दे बराबर अपना जीवन बिताना शुरू करता है। इज एवरी thoughts, words and actions are in tuned। हाँ जी। वो फिर सतगुरु दे बख्शे ज्ञान मुताबिक जीवन व्यतीत करन लग पैंदा। धन्यवाद भूआ जी। तजिंदर वीर जी, मेरे कल भुपिंदर पाल वीर जी ने ज्वाइन किया है, उन्होंने दी ऑडियो ऑन करिया जे, अगर वो कोई शब्द दी सांझ पाना चाहन। ਵੀਰ ਜੀ ਔਨ ਹੈ ਉਹਨਾਂ ਦੀ ਆਡੀਓ ਭੁਪਿੰਦਰਪਾਲ ਵੀਰ ਤਜਿੰਦਰ ਜੀ ਜੀ। ਦੀ, ਔਰ ਭੁਪਿੰਦਰ ਵੀਰ ਜੀ ਵੀ ਆ ਗਏ ਨੇ ਸਾਡੇ ਵਿੱਚ। ਭੁਪਿੰਦਰਪਾਲ ਵੀਰ ਜੀ ਆਪ ਜੀ ਨੂੰ ਆਪਣੀ ਆਡੀਓ खुद ऑन करनी है। भुपिंदर जी ने भी ज्वाइन किया। भुपिंदर पाल वीर जी, आप जी ने मेरे ख्याल पहले भुपिंदर पाल सिंह जी ने ज्वाइन किया। बुजुर्ग वीर जी, अगर आप जी एक मिनट सांझ पाना चाहो तो प्लीज आप जी अपनी ऑडियो ऑन करके। जी वीर जी। हाँ जी ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ। फतेह वीर जी। ਵੀਰ ਜੀ ਇੱਕ ਤਾਂ ਮੇਰਾ ਨੰਬਰ ਤੁਸੀਂ ਐਡ ਕਰ ਦਿਓ, ਡਾਇਰੈਕਟ ਮੈਨੂੰ ਇੱਕ ਇੰਟੀਮੇਸ਼ਨ ਮਿਲ ਜਾਏ ਕਿ ਕਿਦਨ ਕੀ ਪ੍ਰੋਗਰਾਮ ਹੈਗਾ ਨੇ ਸਵੇਰੇ। जी वीर जी, आप जी अपना नंबर आप शेयर जी कर ने दीजिए, बहुत अच्छा कर दीजिए समझाना चैट कर रहे बॉक्स हो। ਵਿੱਚ। ਵੀਰ ਭੁਪਿੰਦਰ ਸਿੰਘ ਜੀ ਨੂੰ ਵੀ ਰੈਗੂਲਰ ਸੁਣਦੇ ਰਹਿੰਦੇ ਹਾਂ ਅਸੀਂ, ਔਰ ਲਿਵਿੰਗ ਟ੍ਰੀਅਰ ਦੇ ਵਿੱਚ ਜਿਹੜੀਆਂ ਕਲਾਸਾਂ ਨੇ, ਔਰ ਇਵਨ ਵੀ ਆਰ ਡੂਇੰਗ ਕਲਾਸਿਸ ਇਨ ਫਰੀਦਾਬਾਦ ਆਲਸੋ। जी दैट इज ਬਟ वेरी ਲਾਕਡਾਊਨ ਦੇ नाइस। ਕਾਰਨ ਕੁਝ 3 ਮਹੀਨੇ ਤੋਂ ਨਹੀਂ ਚੱਲ ਰਹੀਆਂ। ਸੋ ਇਹ ਬਹੁਤ ਅੱਛਾ ਉਪਰਾਲਾ ਹੈ ਆਪ ਜੀ ਦਾ ਔਰ ਭੂਆ ਜੀ ਦਾ ਕਿ ਸਾਰੇ ਜਾਣੇ ਰਲ ਕੇ ਅਸੀਂ ਗੁਰਬਾਣੀ ਵਿਚਾਰ ਆਨਲਾਈਨ ਕਰਦੇ ਹਾਂ, ਔਰ ਇਹਨੂੰ ਕੰਟੀਨਿਊਟੀ ਹੀ ਰੱਖਿਆ ਜਾਵੇ। ਔਰ ਪਿੱਛੇ ਤੇ ਸਮਝਾਉਣ ਦਾ ਵੀਰ ਭੁਪਿੰਦਰ ਸਿੰਘ ਜੀ ਦਾ ਵੀ ਹੈ, ਉਹ ਵੀ ਸੇਮ ਆਨਲਾਈਨ ਹੈ। ਸੋ ਮੈਂ ਚਾਹੁੰਦਾ ਕਿ ਇਹਨੂੰ ਗੁਰਬਾਣੀ ਨੂੰ ਹੋਰ ਵੱਧ ਤੋਂ ਵੱਧ ਲੋਕਾਂ ਦੇ ਅੰਦਰ ਵਿਚਾਰਿਆ ਜਾਵੇ ਔਰ ਜੋੜਿਆ ਜਾਵੇ ਸਾਰਿਆਂ ਨੂੰ। ਬਸ ਮੇਰੀ ਇੰਨੀ ਹੀ ਬੇਨਤੀ ਹੈ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੁਪਿੰਦਰ ਵੀਰ ਜੀ ਪਿਛਲੇ ਇੱਕ ਹਫ਼ਤੇ ਤੋਂ ਦਿੱਲੀ ਨਹੀਂ ਸਨ, ਕਿਧਰੇ ਬਾਹਰ ਗਏ ਹੋਏ ਸਨ, ਤੇ ਅੱਜ ਉਹਨਾਂ ਨੇ ਰੀਜੁਆਇਨ ਕੀਤਾ। ਮੈਂ ਜੀ ਆਇਆਂ ਨੂੰ ਕਹਿੰਦਾ ਉਹਨਾਂ ਨੂੰ। ਤੇ ਵੀਰ ਜੀ ਆਪ ਜੀ ਵਿਚਾਰਾਂ ਦੀ ਸਾਂਝ ਪਾਇਆ ਜੇ। भूपिंदर ਵੀਰ ਜੀ ਆਵਾਜ਼ ਨਹੀਂ ਆ ਰਹੀ ਆਪ ਜੀ ਦੀ। ਜਿੰਦਰ ਵੀਰ ਜੀ ਚੈੱਕ ਕਰਿਆ ਜੇ। ਨਹੀਂ ਔਨ ਹੈ ਉਹਨਾਂ ਦੀ ਆਡੀਓ ਵੀਡੀਓ, ਆਵਾਜ਼ ਨਹੀਂ ਆ ਰਹੀ। जी भूपिंदर ਵੀਰ ਜੀ।
ਵੀਰ ਜੀ ਮੈਨੂੰ ਲੱਗਦਾ ਹੈ ਆਪਦੇ ਨੈਟਵਰਕ ਵਿੱਚ ਇਸ਼ੂ ਹੈ, ਇੱਕ ਵਾਰੀ ਆਪ ਲੀਵ ਕਰਕੇ ਦੁਬਾਰਾ ਰੀਜੁਆਇਨ ਕਰਿਓ ਵੀਰ ਜੀ। ਦੋ ਪਦਿਆਂ ਦੀ ਵਿਚਾਰ ਹੋਈਆਂ ਨੇ ਵੀਰ ਜੀ, ਆਪ ਜੀ ਤੇ ਲੱਗਦਾ ਹੈ ਨੈਟਵਰਕ ਵਿੱਚ ਇਸ਼ੂ ਹੈ, ਆਪ ਜੀ ਦੀ ਆਵਾਜ਼ और वीडियो दोनों नहीं आ रही। भूपेंद्र ਵੀਰ ਜੀ ਇੱਕ ਵਾਰੀ आप जी लीव शायद करके दोबारा भूपेंद्र वीर रीजॉइन जी करें। ਸਤਬੀਰ ਵੀਰ ਜੀ ਅੱਜ ਅਸੀਂ ਸਵਾਲ ਜਵਾਬ ਨਹੀਂ ਰੱਖਦੇ, ਤਿੰਨ शायद ਪਦਿਆਂ ਦੀ भूपेंद्र ਵਿਚਾਰ वीर ਕਰ जी ਲੈਂਦੇ ਦੀ ਹਾਂ। नेट ਦੀ प्रॉब्लम है। ਤੁਸੀਂ ਇੱਕ ਪਦੇ ਦੀ ਹੋਰ ਵਿਚਾਰ ਕਰ ਲਓ ਵੀਰ ਜੀ। समा हो गया मेरे ख्याल 9:15 हो गया, सवाल जवाब ले लिए या क्योंकि भूपेंद्र वीर जी ज्वाइन करनगे फिर ਉਹਨਾਂ ਦੇ ਕੋਲੋਂ ਵੀ ਅਸੀਂ ਵਿਚਾਰ ਲੈ ਸਕਦੇ ਹਾਂ। ਠੀਕ ਹੈ ਵੀਰ ਜੀ। ਤੇ ਹਰਵਿੰਦਰ ਵੀਰ ਜੀ ਆਪ ਜੀ ਦੋ ਪਦਿਆਂ ਦੇ ਪਾਠ ਹੋਏ, ਆਪ ਜੀ ਗਾਇਨ ਕਰ ਲਿਆ ਜੇ, ਫਿਰ ਸਵਾਲ ਜਵਾਬ ਅਸੀਂ ਆਰੰਭ ਕਰ ਦਿੰਦੇ ਹਾਂ। ਇਨ ਬਿਟਵੀਨ ਭੁਪਿੰਦਰ ਵੀਰ ਜੀ ਜੁਆਇਨ ਕਰਨਗੇ ਤੇ ਉਹਨਾਂ ਦੇ ਕੋਲੋਂ ਅਸੀਂ ਵਿਚਾਰ ਲੈ ਲੈਂਦੇ ਹਾਂ। ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਗੁਰਮੁਖ ਹਰਿ ਨਾਮ ਆਖ ਵਖਾਣੀ, ਹਰ ਹਰ ਕਰਤ ਸਦਾ ਮਨ ਬਿਗਸੈ, ਹਰ ਚਰਣੀ मन लाई है। हम मूरख अज्ञान ज्ञान किछ नाही, सतगुर ते समझ पड़ी मन माही, ओह दयाल कृपा कर हर जियो, सतगुर की सेवा लाई है। वाहिगुरु जी का खालसा, वाहिगुरु जी फतेह जी जी आ गई आवाज? जी भूपिंदर जी ने आ गई ज्वाइन जी, किया आ है। गई। जी हुण आ रही है वीर जी आवाज? हाँ जी, ਤੁਹਾਡਾ ਜੇ 13-14 ਪਦਾ ਹੋਇਆ ਨਾ। हाँ जी वीर जी। अच्छा, पिछले कुछ दिनों की एबसेंस ਦੀ ਮੈਨੂੰ ਮਾਫੀ ਦੇ ਦਿਓ, ਮੈਂ ਦਿੱਲੀੋਂ ਬਾਹਰ ਸੀ। ਭੁਪਿੰਦਰਪਾਲ ਸਿੰਘ ਜੀ ਆਪਣੀ ਜਗ੍ਹਾ ਠੀਕ ਕਹਿ ਰਹੇ ਨੇ ਵੀ ਕੰਟੀਨਿਊ ਰੱਖਿਆ ਜਾਏ, ਤੁਸੀਂ ਸਾਰਿਆਂ ਨੇ ਤੇ ਕੰਟੀਨਿਊ ਰੱਖਿਆ ਹੋਇਆ, ਪਰ ਮੈਂ ਹੀ ਐਬਸੈਂਟ ਸੀ, ਸੋ ਉਹਨਾਂ ਕੋਲੋਂ ਵੀ ਮੈਂ ਮਾਫੀ ਮੰਗਦਾ। ਤੇ ਚਲੋ ਅਸੀਂ ਆਪਣੇ ਇਸ ਲੜੀ ਨੂੰ ਜੋੜਦੇ ਹਾਂ। 12ਵੇਂ ਪਦੇ ਚ ਆਇਆ ਗੁਰਮੁਖ ਨਾਮ ਪ੍ਰਾਪਤ ਹੋਵੇ। ਜਿਹੜਾ ਵਿਰਲਾ ਮਨ ਬਣ ਰਿਹਾ ਨਾ, ਉਹ ਗੁਰੂ ਦੇ ਮੁਖ ਤੋਂ ਜਿਹੜੀ ਉਹਨੂੰ ਵਿਜ਼ਡਮ ਪ੍ਰਾਪਤ ਹੁੰਦੀ ਹੈ ਨਾ, ਉਹ ਸਹਿਜੇ ਜਾਗੇ ਸਹਿਜੇ ਸੋਵੇਂ, ਗੁਰਮੁਖ ਨਾਮ ਸਮਾਏ ਸਮਾਵੇ, ਨਾਨਕ ਨਾਮ ਧਿਆਈਏ। ਉਹਦੇ ਨਾਲ ਦਿਨ ਰਾਤ ਹਰ ਵੇਲੇ ਹੁਣ ਟਿਊਨਡ ਰਹਿੰਦਾ ਹੈ। ਅੱਛਾ, ਅਸੀਂ ਇੱਕ ਲਫ਼ਜ਼ ਭਗਤ ਜਦੋਂ ਕਹਿੰਦਾ ਨਾ ਵਿਣ ਗੁਣ ਕੀਤੇ ਭਗਤ ਨਾ ਹੋਏ, ਤਾਂ ਅਸੀਂ ਬਾਰ-ਬਾਰ ਇਹ ਡਿਸਕਸ ਕਰਦੇ ਹਾਂ ਭਗਤ ਦਾ ਮਤਲਬ ਕੋਈ ਬਾਹਰਲਾ ਕੋਈ ਮਨੁੱਖ ਨਹੀਂ ਹੁੰਦਾ। ਭਗਤ ਦਾ ਮਤਲਬ ਹੁੰਦਾ ਮਨ ਦੀ ਉਹ ਵਾਲੀ ਅਵਸਥਾ ਜਦੋਂ ਮਨ, ਜਿਸ ਤਰ੍ਹਾਂ ਮੇਰਾ ਹਾਰਟ ਸਾਰੇ ਅੰਗਾਂ ਨੂੰ ਆਕਸੀਜਨ ਭੇਜਦਾ ਤੇ ਉਹ ਜੀਵਿਤ ਰਹਿੰਦੇ ਨੇ, ਇੰਜ ਮਨ ਜਦੋਂ ਨਿਜ ਘਰ ਚੋਂ ਵਿਜ਼ਡਮ ਲੈ ਕੇ ਵਿਜ਼ਡਮ ਰੂਪੀ ਅੰਮ੍ਰਿਤ ਸਾਰੇ ਅੰਗਾਂ ਨੂੰ ਵੰਡਦਾ ਹੈ, ਵਿਜ਼ਡਮ ਰੂਪੀ ਦੁੱਧ ਸਾਰੇ ਅੰਗਾਂ ਨੂੰ ਵੰਡਦਾ ਹੈ, ਮਨ ਦੀ ਉਸ ਅਵਸਥਾ ਨੂੰ ਭਗਤ ਕਹਿੰਦੇ ਨੇ। ਅਤੇ ਜਿਹੜੇ ਅੰਗਾਂ ਨੂੰ ਸਾਰਿਆਂ ਨੂੰ ਪ੍ਰਾਪਤ ਹੁੰਦਾ ਹੈ, ਹੁਣ ਉਹਨਾਂ ਨੂੰ ਕੀ ਦੇ ਰਿਹਾ? ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਉਹਦੇ ਸਾਰੇ ਅੰਦਰ ਦੇ ਜੀ ਜਾਨ ਤੇ ਉਹਦੇ ਸੁਰਤ ਮਤ ਬੁੱਧ ਸਾਰਿਆਂ ਨੂੰ ਅੰਮ੍ਰਿਤ ਬਾਣੀ ਵੰਡਦਾ ਹੈ। ਕੌਣ? ਇਹ ਮਨ। ਮਨ ਕੀ ਹੋ ਚੁੱਕਾ ਹੈ? ਆਪਣੀ ਈਗੋ ਗਵਾ ਕੇ ਉਹ ਸਤਿਗੁਰ ਨਾਲ ਮਰਜ ਹੋ ਚੁੱਕਾ ਹੋਇਆ ਹੈ। ਹੁਣ ਇਹ ਸਾਰਿਆਂ ਨੂੰ ਸਤਿਗੁਰ ਰੂਪੀ ਅੰਮ੍ਰਿਤ ਬਾਣੀ ਸਾਰੇ ਅੰਗਾਂ ਨੂੰ ਦੇ ਰਿਹਾ ਹੈ। ਸਤਿਗੁਰ ਨੂੰ ਅਸੀਂ ਪਵਨ ਗੁਰੂ ਵੀ ਕਹਿੰਦੇ ਆ। ਪਵਨ ਵਿਜ਼ਡਮ ਰੂਪੀ ਆਕਸੀਜਨ ਦੇ ਰਿਹਾ ਹੈ। ਗੁਰਮੁਖ ਹਰ ਨਾਮ ਆਖ ਵਖਾਣੀ, ਇਹ ਮਨ ਸਾਰੇ ਅੰਗਾਂ ਨੂੰ ਜਦੋਂ ਆਖ ਕੇ ਸੁਣਾਉਂਦਾ ਹੈ, ਮਨ ਦੀ ਉਹ ਵਾਲੀ ਅਵਸਥਾ ਨੂੰ ਭੱਟ ਕਹਿੰਦੇ ਨੇ। ਸੋ ਇਹ ਸਾਰਿਆਂ ਨੂੰ ਆਖ ਕੇ ਸੁਣਾਉਂਦਾ ਹੈ। ਆਪ ਪਹਿਲਾਂ ਨੇ ਸੁਣੀ, ਜਦੋਂ ਇਹਨੇ ਸੁਣੀ ਤਾਂ ਚੇਲਾ ਸੀ, ਹੁਣ ਆਪੇ ਗੁਰਚੇਲਾ ਬਣ ਕੇ ਆਪਣੇ ਸਾਰੇ ਅੰਗਾਂ ਨੂੰ ਸੁਣਾਉਂਦਾ ਹੈ। ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ ਨੂੰ ਹਰ ਨਾਮ ਆਖ ਵਖਾਣੀ, ਆਖ ਕੇ ਸਾਰਿਆਂ ਨੂੰ ਸੁਣਾਉਂਦਾ ਹੈ। ਹਰ ਹਰ ਕਰਤ ਸਦਾ ਮਨ ਬਿਗਸੈ, ਇਹ ਵਾਲੀ ਵਿਜ਼ਡਮ ਨੂੰ ਉਹ ਫੋਲੋ ਕਰਕੇ ਆਪ ਵਿਗਾਸ ਵਿੱਚ ਰਹਿੰਦਾ ਹੈ,
ਆਪ ਸਤਿਗੁਰ ਦੇ ਨਕਸ਼ੇ ਕਦਮ ਤੇ ਟੁਰਦਾ, ਹਰ ਚਰਣੀ ਮਨ ਲਾਈ ਹੈ ਅਤੇ ਉਹਦੇ ਅੰਦਰ ਦੀ ਸਾਰੀ ਸ੍ਰਿਸ਼ਟੀ ਵੀ ਵਿਜ਼ਡਮ ਨਾਲ ਟਿਊਨਡ ਰਹਿੰਦੀ ਹੈ। ਪਦਾ 14 ਹਮ ਮੂਰਖ ਅਗਿਆਨ ਗਿਆਨ ਕਿਛ ਨਹੀਂ। ਇਹ ਹਮ ਦਾ ਮਤਲਬ ਜਦੋਂ ਵੀ ਆਏਗਾ ਨਾ ਪਲੂਰਲ ਸੈਂਸ ਵਿੱਚ ਤਾਂ ਹੁੰਦਾ ਹੈ ਜਿਸ ਤਰ੍ਹਾਂ ਹੁੰਦਾ ਨਾ ਹਮ ਅਵਗੁਣ ਭਰੇ ਏਕ ਗੁਣ ਨਹੀਂ। ਉਹ ਹਮ ਅਵਗੁਣ ਭਰੇ ਦਾ ਮਤਲਬ ਹੈ ਨਹੀਂ ਵੀ ਕੁਝ ਬੰਦੇ ਗੁਰੂ ਗ੍ਰੰਥ ਸਾਹਿਬ ਅੱਗੇ ਖੜੇ ਹੋਏ ਨੇ ਔਰ ਪਲੂਰਲ ਸ਼ੇਪ ਵਿੱਚ ਕਹਿ ਰਹੇ ਨੇ ਵੀ ਅਸੀਂ ਸਾਰੇ ਅਵਗੁਣ ਭਰੇ ਹੋਏ ਹਾਂ। ਹਮ ਅਵਗੁਣ ਭਰੇ ਏਕ ਗੁਣ ਨਹੀਂ ਦਾ ਮਤਲਬ ਹੈ ਇਹ ਸਾਰੇ ਜੀ ਜੰਤ ਅੰਦਰ ਦੇ, ਇਹ ਸਾਰੇ ਜਿਨ੍ਹਾਂ ਨੂੰ ਅਸੀਂ ਸਖੀਓ ਸਹੇਲੜੀਓ ਵੀ ਕਹਿੰਦੇ ਆ ਕਈ ਸ਼ਬਦਾਂ ਵਿੱਚ, ਔਰ ਇਹ ਸਾਰੇ ਅੰਦਰ ਦਾ ਉਹਦਾ ਪਰਿਵਾਰ ਵੀ ਹੁੰਦਾ ਹੈ, ਇਹ ਸਾਰੇ ਅੰਦਰ ਦੀ ਰਈਅਤ ਵੀ ਹੁੰਦੀ ਹੈ। ਇਹ ਸਾਰੇ ਮਿਲ ਕੇ ਕਹਿ ਰਹੇ ਨੇ ਵੀ ਸਾਨੂੰ ਅਕਲ ਨਹੀਂ ਸੀ, ਅਸੀਂ ਅਗਿਆਨਤਾ 'ਚ ਸੀ, ਸਾਡੇ ਕੋਲ ਕੋਈ ਗਿਆਨ ਨਹੀਂ ਸੀ। ਸਤਿਗੁਰ ਤੇ ਸਮਝ ਪੜੀ ਮਨ ਮਾਹੀ। ਜਦੋਂ ਮਨ ਸਮਝਿਆ ਨਾ, ਕਹੋ ਕਬੀਰ ਮਨ ਮਾਨਿਆ ਤੋਂ ਹਰ ਜਾਣਿਆ। ਸੋ ਜਦੋਂ ਮਨ ਨੇ ਉਸ ਸਤਿਗੁਰ ਦੀ ਮੱਤ ਲਈ ਨਾ, ਤਾਂ ਮਨ ਨੇ ਸਾਨੂੰ ਉਹ ਸਤਿਗੁਰ ਦੀ ਮੱਤ ਦੇਣੀ ਹੈ। ਅਸੀਂ ਉਸ ਸਤਿਗੁਰ ਦੀ ਮੱਤ ਦੇ ਬਿਨਾਂ ਹੀ ਤੇ ਹਮ ਅਵਗੁਣ ਭਰੇ ਸੀ। ਏਕ ਗੁਣ ਨਹੀਂ, ਉਹ ਏਕ ਕੀ ਸੀ? ਨਿਜ ਕਰ ਦੀ ਮੱਤ। ਨਿਜ ਕਰ ਦੀ ਭਾਵ ਸਤਿਗੁਰ ਜੀ ਦੀ ਮੱਤ। ਉਹ ਸਾਨੂੰ ਸਮਝ ਪਈ, ਅਸੀਂ ਅਗਿਆਨਤਾ ਤੋਂ ਗਿਆਨ ਪ੍ਰਾਪਤ ਕੀਤਾ। ਉਹਨੂੰ ਕਹਿੰਦੇ ਨੇ ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ। ਇਆਣੇ ਮੀਨਸ ਅਗਿਆਨੀ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਸਿਆਣੇ ਮੀਨਸ ਸਤਿਗੁਰ ਦੀ ਮੱਤ ਦਾ ਗਿਆਨ ਪ੍ਰਾਪਤ ਹੋਣਾ। ਸਤਿਗੁਰ ਦੀ ਮੱਤ ਦਾ ਗਿਆਨ ਕੀ ਹੈ? ਇੰਟਰੋਸਪੈਕਸ਼ਨ, ਆਪਣੇ ਵੱਲ ਝਾਤ ਮਾਰ ਕੇ ਦੇਖ ਸਕਣਾ ਮੇਰੇ ਅੰਦਰ ਕਿਹੜੇ ਕਿਹੜੇ ਅਵਗੁਣ ਹਨ। ਇਹ ਵਾਲਾ ਗਿਆਨ ਪ੍ਰਾਪਤ ਹੁੰਦਾ ਨਾ, ਫਿਰ ਨਾਲ ਹੀ ਉਹਦਾ ਸੋਲੂਸ਼ਨ ਵੀ, ਕਿਉਂਕਿ ਸਤਿਗੁਰ ਪੂਰਾ ਸੁਜਾਨ ਵੈਦ ਹੈ। ਮੇਰਾ ਵੈਦ ਗੁਰੂ ਗੋਬਿੰਦ ਹੈ। ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨੋ, ਸੁਜਾਨ ਵੈਦ ਹੈ। ਸੋ ਮੈਨੂੰ ਮਾਈਕਰੋਸਕੋਪਿਕਲੀ ਆਪਣੇ ਇੱਕ ਇੱਕ ਅਵਗੁਣ, ਆਪਣੀ ਇੱਕ ਇੱਕ ਫੈਕਲਟੀ ਅੰਦਰ ਝਾਕਣ ਦੀ ਅਕਲ ਦਿੰਦਾ ਹੈ ਕਿ ਕਿੱਥੇ ਕਿੱਥੇ ਕੂੜ ਹੈ, ਕਿੱਥੇ ਕਿੱਥੇ ਮੈਲ ਹੈ। ਮੇਰੇ ਅੰਦਰ ਦਾ ਤ੍ਰਿਭਵਨ ਦੇਖਣ ਦੀ ਸੋਝੀ ਦਿੰਦਾ ਹੈ। ਮੈਨੂੰ ਤੀਜੀ ਅੱਖ ਤ੍ਰਿਲੋਚਨ ਕਹਿੰਦੇ ਨੇ। ਤੀਜੀ ਅੱਖ ਭਾਵ ਮੈਨੂੰ ਸਿਕਸਥ ਸੈਂਸ ਦਿੰਦਾ ਹੈ ਕਿ ਮੈਂ ਆਪਣੇ ਅਵਗੁਣ ਮਾਈਕਰੋਸਕੋਪਿਕਲੀ ਦੇਖ ਸਕਾਂ ਔਰ ਦੇਖ ਕੇ ਉਹਨਾਂ ਨੂੰ ਫਿਕਸ ਅਪ ਕਰ ਸਕਾਂ, ਮੈਲ ਦੂਰ ਕਰ ਸਕਾਂ। ਸਤਿਗੁਰ ਤੇ ਸਮਝ ਪੜੀ ਮਨ ਮਾਹੀ ਹੋ ਦਿਆਲ। ਇਹ ਹੋ ਦੇ ਹਾਹੇ ਨੂੰ ਔਂਕੜ ਜਦੋਂ ਹੁੰਦੀ ਹੈ ਨਾ, ਇਹਦੇ ਬੇਨਤੀ ਵੀ ਹੁੰਦੀ ਹੈ ਕਿ ਇਹ ਵਾਲੀ ਜਿਹੜੀ ਮਤ ਪ੍ਰਾਪਤ ਹੋਈ ਹੈ ਨਾ, this is all due to the wisdom granted by ਸਤਿਗੁਰ। ਸਤਿਗੁਰ means ਰੱਬ ਜੀ। ਰੱਬ ਅਤੇ ਸਤਿਗੁਰ ਪੋਜ਼ਿਟਿਵ ਵਰਚੂਸ ਦੀ ਸੁਮਤ ਦੇਣ ਦੀ ਨਾ ਸੋਰਸ ਨੂੰ ਕਹਿੰਦੇ ਨੇ ਗੁਰਮਤਿ ਚ। ਹੋ ਦਿਆਲ ਕਿਰਪਾ ਕਰ ਹਰ ਜੀਓ, ਸਤਿਗੁਰ ਕੀ ਸੇਵਾ ਲਾਈ ਹੈ। ਵਾਹ ਜੀ ਵਾਹ, ਤੁਸੀਂ ਸਾਡੇ ਤੇ ਕਿਰਪਾਲ ਹੋਏ ਹੋ, ਹੋਈ ਰੱਖੋ। ਪਲੀਜ਼ ਕੀਪ ਕੰਟੀਨਿਊਇੰਗ ਦਿਸ। ਸਾਨੂੰ ਨਾ ਤੁਸੀਂ ਕਿਰਪਾ ਕੀਤੀ ਹੈ, ਸਾਡੇ ਤੇ ਦਿਆਲ ਹੋਏ ਹੋ, ਅਸੀਂ ਤੇ ਧੱਕੇ ਖਾ ਰਹੇ ਸੀ। ਸੋ ਸਾਨੂੰ ਸਤਿਗੁਰ ਦੇ ਲੜ ਸੇਵਾ ਤੁਸੀਂ ਲਾਇਆ ਹੈ, ਤੁਹਾਡੀ ਮਿਹਰਬਾਨੀ। ਇਹ ਕੌਣ ਕਹਿ ਰਹੇ ਨੇ? ਹਮ ਕੌਣ? ਅੰਦਰ ਦੇ ਜੀ ਜੰਤ। ਹਾਂਜੀ ਧੰਨਵਾਦ ਵੀਰ ਜੀ, ਆਪ ਜੀ ਨੇ ਮਨ ਤੇ ਟਿਕਾ ਕੇ ਸਮਝਾਣਾ ਕੀਤਾ। ਧੰਨਵਾਦ ਆਪ ਜੀ ਦਾ। ਅੱਜ 2 ਪਦਿਆਂ ਦਾ ਪਾਠ ਹੋਇਆ ਤੇ ਇੱਥੇ ਹੀ ਪਾਠ ਸੈਸ਼ਨ ਦੀ ਸਮਾਪਤੀ ਹੁੰਦੀ ਹੈ। ਰਜਿੰਦਰ ਵੀਰ ਜੀ ਸਵਾਲ ਜਵਾਬ ਸੈਸ਼ਨ ਦੀ ਆਰੰਭਤਾ ਕਰਦੇ ਆ ਜੀ। ਉਸ ਤੋਂ ਪਹਿਲਾਂ ਤਜਿੰਦਰ ਵੀਰ ਜੀ ਕੋਈ ਮੈਸੇਜ ਦੇਣਾ ਚਾਹੋ ਤਾਂ ਆਪ ਜੀ ਮੈਸੇਜ ਦੇ ਦਿਓ ਜੀ। ਵੀਰ ਜੀ ਮੈਸੇਜ ਤੇ ਮੈਂ ਸਵੇਰੇ ਦੇਤਾ ਸੀ, ਅਸੀਂ ਰਿਕਾਰਡਿੰਗ ਚੱਲ ਰਹੀ ਹੈ, ਬਾਅਦ ਚ ਦੇ ਦਾਂਗੇ। ਕਿਸੇ ਵੀਰ ਜਾਂ ਭੈਣ ਦਾ ਕੋਈ ਸਵਾਲ ਹੈਗਾ ਤੇ ਚੈਟ ਬਾਕਸ ਵਿੱਚ ਪਾ ਸਕਦੇ ਨੇ, ਆਪਣਾ ਹੈਂਡ ਰੇਜ਼ ਕਰ ਸਕਦੇ ਨੇ, ਕਿਉਂਕਿ ਮੈਨੂੰ ਚੇਤੇ ਨਹੀਂ ਹੈਗਾ ਕੋਈ ਪੈਂਡਿੰਗ ਸਵਾਲ। ਅਗਰ ਹਰਪ੍ਰੀਤ ਵੀਰ ਜੀ ਨੂੰ ਕੋਈ ਚੇਤੇ ਹੈਗਾ ਤੇ ਪਲੀਜ਼ ਆਪ ਜੀ ਸ਼ੇਅਰ ਕਰ ਦਿਓ ਸਕਰੀਨ ਤੇ। ਹਰਪ੍ਰੀਤ ਵੀਰ ਜੀ ਆਪ ਜੀ ਜੋ ਸ਼ਾਇਦ ਕਹਿ ਰਹੇ ਸੀਗੇ ਉਹ ਵਾਲਾ ਇਕਬਾਲ ਵੀਰ ਜੀ ਤੇ ਜੋ ਲੈਣਾ ਸੀਗਾ, ਆਪ ਜੀ ਉਹ ਵਾਲਾ ਜਾਂ ਤੇ ਸ਼ੇਅਰ ਕਰ ਦਿਓ ਅੱਜ ਹੀ, ਅਸੀਂ ਸਵਾਲ ਰੱਖ ਲੈਂਦੇ ਹਾਂ ਉਹ ਵਾਲਾ। इकबाल वीर जी आप जी अपनी ऑडियो ऑन करिए जी। हाँ जी वीर जी। हाँ जी वीर जी, एक वीर जी प्राइवेट तौर पे सवाल आया मैनू कि ਜਿਹੜੇ ਅਸੀਂ ਕਹਿੰਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ,
ਕਹਿੰਦੇ ਨੇ ਇਹ ਵੀ ਤੇ ਦਸਮ ਗ੍ਰੰਥ ਦੇ ਅੰਦਰ ਲਿਖਿਆ ਗਿਆ ਹੈ। ਇਸ ਬਾਬਤ ਆਪ ਜੀ ਵਿਚਾਰ ਦਿਆ ਜੇ ਇਕਬਾਲ ਵੀਰ ਜੀ। ਨਹੀਂ ਜੀ ਬਿਲकुल ਉਹ ਨਹੀਂ। ਕਹਿੰਦੇ ਨੇ ਦਸਮ ਗ੍ਰੰਥ ਦੇ ਹੀ ਇਹ ਜਿਹੜਾ ਅੱਖਰ ਹਨ, ਜਦਕਿ ਇਹ ਦਸਮ ਗ੍ਰੰਥ ਦੇ ਨਹੀਂ ਹਨ। ਪਲੀਜ਼ ਇਸ ਬਾਬਤ ਸ਼ੇਅਰ ਕਰਿਆ ਜੇ ਆਪ ਜੀ। ਹਾਂਜੀ, ਇਹ ਜਿਹੜਾ ਦੋਹਰਾ ਹੈਗਾ ਇਹ ਕਿਤੇ ਵੀ ਦਸਮ ਗ੍ਰੰਥ ਦੇ ਕਿਸੇ ਵੀ ਪੰਨੇ ਤੇ ਨਹੀਂ ਹੈ ਜੀ। ਇਹ ਜਿਹੜਾ ਦੋਹਰਾ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਭਾਈ ਚੋਪੜਾ ਜੀ ਦੇ ਰਹਿਤਨਾਮੇ 'ਚ ਹੈ ਜੀ। ਭਾਈ ਚੋਪੜਾ ਜੀ ਦੇ ਰਹਿਤਨਾਮੇ ਤੋਂ ਬਾਅਦ ਗਿਆਨੀ ਗਿਆਨ ਸਿੰਘ ਹੋਣਾ ਨੇ ਇਹ ਦੋਹਰੇ ਨੂੰ ਜਿਹੜਾ ਹੈਗਾ ਥੋੜਾ ਬਦਲਿਆ। ਜਿੱਦਾਂ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜਿਹੜਾ ਹੈਗਾ ਨਾ ਉੱਥੇ ਇਹਨਾਂ ਨੇ ਗੁਰਾਂ ਕੀ ਦੇ ਸ਼ਬਦ ਦੀ ਨਾ ਗਿਆਨੀ ਗਿਆਨ ਸਿੰਘ ਉਹਨਾਂ ਨੇ ਐਡੀਸ਼ਨ ਕੀਤਾ ਜੀ। ਮੈਨੂੰ ਨਹੀਂ ਸੋਚੀ ਆ ਇੱਥੇ ਸ਼ਬਦ ਭਾਈ ਚੋਪੜਾ ਜੀ ਦੇ ਰਹਿਤਨਾਮੇ ਤੇ ਗੁਰੂ ਖਾਲਸਾ ਜਾਣਿਓ, ਕਿਉਂਕਿ ਸਰੀਰ ਦੀ ਗੱਲ ਹੈ। ਗੁਰਾਂ ਬਹੁਵਚਨ ਆ ਜਾਂਦਾ ਹੈ। ਗੁਰਾਂ ਕੀ ਦੇਹ, ਇਹ ਗੁਰਾਂ ਦੀ ਦੇਹ ਨਹੀਂ ਹੈ। ਗੁਰੂ ਦੀ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ ਦਾ ਸਿਧਾਂਤ ਹੈ। ਵੀਰ ਜੀ थोड़ा सा नेटवर्क चेक करियो, बहुत डिस्टर्बेंस हो रही है। सॉरी वीर जी, इकबाल भी थोड़ा सा नेटवर्क चेक करियो, डिस्टर्बेंस बहुत है। जी जी वीर जी हुन ठीक है, हुन ठीक है। एक मिनट ये रहेगा। जी इकबाल वीर जी आप जी दी भाई जी आवाज नहीं आ रही। हाँ जी 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 उन बैठे मैं कह रहा, हेलो जी बहुत अच्छी आ रही है वीर जी। ओके ठीक है जी। आज मेरे को माइक नहीं है, मैं फिर मोबाइल ही गला ते ਇਹ ਜਿਹੜਾ ਰਹਿਤਨਾਮੇ ਦਾ ਦਰਜ ਹੈ ਜੀ ਚੋਪੜਾ ਜੀ ਦੇ ਉੱਤੇ ਲਿਖਿਆ ਹੈ सब सिखन को हुक्म है गुरु मान्यो ग्रंथ गुरु ग्रंथ जी मान्यो प्रगट गुरु ग्रंथ जी गुरु खालसा जान्यो प्रगट गुरु की ने जे गुरु ਨੂੰ ਤਨ ਸਰੂਪ ਦੇਖਣਾ ਹੈ ਤੇ ਗੁਰੂ ਖਾਲਸਾ ਨੂੰ ਜਾਣਨਾ ਤੁਸੀਂ। ਭਾਵ ਜਿਹੜਾ ਗੁਰਬਾਣੀ ਨਾਲ ਰਤਿਆ ਹੋਇਆ ਗੁਰੂ ਸ਼ਬਦ ਨਾਲ ਰਤਿਆ ਹੋਇਆ ਮਨੁੱਖ ਹੈਗਾ ਉਸ ਨੂੰ ਹੀ ਗੁਰੂ ਦੀ ਜਿਹੜਾ ਸਰੀਰ ਹੈ ਉਹ ਮੰਨਣਾ ਹੈਗਾ। ਭਾਵ ਵਿੱਚ ਸੰਗਤ ਦਾ ਪ੍ਰਵਾਸ ਹੈ ਜੀਓ। ਇਸ ਕਰਕੇ ਜਿਹੜਾ ਗਿਆਨੀ ਗਿਆਨ ਸਿੰਘ ਨੇ ਆਪਣੀ ਇਹ ਚਲਾਕੀ ਦੇ ਨਾਲ ਗੁਰਾਂ ਕੀ ਦੇ ਗੁਰਾਂ ਨੂੰ ਬਹੁਵਚਨ ਕਰਕੇ ਇੱਥੇ ਇੱਕ ਗੁਰੂ ਦੇ ਸਿਧਾਂਤ ਨੂੰ ਸੱਟ ਮਾਰੀ ਹੈ। गुरु खालसा जानियो प्रगट गुरु की दे जो प्रभ को मिल पहुंचाए वो शब्द में ले उत्थे दोहरा है जी भाई चोपड़ा जी दे रहतनामे च। इस करके किसी भी ग्रंथ दे विच इह दर्ज नहीं है। ਜਿਹੜੇ ਕਹਿੰਦੇ ਆ ਵੀ ਇਹ ਦਸਮ ਗ੍ਰੰਥ ਦੇ ਵਿੱਚ ਬਿਲਕੁਲ ਨਹੀਂ ਹੈ ਉਹ, ਕਿਉਂਕਿ ਮੈਂ ਸਾਰਾ ਪੜ੍ਹਿਆ ਹੈ ਇਸ ਕਰਕੇ ਕਿਤੇ ਵੀ ਨਹੀਂ ਲਿਖਿਆ। ਗੁਰੂ ਗ੍ਰੰਥ ਦੀ ਗੱਲ ਦਸਮ ਗ੍ਰੰਥ ਕਰਦਾ ਹੀ ਨਹੀਂ, ਦਸਮ ਗ੍ਰੰਥ ਗੁਰੂ ਦੀ ਵੀ ਗੱਲ ਨਹੀਂ ਕਰਦਾ। ਇਹਦੇ ਵਿੱਚ ਜ਼ਿਆਦਾਤਰ ਤਾਂ 24 ਅਵਤਾਰ ਦੇ ਵਿੱਚ ਦੇਵੀ ਦੇਵਤਿਆਂ ਦੀ ਉਸਤਤ ਹੈ। ਚੰਡੀ ਚਰਿੱਤਰ ਜਿਹੜੇ ਤਿੰਨੇ ਤਰ੍ਹਾਂ ਦੇ ਦੇਵੀ ਦੀ ਉਸਤਤ ਹੈ। 600 ਪੰਨਾ ਜਿਹੜਾ ਕ੍ਰਿਸ਼ਨ ਅਵਤਾਰ ਹੈ ਉਹ ਵੀ 300 ਪੰਨਾ ਹੈ। ਇਸ ਕਰਕੇ ਜ਼ਿਆਦਾਤਰ ਜਿਹੜਾ ਸਾਰੇ ਦਾ ਸਾਰਾ ਇਹ ਦੇਵੀ ਦੇਵਤਿਆਂ ਦੀ ਉਸਤਤ ਦਾ ਜਿਹੜਾ ਦਸਮ ਗ੍ਰੰਥ ਵੋਲੀਅਮ ਹੈਗਾ ਉਹ ਸਾਰਾ ਹੀ ਦੇਵੀ ਦੇਵਤਿਆਂ ਦਾ ਹੈ। ਪਰ ਇਹਦੇ ਵਿੱਚ ਇਹਨੂੰ ਦਸਮ ਗ੍ਰੰਥ ਬਣਾਉਣ ਵੇਲੇ ਕੁਛ ਰਚਨਾਵਾਂ ਦੇ ਜਿੱਦਾਂ ਹੁਣ ਆਪਾਂ ਰਾਮ ਅਵਤਾਰ ਜਿਹੜਾ ਮੋਦੀ ਜੀ ਨੇ ਕਿਹਾ ਰਾਮ ਕਥਾ ਜੁਟਾਲ ਸਭ ਕੋਈ ਭਗਤ ਨੇਤ, ਇਹ ਰਾਮ ਅਵਤਾਰ ਦਾ ਹਿੱਸਾ ਆ। ਪਰ ਜਦੋਂ ਰਾਮ ਅਵਤਾਰ ਦੀ ਸਾਰੀ ਜੋਵੇ ਕਥਾ ਸੁਣਿਆ ਰਗਾਵੇ ਦੁਖ ਪਾਪ ਤੇ ਨਿਕਨਾ ਆਵੇ ਵਿਸ਼ਨੂੰ ਭਗਤੀ ਇਹ ਫਲੋ ਯਾਦ ਵਿਆਹ ਸਕਿਨ ਕੋਈ ਸਮਤ ਸਤ ਸੱਚ ਪਰ ਜਾਵਨਾ ਆੜਵਦੀ ਪ੍ਰਥਮ ਸੁਦਾ। ਇਹ ਜਿਹੜਾ ਇਧਰਲੇ ਉਹਦੀ ਡੇਟ ਤੇ ਰਹਿੰਦਾ ਨਾ ਵੀ ਇਸ ਤਰੀਕ ਨੂੰ ਇਹ ਸ਼੍ਰੀ ਭਗਵਤ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਉਹ ਜਿਹੜੀ ਲਿਖ ਦਿੰਦਾ ਡੇਟ ਲਿਖ ਦਿੰਦਾ। ਉਹ ਤੋਂ ਬਾਅਦ ਜਾ ਕੇ ਮਹਾਕਾਰ ਅਖਬਾਰ ਹਮਾਰੋ ਦਾ ਅਗਲਾ ਸਵਈਆ ਹੈ ਪਾਏਂਗੇ ਹੈ ਜਬ ਤੇ ਤੁਮਰੇ ਤਬ ਤੇ ਕੋ ਵਾਕਰਨੀ ਆਨੋ ਰਾਮ ਰਹੀਮ ਉੱਥੇ ਰਾਮ ਰਹੀਮ ਨੂੰ ਕੰਡਮ ਕਰ ਦਿੰਦਾ। ਪਹਿਲਾਂ ਉਹਦੀ ਉਸਤਤ ਲਿਖਦਾ ਰਾਮਾ ਅਵਤਾਰ ਦੇ ਵਿੱਚ। ਤੇ ਜਦੋਂ ਇਹ ਚੀਜ਼ਾਂ ਪਤਾ ਲੱਗ ਜਾਂਦੀਆਂ ਜਿਵੇਂ ਸ਼੍ਰੋਮਣੀ ਕਮੇਟੀ ਨੇ ਕਿਰਪਾ ਕਰੀ ਹਮ ਪਰ ਮਾਤਾ ਚੌਪਈ ਚੋਂ ਕੱਢ ਦਿੱਤੀ, ਨਹੀਂ ਤਾਂ ਉੱਥੇ ਪਤਾ ਲੱਗਣੀ ਸੀ ਚੌਪਈ ਜਿਹੜੀ ਕਿਰਪਾ ਕਰੀ ਹਮ ਪਰ ਮਾਤਾ ਕੌਣ ਹੈਗੀ ਆ। ਸੋ ਉਸ ਚੀਜ਼ ਨੂੰ ਜਦੋਂ ਸ਼੍ਰੋਮਣੀ ਕਮੇਟੀ ਨੇ ਕੱਢ ਕੇ ਉਹਨੂੰ ਸਾਖੀ ਜਿਹਾ ਲਿਆ ਕੇ ਅੰਦਰ ਵਾੜ ਦਿੱਤੀ ਜਿਹੜੀ ਹੁਣ ਪ੍ਰਚਲਿਤ ਬਹੁਤ ਹੋ ਗਈ ਹੈ। ਜੇ ਕਿਤੇ ਕਿਰਪਾ ਕਰੀ ਅੰਮ੍ਰਿਤ ਮਾਤਾ ਜੋ ਦਸਮ ਗ੍ਰੰਥ ਵਿੱਚ ਲਿਖੀ ਹੋਈ ਹੈ ਜਿਸ ਤਰ੍ਹਾਂ ਜੇ ਉਹ ਰਹਿੰਦੀ ਤਾਂ ਸੁਭਾਵਿਕ ਹੀ ਸਿੱਖਾਂ ਨੇ ਉੱਤੇ ਸਵਾਲੀਆ ਨਿਸ਼ਾਨ ਕਰ ਦੇਣਾ ਸੀ ਜਗ ਮਾਤਾ ਕੌਣ ਹੈ।
ਜਗ ਮਾਤਾ ਦੀ ਪਰਿਭਾਸ਼ਾ ਜਿਹੜੀ ਦਸਮ ਗ੍ਰੰਥ ਦੇ ਪੰਨਾ ਨੰਬਰ 700 ਤੇ ਸ਼ਸਤਰ ਨਾਮ ਮਾਲਾ ਚ ਲਿਖੀ ਹੋਆ, ਉੱਥੇ ਇਹ ਲਿਖਿਆ ਹੈਗਾ ਸਿੰਘ ਸ਼ਬਦ ਭਾਗੋ ਪ੍ਰਥਮ ਬਾਹਣ ਬੌਰ ਚਾਰ ਸਭੇ ਨਾਮ ਜਗ ਮਾਤੇ ਲੀਜੇ ਸੋ ਕਬ ਸੁਧਾਰ। ਕਹਿੰਦਾ ਭਾਵ ਉੱਥੇ ਇਹ ਉਹਨਾਂ ਦਾ ਕਿ ਸਿੰਘ ਸ਼ਬਦ ਪਹਿਲਾਂ ਬੋਲੋ, ਬਾਹਣ ਬਾਹਰ ਲਾਵੋ, ਬਣ ਗਿਆ ਸਿੰਘ ਬਾਹਣੀ। ਸਿੰਘ ਸ਼ੇਰ ਬਾਹਣੀ ਸਵਾਰੀ ਕਰਨ ਵਾਲੀ, ਜਿਹੜੀ ਸ਼ੇਰ ਦੀ ਸਵਾਰੀ ਕਰਨ ਵਾਲੀ ਹੈ ਉਹ ਕੌਣ ਹੈ ਜੀ? ਸਭ ਨੂੰ ਪਤਾ ਸ਼ੇਰ ਦੀ ਸਵਾਰੀ ਕਿਹਨੇ ਕੀਤੀ ਹੈ, ਉਹਨੂੰ ਜਗਮਾਤਾ ਕਿਹਾ। ਦਸਮ ਗ੍ਰੰਥ ਨੇ ਜਗਮਾਈ ਤੇ ਜਗਮਾਤਾ ਹਮੇਸ਼ਾ ਬਹੁਤ ਪ੍ਰਕਰਨ ਦੇ ਵਿੱਚ ਆਉਂਦੀ ਹੈ। ਸਿੰਘ ਬਾਣੀ ਵੀ ਉਹਨੂੰ ਕਿਹਾ ਹੈਗਾ। ਸਿੰਘ ਬਾਣੀ ਸ਼ਬਦ ਵੀ ਦਸਮ ਗ੍ਰੰਥ ਚ ਬਹੁਤ ਵਾਰ ਆਇਆ। ਉਹ ਜਗਮਾਤਾ ਜਿਹੜੀ ਸੀ ਸਿੰਘ ਬਾਣੀ ਸੀ, ਸਿੰਘ ਦੀ ਸਵਾਰੀ ਕਰਨ ਵਾਲੀ ਸੀ। ਇਸ ਕਰਕੇ ਇਹਨਾਂ ਨੇ ਚੌਪੜੇ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਚਲਾਕੀ ਕਰਕੇ ਇਹਨੂੰ ਕਰ ਦਿੱਤਾ, ਤਾਂ ਜੋ ਜਿਹੜੀ ਜੋ ਬਾਅਦ ਚ ਬੇਨਤੀ ਹੈਗੀ ਆ ਇਹ ਪ੍ਰਚਲਿਤ ਹੋ ਸਕੇ ਤੇ ਸਿੰਘ ਜਿਹੜੇ ਹੈਗੇ ਆ ਉਹ ਇਸ ਚੌਪੜੇ ਨੂੰ ਪ੍ਰਵਾਨ ਕਰ ਲੈਣ, ਜਿਵੇਂ ਕਿ ਹੋ ਵੀ ਗਿਆ। ਪਰ ਜਾਗਰੂਕ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜੇ ਉਹਨਾਂ ਨੇ ਗੁਰਮੁਖ ਹੋ ਕੇ ਹੰਸ ਬਣ ਕੇ ਹੰਸ ਗਿਰਤੀ ਹੋ ਕੇ ਵਿਵੇਕ ਬੁੱਧ ਲੈ ਕੇ ਇਸ ਸ਼ਬਦ ਨੂੰ ਇਸ ਦਸਮ ਗ੍ਰੰਥ ਨੂੰ ਸਮਝਿਆ ਤੇ ਬਾਹਰ ਕਰ ਦਿੱਤਾ। ਤੋ ਇਹ ਜੰਗ ਹੈਗੀ ਆਪਣੀ, ਤੇ ਇਸੇ ਤਰ੍ਹਾਂ ਗਿਆਨ ਸਿੰਘ ਨੇ ਜਿਹੜਾ ਥੋੜਾ ਜਿਹਾ ਬਦਲ ਕੇ ਉਹਨੂੰ ਪ੍ਰਗਟ ਗੁਰਾਂ ਕੀ ਦੇ ਕਰਕੇ ਇੱਕ ਬਾਣੀ ਇੱਕ ਗੋਰ ਇੱਕੋ ਸ਼ਬਦ ਵਿਚਾਰ ਦੇ ਸਿਧਾਂਤ ਨੂੰ ਸੱਟ ਮਾਰੀ ਹੈ। ਤੇ ਇਹ ਸਾਰੇ ਜਿਹੜੇ ਨਿਰਮਲੇ ਸੀ ਉਹਨਾਂ ਦਾ ਕੰਮ ਹੀ ਇਹ ਸੀਗਾ ਗੁਰਮਤਿ ਦੇ ਵਿੱਚ ਰਲ ਕੱਟ ਕਰ। ਇਸ ਕਰਕੇ ਗਿਆਨ ਸਿੰਘ ਦਾ ਦੋਹਰਾ ਜਿਸ ਤੋਂ ਪਹਿਲਾਂ ਭਾਈ ਜੋਤਾ ਸਿੰਘ ਦਾ ਦੋਹਰਾ ਦਸਮ ਗ੍ਰੰਥ ਵਿੱਚ ਬਿਲਕੁਲ ਨਹੀਂ ਹੈ। ਵੀਰ ਜੀ ਦੇਸ਼ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ ਵਾਹਿਗੁਰੂ ਜੀ, ਇਹ ਖਾਲੀ ਗਿਆਨ ਸਿੰਘ ਜੀ ਦੀ ਬੁੱਕ ਇਸ ਨਹੀਂ ਹੈਗਾ, ਇੱਕ ਹੋਰ ਵੀ ਬੁੱਕ ਹੈਗੀਆਂ ਨੇ ਆਤਮਿਕ ਸਾਖੀ, ਉਹਦੇ ਵਿੱਚ ਵੀ ਦਾ ਜ਼ਿਕਰ ਆਉਂਦਾ ਦੋਹਰੇ ਦਾ। ਤੇ ਇਹ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਆਪਣੀ ਸਟੇਟਮੈਂਟ ਸੀ, ਜਦੋਂ ਉਹਨਾਂ ਨੇ ਗੁਰੂ ਸਾਹਿਬ ਨੂੰ ਗੁਰੂ ਥਾਪਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਸਟੇਟਮੈਂਟ ਸੀ, ਉਸ ਸਟੇਟਮੈਂਟ ਨੂੰ ਇਹਨਾਂ ਨੇ ਲੋਕਾਂ ਨੇ ਆਪਣੇ ਉੱਪਰ ਲਿਖਿਆ ਹੈ। ਤੇ ਇਹ ਜਿਹੜਾ ਦੋਹਰਾ ਹੈ ਇਹ ਐਕਚੁਅਲ ਗੁਰੂ ਸਾਹਿਬ ਹੁਕਮ ਕਰਕੇ ਗਏ ਸੀ ਸਿੱਖਾਂ ਨੂੰ ਕਿ ਇਹ ਤੁਹਾਡਾ ਹੁਣ ਗੁਰੂ ਸਾਹਿਬ ਇਹ ਨੇ, ਮਤਲਬ ਇਹ ਖਾਲੀ ਗਿਆਨ ਸਿੰਘ ਦੀ ਜਾਂ ਚੋਆ ਸਿੰਘ ਦੀ ਨਹੀਂ, ਇਹਦੇ ਇਲਾਵਾ ਵੀ ਇਹਦੇ ਹੋਰ ਵੀ ਕਿਤਾਬਾਂ ਚ ਜਾਂ ਹੋਰ ਵੀ ਉਸ ਟਾਈਮ ਦੇ ਜਿਹੜੇ ਉਹਨਾਂ ਦੇ ਸਮਕਾਲੀ ਇਨਸਾਨ ਉਹਨਾਂ ਦੀ ਕਿਸੇ ਲਿਖਤ ਦੀ ਜ਼ਰੂਰਤ ਕੋਈ ਹੋਣਾ ਵਿੱਚ ਵੀ। ਧੰਨਵਾਦ ਗੁਰਪ੍ਰੀਤ ਜੀ। हाँ जी भूपिंदर वीर जी, आप जी ਲਈ ਬੇਨਤੀ ਆਈ ਹੈ ਜੇ ਇਸ ਵਿਸ਼ੇ ਤੇ ਆਪ ਜੀ ਕੁਝ ਵਿਚਾਰ ਰੱਖਣਾ ਚਾਹੋਗੇ। ਹਾਂਜੀ, ਮੈਂ ਨਾ ਹੁਣੇ ਗੁਰੂ ਗ੍ਰੰਥ ਸਾਹਿਬ ਪੜ੍ਹ ਰਿਹਾ ਨਾ, ਤਾਂ ਜਦੋਂ ਮੈਨੂੰ ਬਚਪਨ ਤੋਂ ਨਾਨੀ ਨੇ ਮਦਰ ਫਾਦਰ ਨੇ ਬਾਣੀ ਪੜ੍ਹਾਈ ਤੇ ਮੈਨੂੰ ਉਹਨਾਂ ਨੇ ਕਿਹਾ ਬਾਣੀ ਨੂੰ ਹੀ ਅਸੀਂ ਗੁਰੂ ਸਮਝਦੇ ਹਾਂ, ਬਾਣੀ ਨੂੰ ਹੀ ਸਮਝਣਾ ਤੇ ਬਾਣੀ ਨੂੰ ਹੀ ਵਿਚਾਰਨਾ ਤੇ ਬਾਣੀ ਨੂੰ ਫੋਲੋ ਕਰਨਾ। ਤਾਂ ਜਦੋਂ ਬਚਪਨ ਤੋਂ ਉਹਨਾਂ ਨੇ ਗੱਲ ਸਮਝਾਈ ਤੇ ਮੈਨੂੰ ਇਹ ਗੱਲ ਹੁਣ ਤੱਕ ਮਨ ਅੰਦਰ ਪੱਕੀ ਬੈਠੀ ਹੋਈ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ ਬਲਿਹਾਰੀ ਗੁਰੂ ਆਪਣੇ ਤੋਂ ਲੈ ਕੇ ਸਾਰੇ ਗੁਰੂਆਂ ਦੀ ਬਾਣੀ ਵਿੱਚ ਵੀ ਗੁਰੂ ਗੁਰੂ ਆਂਦਾ ਹੈ, ਤਾਂ ਅਲਟੀਮੇਟਲੀ ਉਹ ਜਦੋਂ ਉਹ ਸ਼ਬਦ ਗੁਰੂ ਹੈ, ਵਿਜ਼ਡਮ ਹੈ, ਤਾਂ ਅਸੀਂ ਇਸੀ ਗੱਲ ਨਾਲ ਜੁੜੇ ਰਹਿਣਾ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ। ਪਰ ਜਿਹੜੇ ਦੇਹਧਾਰੀ ਗੁਰਤਾ ਵਾਲੇ ਮਨੁੱਖ ਮੈਨੂੰ ਮਿਲਦੇ ਸਨ ਨਾ, ਭਾਵੇਂ ਬੈਂਕਾਕ, ਸਿੰਗਾਪੁਰ ਜਾਂ ਇੰਡੀਆ ਵਿੱਚ ਵੀ, ਉਹ ਸਾਰੇ ਕਹਿੰਦੇ ਨੇ ਅਸੀਂ ਤੇ ਇਹ ਸਮਝਦੇ ਹਾਂ ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨਮੇ ਨਾ ਆਏ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਇਹ ਕਹਿਣ ਦਾ ਕੀ ਮਤਲਬ ਹੋਇਆ? ਤਾਂ ਉਹਨਾਂ ਨੇ ਥੋੜਾ ਜਿਹਾ ਟੌਂਟਿੰਗ ਵੇ ਨਾਲ ਮੈਨੂੰ ਕਿਹਾ ਕਿ ਇਹ ਜਿਹੜੇ ਤੁਹਾਡੇ ਅੱਖਰ ਨੇ ਨਾ ਗੁਰੂ ਗ੍ਰੰਥ ਸਾਹਿਬ ਤੇ ਲਿਖੇ ਹੋਏ, ਇਹ ਸਿਆਹੀ ਮਿਟ ਜਾਏਗੀ। ਤਾਂ ਮੈਨੂੰ ਨਾ ਉਹਨਾਂ ਦੀ ਇਹ ਗੱਲ ਨਾ ਉਸ ਵੇਲੇ ਬੜੀ ਹਰਟ ਹੋਈ ਔਰ ਮਹਿਸੂਸ ਮੈਂ ਬੇਅਰ ਨਹੀਂ ਕਰ ਸਕਿਆ। ਤੇ ਮੈਂ ਉਹਨਾਂ ਨੂੰ ਕਿਹਾ ਅਸੀਂ ਤੇ ਨਾ ਸਤਿਗੁਰ ਕੀ ਬਾਣੀ ਨੂੰ ਇਹ ਸਮਝਦੇ ਹਾਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਅਸੀਂ ਸਤਿਗੁਰ ਦੀ ਬਾਣੀ ਤੋਂ ਇਹ ਸਿੱਖਦੇ ਹਾਂ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੇ, ਭਾ ਨਾ ਸਾਕੈ ਜਾਲੇ। ਸੋ ਉਹਨੂੰ ਉਹ ਸ਼ਬਦ ਗੁਰੂ ਨੂੰ ਤੇ ਕੁਛ ਵੀ ਕੋਈ ਕੁਛ ਕਰ ਹੀ ਨਹੀਂ ਸਕਦਾ, ਕੋਈ ਉਹਨੂੰ, ਉਹ ਸਦੀਵੀ ਸੱਚ ਹੈ, ਉਹ ਸ਼ੁਰੂ ਤੋਂ ਹੈ। ਕਬੀਰ ਸਾਹਿਬ ਵੀ ਕਹਿ ਰਹੇ ਨੇ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਵਿਵੇਕੋ। ਇਹਦਾ ਮਤਲਬ ਬਾਣੀ ਪੜ੍ਹ ਕੇ ਸਾਨੂੰ ਵਿਵੇਕ ਬੁੱਧੀ ਪ੍ਰਾਪਤ ਹੁੰਦੀ ਹੈ। ਵਿਵੇਕ ਬੁੱਧੀ ਪ੍ਰਾਪਤ ਵਾਲੀ ਜਿਹੜੀ ਮੱਤ ਹੈ, ਉਹ ਜਿਹੜੀ ਸੋਰਸ ਹੈ, ਅਸੀਂ ਉਸਨੂੰ ਸਤਿਗੁਰ ਸਮਝਦੇ ਹਾਂ। ਦੈਟਸ ਇਟ।
ਥੈਂਕ ਯੂ ਵੀਰ ਜੀ, ਧੰਨਵਾਦ ਆਪ ਜੀ ਦਾ। ਅਸੀਂ ਧਿਆਨ ਦਈਏ ਨਾ, ਅਸੀਂ ਦਸਮ ਗ੍ਰੰਥ ਦੀ ਜ਼ਿਕਰ ਕਰ ਰਹੇ ਹਾਂ ਤੇ ਦਸਮ ਗ੍ਰੰਥ ਦਾ ਨਾਂ ਵੀ ਦਸਮ ਗ੍ਰੰਥ ਜਿਹੜਾ ਪਾਇਆ ਗਿਆ ਉਹ ਬਾਅਦ ਵਿੱਚ ਪਾਇਆ ਗਿਆ। ਉਸ ਤੋਂ ਪਹਿਲਾਂ ਦਾ ਪਹਿਲਾ ਅਧਿਆਇ ਬਚਿੱਤਰ ਨਾਟਕ ਸੀ ਤੇ ਇਹਨਾਂ ਪੁਸਤਕਾਂ ਦਾ ਇਕੱਠ ਕਰਕੇ ਇਹਨੂੰ ਬਚਿੱਤਰ ਨਾਟਕ ਨਾਮ ਦੇ ਦਿੱਤਾ ਗਿਆ। ਪਰ ਉਸ ਤੋਂ ਪਹਿਲਾਂ ਦੇ ਅਗਰ ਅਸੀਂ ਧਿਆਨ ਦਈਏ ਇਹਨਾਂ ਦਾ ਕੋਈ ਨਾਂ ਹੀ ਨਹੀਂ ਸੀ। ਅਗਰ ਇਹ ਰਚਨਾ ਕਿਸੇ ਲਿਖਾਰੀ ਦੀ ਗਿਣੀ ਜਾਂਦੀ ਹੈ, ਜੇ ਕਿਸੇ ਲਿਖਾਰੀ ਦੀ ਰਚਨਾ ਹੈ ਤੇ ਉਹ ਲਿਖਾਰੀ ਨੂੰ ਹੀ ਇਖਤਿਆਰ ਹੈ ਉਹ ਕਿਸੇ ਆਪਣੀ ਪੁਸਤਕ ਦਾ ਨਾਂ ਰੱਖੇ, ਤੇ ਕਿਸੇ ਹੋਰ ਨੂੰ ਇਹ ਇਖਤਿਆਰ ਨਹੀਂ ਕਿ ਉਸਦੇ ਵਿੱਚ ਕੋਈ ਫੇਰ ਬਦਲ ਕਰ ਦਿੱਤਾ ਜਾਏ। ਅੱਜ ਤੇ ਉਹਦੇ ਵਿੱਚ ਕਈ ਕਿਸਮ ਦੇ ਫੇਰ ਬਦਲ ਕੀਤੇ ਜਾ ਰਹੇ ਹਨ। ਜਿਸ ਤਰ੍ਹਾਂ ਅਸੀਂ ਸਵਾਲ ਚੁੱਕਦੇ ਹਾਂ ਕਿ ਉਹਦੇ ਵਿੱਚ ਮੂਲ ਮੰਤਰ ਨਹੀਂ ਹੈ ਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਹਦੇ ਵਿੱਚ ਐਡ ਕਰਨ ਦੀ ਚੇਸ਼ਟਾ, ਨਵੀਂ ਜਿਹੜੀ ਜਿਲਦਾਂ ਆ ਰਹੀਆਂ ਉਹਨਾਂ ਵਿੱਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਐਡ ਕਰ ਦਿੱਤਾ ਗਿਆ। ਤੇ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਜਾਗਰੂਕ ਸੰਗਤ ਵੱਲੋਂ, ਜਾਗਰੂਕ ਸਿੱਖਾਂ ਗੁਰਸਿੱਖਾਂ ਵੱਲੋਂ ਸਵਾਲ ਕੀਤੇ ਜਾ ਰਹੇ ਹਨ, ਉਸ ਤਰ੍ਹਾਂ ਉਹ ਉਹਦੇ ਵਿੱਚ ਐਡ ਕਰਨ ਦੀ ਕੋਸ਼ਿਸ਼ ਕਰੀ ਜਾ ਰਹੇ ਹੈਗੇ ਹਨ, ਜਿਹਦੇ ਨਾਲ ਕਿ ਅਸੀਂ ਪੂਰੀ ਤਰ੍ਹਾਂ ਤੋਂ ਉਹਨਾਂ ਨੂੰ ਗੁਰੂ ਕ੍ਰਿਤ ਅਸੀਂ ਦੱਸ ਸਕੀਏ। ਤੇ ਇਸ ਬਾਬਤ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਹਰਵਿੰਦਰ ਵੀਰ ਜੀ ਨੂੰ ਬੇਨਤੀ ਹੈ, ਵੀਰ ਜੀ ਆਪਣੇ ਵਿਚਾਰ ਰੱਖਿਆ ਜੇ। ਵੀਰ ਜੀ ਇੱਕ ਛੋਟਾ ਜਿਹਾ ਸਵਾਲ ਹੈਗਾ ਅੰਮ੍ਰਿਤ ਬੀਜ ਦਾ, ਉਹ ਵੀ ਨਾਲ ਲੈ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਫਤਿਹ ਵੀਰ ਜੀ। ਵੀਰ ਜੀ ਮੈਂ ਸੁਣਿਆ ਸੀਗਾ ਜਿੱਥੇ ਆਪਣਾ ਸਾਬੋਲ ਤਲਵੰਡੀ ਦਮਦਮਾ ਸਾਹਿਬ ਵਿੱਚ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਆਪਣਾ ਕੰਪਾਈਲ ਕੀਤਾ ਸੀ ਗੁਰੂ ਗ੍ਰੰਥ ਸਾਹਿਬ, ਉਹਨੂੰ ਦਸਮ ਕਿਹਾ ਗਿਆ ਸੀਗਾ। ਕੀ ਇਹ ਕਿਤੇ ਸੱਚ ਹੈ, ਕੀ ਹੈ ਸਰ? ਇਕਬਾਲ ਵੀਰ ਜੀ ਇਸ ਬਾਬਤ ਅੱਛੀ ਤਰ੍ਹਾਂ ਚਾਨਣਾ ਪਾਣਗੇ। ਇਕਬਾਲ ਵੀਰ ਜੀ। ਹਾਂਜੀ, ਇਹਦੇ ਬਾਬਤ ਮੈਂ ਦੱਸਣਾ ਚਾਹੁੰਦਾ ਥੋੜਾ ਜਿਹਾ ਜੀ। ਜੀ ਇਕਬਾਲ ਵੀਰ ਜੀ। ਹਾਂਜੀ, ਦਸਮ ਪਾਤਸ਼ਾਹ ਦਾ ਗ੍ਰੰਥ ਹੈ, ਇਹ ਸ਼ਬਦ ਆਉਂਦਾ ਜੀ। ਐਕਚੁਅਲੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਨੂੰ ਜਾਂਦੇ, ਉਹ ਗੁਰਤਾ ਗੱਦੀ ਦਸਮ ਪਾਤਸ਼ਾਹ ਨੂੰ ਦੇ ਕੇ ਜਾਂਦੇ ਆ, ਤੇ ਦਸਮ ਪਾਤਸ਼ਾਹ ਉਸੇ ਸਾਰੀਆਂ ਰਚਨਾਵਾਂ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਹੱਕ ਰੱਖਦੇ ਹੋਏ ਗੁਰੂ ਨੌਵੇਂ ਪਾਤਸ਼ਾਹ ਦੀ ਬਾਣੀ ਤੇ ਜਿਹੜਾ ਇਹ ਮੰਨਿਆ ਜਾਂਦਾ ਵੀ ਜਿਹੜਾ ਸੋ ਪੁਰਖ ਦਾ ਸ਼ਬਦ ਹੈ ਰਾਗ ਵਿੱਚੋਂ ਕੱਢ ਕੇ ਤੇ ਨਿਤਨੇਮ ਦੇ ਪਹਿਲਾਂ 13 ਪੰਨਿਆਂ ਵਿੱਚ ਵੀ ਬਾਅਦ ਵਿੱਚ ਲੈ ਕੇ ਆਂਦਾ ਗਿਆ ਹੈ। ਉਹ ਜਿਹੜਾ ਦਸਮ ਪਾਤਸ਼ਾਹ ਨੇ ਗ੍ਰੰਥ ਤਿਆਰ ਕੀਤਾ ਉਹਨੂੰ ਦਸਮ ਪਾਤਸ਼ਾਹ ਕਾ ਗ੍ਰੰਥ ਤੇ ਕਹਿੰਦੇ ਹਨ। ਔਰ ਇੱਕ ਇਤਿਹਾਸਕਾਰ ਨੇ ਬਕਾਇਦਾ ਤੌਰ ਤੇ ਦੱਸਿਆ ਹੈ ਜੀ, ਗੁਰੂ ਇਹ ਜਿਹੜੀ ਲਿਖਤ ਹੈਗੀ ਆ ਦਸਮ ਪਾਤਸ਼ਾਹ ਦੇ ਲਿਖਾਰੀ ਨੇ ਦਮਦਮਾ ਸਾਹਿਬ ਆਨੰਦਪੁਰ ਸਾਹਿਬ ਦੇ ਦਮਦਮਾ ਸਾਹਿਬ ਤੇ ਲਿਖੀ ਹੈ, ਨਾ ਕਿ ਤਲਵੰਡੀ ਸਾਬੋ ਤੇ। ਤਲਵੰਡੀ ਸਾਬੋ ਨੂੰ ਤਾਂ ਤਖਤ ਬਣਾਇਆ ਨਹੀਂ, 1965 ਦੇ ਵਿੱਚ ਬਣਾਇਆ ਗਿਆ, ਇਹ ਤਾਂ ਕੋਈ ਤਖਤ ਹੈ ਹੀ ਨਹੀਂ ਸੀ। ਉਹ ਆਨੰਦਪੁਰ ਉੱਥੇ ਧੀਰਮਲ ਜੀ ਦਾ ਵੀ ਜ਼ਿਕਰ ਆਂਦਾ ਹੈਗਾ। ਕਿੱਥੇ ਜੀ? ਕਿ ਜਦ ਦਸਮ ਗ੍ਰੰਥ ਸਾਜਿਆ ਗਿਆ ਸਾਬੋ ਦੇ ਤਲਵੰਡੀ ਵਿੱਚ, ਤੇ ਉਸ ਵੇਲੇ ਧੀਰਮਲ ਜੀ ਦਾ ਜ਼ਿਕਰ ਵੀ ਆਂਦਾ ਹੈਗਾ। ਦਸਮ ਗ੍ਰੰਥ ਦੀ ਗੱਲ ਕਰਦੇ ਹੋ ਕਿ ਗੁਰੂ ਗ੍ਰੰਥ ਦੀ ਗੱਲ ਕਰਦੇ ਹੋ? ਨਹੀਂ, ਗੁਰੂ ਗ੍ਰੰਥ ਦੀ ਗੱਲ। ਗੁਰੂ ਗ੍ਰੰਥ ਜਦ ਕੰਪਾਈਲ ਕੀਤਾ ਸੀਗਾ ਤਾਂ ਉਹਨੂੰ ਦਸਮ ਕਿਹਾ ਕਿਹਾ ਵਲੀਆਂ ਕੋ ਤਾਂ ਬੀੜ ਲੈਣ ਭੇਜੀ ਸੀ, ਆ ਕਿਹਾ ਵੀ ਉਹਨਾਂ ਨੇ ਦਿੱਤੀ ਨਹੀਂ, ਤੇ ਫਿਰ ਗੁਰੂ ਪਾਤਸ਼ਾਹ ਨੇ ਆਪਣੇ ਮਨੋ ਉਚਾਰਨ ਕੀਤੀ, ਆਪਣੇ ਆਤਮਿਕ ਸੋਝੀ ਦੇ ਨਾਲ ਇਹ ਗੁਰੂ ਗ੍ਰੰਥ ਸਾਹਿਬ। ਇਹ ਗਲਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂਦਾਰ ਗੁਰੂ ਇਹ ਮਿਲਦੀ ਰਹੀ ਹੈ, ਔਰ ਹਮੇਸ਼ਾ ਹੀ ਗੁਰਤਾ ਗੱਦੀ ਉਹਨੂੰ ਮਿਲਦੀ ਸੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਲਿਖਤ ਹੁੰਦੀ ਸੀ ਉਹ ਦਿੱਤੀ ਜਾਂਦੀ ਸੀ। ਇਹ ਜਿਹੜੀਆਂ ਬਾਬੇ ਮੋਹਨ ਦੀਆਂ ਸਾਖੀਆਂ ਜਾਂ ਜੋ ਹੋਰ ਮਨ ਘੜਤ ਗੱਲਾਂ ਹੈਗੀਆਂ, ਸਾਰੀਆਂ ਹੀ ਮਨ ਘੜਤ ਹੈ। ਗੁਰੂ ਪਾਤਸ਼ਾਹ ਜਿਹੜਾ ਗੱਦੀ ਦਾ ਵਾਰਸ ਬਣਦਾ ਸੀ, ਉਹਦੇ ਕੋਲ ਗੁਰੂ ਬਾਣੀ ਦਾ ਖਜ਼ਾਨਾ ਹਮੇਸ਼ਾ ਰਹਿੰਦਾ ਸੀ, ਕਿਤੇ ਵੀ ਨਹੀਂ ਸੀ ਜਾਂਦਾ। ਗੱਦੀ ਹੀ ਉਹਨੂੰ ਮਿਲਦੀ ਸੀ ਜਿਹਨੂੰ ਗੁਰਤਾ ਦੀ ਪੋਥੀ ਦਿੱਤੀ ਜਾਂਦੀ ਸੀਗੀ। ਇਸ ਕਰਕੇ ਦਸਮ ਪਾਤਸ਼ਾਹ ਦਾ ਜਿਹੜਾ ਗ੍ਰੰਥ ਹੈ ਉਹ ਆਨੰਦਪੁਰ ਸਾਹਿਬ ਦੇ ਵਿੱਚ, ਜਦੋਂ ਦਸਵੇਂ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਐਡੀਸ਼ਨ ਕਰਕੇ ਉਹਨੂੰ ਸੰਪੂਰਨ ਕੀਤਾ ਹੈਗਾ ਗ੍ਰੰਥ ਸਾਹਿਬ ਨੂੰ, ਉਸ ਲਈ ਉਹ ਆਨੰਦਪੁਰ ਸਾਹਿਬ ਦਮਦਮਾ ਸਾਹਿਬ ਆਨੰਦਪੁਰ ਸਾਹਿਬ ਦੇ ਦਮਦਮਾ ਗੁਰਦੁਆਰਾ ਸਾਹਿਬ ਦੇ ਵਿੱਚ ਲਿਖਤ ਉਹਨਾਂ ਦੀ ਲਿਖੀ ਗਈ ਹੈ, ਜਿਹਨੂੰ ਦਮਦਮਾ ਸਾਹਿਬ ਕਿਹਾ ਜਾਂਦਾ ਹੈ, ਨਾ ਕਿ ਤਲਵੰਡੀ ਸਾਬੋ ਜੀ। ਬਹੁਤ ਸੋਹਣੀ ਇਨਫੋਰਮੇਸ਼ਨ ਦਿੱਤੀ ਇਕਬਾਲ ਵੀਰ ਜੀ, ਧੰਨਵਾਦ ਆਪ ਜੀ ਦਾ।
ਤਜਿੰਦਰ ਜੀ, ਜਸਵਿੰਦਰ ਸਿੰਘ ਜੀ ਨੇ ਹੈਂਡ ਰੇਸ ਕੀਤਾ, ਉਹਨਾਂ ਦੀ ਵੀ ਸਵਾਲ ਲੈ ਲਿਆ ਜੇ, ਫਿਰ ਹਰਵਿੰਦਰ ਵੀਰ ਜੀ ਨੇ ਵਿਚਾਰ ਰੱਖਣੇ। ਸੌਰੀ ਵੀਰ ਜੀ, ਦੋ ਜਸਵਿੰਦਰ ਸਿੰਘ ਹੈਗੇ ਨੇ, ਮੈਂ ਇੱਕ ਦਾ ਆਡੀਓ ਔਨ ਕਰਦਾ, ਅਗਰ ਉਹੀ ਹੈਗੇ ਨੇ ਤੇ ਆਪਣੇ ਕੁਐਸਚਨ ਰੱਖ ਲੈਣ, ਨਹੀਂ ਤਾਂ ਮੈਂ ਵੀਰ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ, ਆਪ ਜੀ ਨੇ ਕੀਤਾ, ਠੀਕ ਹੈ ਵੀਰ ਜੀ, ਫਤਿਹ ਵੀਰ ਜੀ। ਵੀਰ ਜੀ ਮੇਰਾ ਸਵਾਲ ਇਕਬਾਲ ਵੀਰ ਜੀ ਨੂੰ ਹੈ। ਇਕਬਾਲ ਵੀਰ ਜੀ ਨੇ ਹੁਣੇ ਜਿਸ ਬਾਰੇ ਦੱਸਿਆ ਕਿ ਜਿਹੜੇ ਰੈਫਰੈਂਸ ਦਿੱਤੇ ਨੇ, ਇਹਨਾਂ ਦਾ ਰੈਫਰੈਂਸ ਦਾ ਕੋਈ ਲਿੰਕ ਮਿਲ ਸਕਦਾ ਹੈ? ਕਿਉਂਕਿ ਉਹ ਲੋਕ ਮੰਨਦੇ ਨਹੀਂ ਨੇ, ਉਹਨਾਂ ਨੂੰ ਇਹ ਸਾਰੀ ਚੀਜ਼ਾਂ ਨਾਲ ਸਪੋਰਟ ਦੇਣੀ ਪਏਗੀ, ਤੇ ਇਹ ਸਾਰੀ ਗੱਲਾਂ ਦਾ ਕਿੱਥੋਂ ਲਈਆਂ ਗਈਆਂ ਨੇ ਉਹ ਦੇਣਾ ਪਏਗਾ, ਥੋੜਾ ਜਿਹਾ ਸਮਝਾਉਣਾ ਪਏਗਾ, ਕਿਉਂਕਿ ਉਹ ਜਿੱਦ ਤੇ ਅੜੇ ਜਾਂਦੇ ਨੇ, ਸਮਝਦੇ ਹੀ ਨਹੀਂ ਨੇ ਉਸ ਗੱਲ ਨੂੰ। ਸੋ ਕਿਰਪਾ ਕਰਕੇ ਉਹ ਲਿੰਕ ਵੀ ਸੈਂਡ ਕੀਤਾ ਜਾਏ, ਜਾਂ ਉਹਦਾ ਕੋਈ ਰੈਫਰੈਂਸ ਦੱਸਿਆ ਜਾਏ ਕਿ ਇਹ ਇੱਥੋਂ ਲਿਆ ਗਿਆ, ਇਹ ਇਤਿਹਾਸ ਇੱਥੋਂ ਲਿਆ ਗਿਆ। ਹਾਂਜੀ ਹਾਂਜੀ, ਰੈਫਰੈਂਸ ਕਹਿੰਦਾ, ਜਦੋਂ ਮੈਂ ਕਿਤਾਬ ਪੜ੍ਹਦਾ, ਆਦਿਵੀਰ ਪੜ੍ਹਦਾ, ਆਦਿਵੀਰਾਂ ਦੀ ਕਿਤਾਬ ਦੇ ਵਿੱਚ ਮੁੰਦਾਵਣੀ ਗੁਰਦੇਵ ਸਿੰਘ ਦੀ ਪੜ੍ਹਦਾ, ਇਹ ਜਦੋਂ ਇਹਨਾਂ ਵੀਰਾਂ ਦੇ ਵਿੱਚ ਰੈਫਰੈਂਸ ਆਉਂਦਾ ਜੀ, ਇਹਨਾਂ ਕਿਤਾਬਾਂ 'ਚ ਆਉਂਦਾ ਹੈ, ਦਸਵੇਂ ਪਾਤਸ਼ਾਹ ਦੇ ਗ੍ਰੰਥ ਦਾ, ਮੈਂ ਤੁਹਾਨੂੰ ਕੱਢ ਕੇ ਫਿਰ ਮੈਂ ਦੁਬਾਰਾ ਮੈਨੂੰ ਚੈੱਕ ਕਰਨਾ ਪਊਗਾ, ਤੇ ਮੈਂ ਭੇਜ ਦੇਵਾਂਗਾ। ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਤੇ ਸਟੱਡੀ ਬਾਬਤ ਬੁੱਕਾਂ ਪੜ੍ਹਦਾ ਜੀ, ਉਹਦੇ ਵਿੱਚ ਇਹਦਾ ਰੈਫਰੈਂਸ ਮਿਲਦਾ ਜੀ। ਇੱਕ ਸਵਾਲ ਛੋਟਾ ਜਿਹਾ ਹੋਰ ਹੈ ਵੀਰ ਜੀ, ਇਹ थाल भी तीन वस्तु भी है, सत संतों को विचारो, अपना नाम ठाकुर का पियो, जिसका सब सुधारो, जे को खावे जे को पूंचे, जिसका उधारो, ये वस्ता जीना चाहिए नितिन ठाकुर धारो, तुम संसार चरण तरी सब नानक ब्रह्म सारो। ਇਹਦੀ ਵੀ ਥੋੜੀ ਜਿਹੀ ਵਿਆਖਿਆ ਹੋ ਜਾਏ। ਮੇਰੇ ਖਿਆਲ ਨਾਲ ਇਹ ਜਿਹੜਾ ਸ਼ਬਦ ਹੈ, ਇਹ ਗੁਰੂ ਗ੍ਰੰਥ ਸਾਹਿਬ ਬਾਰੇ ਉਚਾਰਨ ਕੀਤਾ ਗਿਆ ਹੈ। ਇਹ ਵੀਰ ਹਰਵਿੰਦਰ ਸਿੰਘ ਜੀ ਬਹੁਤ ਸੋਹਣਾ ਦੇਣਗੇ, ਉਹਨਾਂ ਨੂੰ ਕਹੋ ਜੀ ਪਲੀਜ਼ ਇਹ ਜ਼ਰੂਰ ਕਰ ਦਿਓ, ਤਾਂ ਕਿ ਇਹ ਵੀ ਬੜੀ ਵੱਡੀ ਸਪੋਰਟ ਹੋ ਜਾਏਗੀ ਸਾਨੂੰ, ਇਹ ਵੀ ਬੜੀ ਵੱਡੀ ਸਪੋਰਟ ਹੋ ਜਾਏਗੀ। ਦੋ ਛੋਟੇ ਜਿਹੇ ਸਵਾਲ ਹੋਰ ਹੈਗੇ ਨੇ, ਉਹ ਵੀ ਲੈ ਲਈਏ, ਫਿਰ ਅਸੀਂ ਸਮਾਂ ਵੀ ਹੋ ਰਿਹਾ ਹੈ। अमृतवीर जी और सतीश अरोड़ा जी, आप जी प्लीज अपने सवाल शॉर्ट पे रख लो, क्योंकि समय हो रहा था। जी अमृतवीर जी, ਇਹ ਜਿਹੜਾ ਚਰਿਤਰੋ ਬਖਿਆਨ ਹੈਗਾ, ਇਹ ਦਸਮ ਗ੍ਰੰਥ ਵਿੱਚ ਬਾਅਦ ਚੋਂ ਐਡ ਕੀਤਾ ਗਿਆ? ਪਹਿਲੇ ਮੇਰਾ ਸਵਾਲ ਇਕਬਾਲ ਵੀਰ ਜੀ ਨੂੰ ਹੈਗਾ। ਹਾਂਜੀ ਵੀਰ ਜੀ, ਅਸੀਂ ਸਵਾਲ ਲੈ ਲਿਆ। 2 ਮਿੰਟ ਵੀਰ ਜੀ, 1 ਮਿੰਟ ਵੀਰ जी। सतीश अरोड़ा जी, आप जी भी अपना सवाल रख लो। वाहिगुरु जी का खालसा वाहिगुरु जी की फतेह। वीर जी, एक मेरा काफी टाइम तो एक सवाल हैगा, मैं बहुत छोटा सा सवाल हैगा, पर क्लैरिटी नहीं हो पा रही। मैं चाह रहा सी जिवें किसी ऐसी गुरुद्वारे जाने, उठावनी जाने, कि मैं पूछना चाह रहा, तो एक उत्थे शब्द पढ़िया जाता है, ना जाने किव और कैसा मरना होए। ਇਹ ਸ਼ਬਦ ਨੂੰ ਫਿਜ਼ੀਕਲ ਫਾਰਮ ਵਿੱਚ ਹੀ ਮੈਂ ਰਾਗੀ ਵੀਰ ਮੇਰਾ ਉਚਾਰਨ ਕਰਦੇ, ਇਹਨੂੰ ਆਪਣੇ ਮਨ ਉੱਤੇ ਕਿਵੇਂ ਢੁਕਾਉਣਾ ਹੈਗਾ, ਬਸ ਇੰਨੀ ਗੱਲ। ਅਸੀਂ ਇਹ ਵਾਲੇ ਸ਼ਬਦ ਦੀ ਵਿਚਾਰ ਕੱਲ ਰੱਖ ਲਾਂਗੇ। ਆਪ ਜੀ ਦਾ ਕੋਈ ਗੱਲ ਨਹੀਂ ਜੀ ਵੀਰ ਜੀ, ਕੋਈ ਗੱਲ ਨਹੀਂ, ਧੰਨਵਾਦ ਵੀਰ ਜੀ, ਕੋਈ ਗੱਲ ਨਹੀਂ। ਇਕਬਾਲ ਵੀਰ ਜੀ ਔਰ ਹਰਵਿੰਦਰ ਵੀਰ ਜੀ, ਮੈਂ ਕੇਵਲ ਚਿੱਤਰ ਬਖਾਨ ਤੇ ਦਊਂਗਾ, ਬਾਕੀ ਇਹ ਸ਼ਬਦ ਦੀ ਵਿਆਖਿਆ ਵੀਰ ਹਰਵਿੰਦਰ ਸਿੰਘ ਜੀ ਤੇ ਜਮਾਨਤ ਤੇ ਢੁਕਾਉਣ ਵਾਲੀ ਭੁਪਿੰਦਰ ਸਿੰਘ ਜੀ ਜਵਾਬ ਦੇ ਦੇਣ। ਚਿੱਤਰੋ ਹੈਗੀ ਆ ਅਤ ਚਿੱਤਰੋ ਬਖਾਨ ਕਥਨੰ। ਜਦੋਂ ਮੈਂ ਦਸਮ ਗ੍ਰੰਥ ਨੂੰ ਪੜ੍ਹਦਾ, ਉੱਥੇ ਕੱਲੇ ਗ੍ਰੰਥ ਨੂੰ ਜਦੋਂ ਸਟੱਡੀ ਸ਼ੁਰੂਆਤ ਹੁੰਦੀ, ਉੱਥੇ ਅਰਥ ਲਿਖਿਆ ਹੁੰਦਾ। ਹੁਣ ਚਿੱਤਰੋ ਬਖਾਨ, ਹੁਣ ਬਚਿੱਤਰ ਨਾਟਕ, ਹੁਣ 24 ਅਵਤਾਰ ਕਥਨੰਗ, ਅਥ ਦੇਵੀ ਜੂ ਕੀ ਉਸਤਤ ਕਥਨੰਗ, ਹੁਣ ਮੈਂ ਦੇਵੀ ਦੀ ਉਸਤਤ ਕਥਨੰਗ। ਇਹ ਜਿਹੜੇ ਗ੍ਰੰਥ ਹੈਗੇ ਆ ਨਾ, ਜਦੋਂ ਕਿਸੇ ਵੀ ਚੰਡੀ ਚਰਿਤਰ ਉਕਤ ਬਲਾਸ, ਜਦੋਂ ਮੈਂ ਇਹਨਾਂ ਦੀ ਸਟੱਡੀ ਕਰਦਾ, ਇਹਦੇ ਉੱਪਰ ਮੰਗਲ ਆਉਂਦਾ ਆ, ਉਹ ਆਪਣੇ ਇਸ਼ਟ ਦੇ ਮੁਤਾਬਕ ਮੰਗਲ ਜਿਹੜਾ ਹੈਗਾ ਉਹ ਲਿਖਦਾ ਹੈਗਾ। ਉਹ ਗ੍ਰੰਥ, ਇਹ ਜਿਹੜੇ ਦਸਮ ਗ੍ਰੰਥ ਨੂੰ ਕੰਪਾਈਲ ਕੀਤਾ ਗਿਆ, ਇਹ ਵੱਖਰੇ ਗ੍ਰੰਥਾਂ ਨਾਲ। ਹੁਣ ਸ਼ਾਸਤਰ ਨਾਮ ਵਾਲਾ ਗ੍ਰੰਥ ਵੀ ਹੈਗਾ, ਹੁਣ ਚਿੱਤਰੋ ਬਖਿਆਨ ਵੀ ਹੈਗੀ ਆ, ਤੇ 24 ਅਵਤਾਰ ਵੀ ਹੈ, ਗਿਆਨ ਪ੍ਰਬੋਧ ਵੀ ਆ, ਤੇ ਮੋਹਰੇ 3 ਚੰਡੀ ਚਰਿਤਰ ਆ ਜਾਂਦੇ ਆ। ਤੇ ਇਹਨੂੰ ਜਦੋਂ ਕੰਪਾਈਲ ਕਰਦਾ, ਫਿਰ ਇਹ ਕਵੀ ਆਪਣੀ ਬੰਸ ਵਰਣਨ ਕਰਦਾ ਹੈਗਾ, ਵੀ ਆਪਣੀ ਬੰਸ ਵਰਣਨ ਦੇ ਵਿੱਚ ਇਹ ਜਦੋਂ ਦਸਮ ਗ੍ਰੰਥ ਬਣਾਇਆ, ਉਸ ਵੇਲੇ ਕਵੀ ਦੀ ਬੰਸ ਵਿੱਚ ਪਾ ਦਿੱਤੀ ਗਈ ਆ, ਤਾਂ ਜੋ ਇਹ ਬੰਸ ਤੋਂ ਇਹ ਲੱਗੇ ਪਟਨਾ ਸ਼ਹਿਰ ਵਿਖੇ ਭਾਵ ਲਿਓ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਹੈ। ਐਕਚੁਅਲੀ ਕੀ ਹੈ, ਇਹ ਵੱਖਰੇ ਗ੍ਰੰਥਾਂ ਨੂੰ ਇਕੱਠਾ ਕਰਕੇ, ਕਿਉਂਕਿ ਬਚਿੱਤਰ ਨਾਟਕ ਇੱਕ ਗ੍ਰੰਥ ਸੀ, ਉਹਦੇ ਵਿੱਚ ਇਹ ਜਿਹੜੇ ਆ ਵੱਖਰੇ ਗ੍ਰੰਥ ਜਿਹੜੇ ਹੈਗੇ ਉਹ ਇਕੱਠੇ ਕੀਤੇ ਗਏ ਹਨ। ਹੁਣ ਕ੍ਰਿਸ਼ਨ ਅਵਤਾਰ ਜਿਹੜਾ ਦਸਮ ਸਕੰਦ ਦੇ ਵਿੱਚੋਂ ਲਿਖਿਆ ਹੋਇਆ ਮਿਲਦਾ ਹੈ। ਹੁਣ ਚੰਡੀ ਚਰਿਤਰ ਉਕਤ ਵਿਲਾਸ ਆ, ਇਹ ਸ਼੍ਰੀ ਮਾਰਕੰਡੇ ਪੁਰਾਣ ਲਿਖਿਆ ਹੋਇਆ ਮਿਲਦਾ ਦਸਮ ਗ੍ਰੰਥ ਦੇ ਵਿੱਚੋਂ। ਉਤੋਂ ਪਤਾ ਲੱਗ ਜਾਂਦਾ ਵੀ ਇਹ ਵੱਖਰੋਂ ਚੈਪਟਰਾਂ ਤੋਂ ਚੱਕ ਕੇ ਇੱਕ ਥਾਂ ਬਚਿੱਤਰ ਨਾਟਕ ਗ੍ਰੰਥ ਤਿਆਰ ਕੀਤਾ ਗਿਆ। ਜਦੋਂ ਬਚਿੱਤਰ ਨਾਟਕ ਗ੍ਰੰਥ ਤਿਆਰ ਕਰ ਲਿਆ, ਇਹਦੇ ਵਿੱਚ ਜਿੱਦਾਂ ਹੁਣ 33 ਰੁਪਈਏ
ਊੜ ਮੜੀ ਮਟ ਭੂਲ ਨਾ ਮਾਨੇ ਵਾਲਾ ਜਿਹੜਾ ਹੈਗਾ ਸਵਈਆ 33 ਸਵਈਆਂ ਦੇ ਵਿੱਚ ਉਹ ਪਹਿਲਾਂ 32 ਹੁੰਦੇ ਸੀ, ਇਹਦੇ ਉੱਪਰ ਲਾ ਕੇ ਵੀ ਇਹ ਸ਼ੋਅ ਕੀਤਾ ਜਾਵੇ ਖਾਲਸਾ ਜਿਹੜਾ ਹੈ ਸਵਈ ਜਿਹੜੇ ਗੁਰੂ ਗੋਬਿੰਦ ਸਿੰਘ ਦੀ, ਕਿਉਂਕਿ ਮੜੀਆਂ ਮਸਾਣਾ ਨੂੰ ਜਿਹੜੇ ਸਿੰਘ ਉਹ ਮੰਨਦੇ ਨਹੀਂ ਹੈਗੇ, ਸਿੱਖ ਜਿਹੜੇ ਉਹ ਮੰਨਦੇ ਨਹੀਂ ਹੈਗੇ। ਇਸ ਤਰ੍ਹਾਂ ਇਹਨਾਂ ਨੇ ਇਹ ਸਾਰਾ ਕੁਝ ਐਡੀਸ਼ਨ ਕਰ ਕਰਕੇ ਇਹਨੂੰ ਇੱਕ ਦਸਮ ਗ੍ਰੰਥ ਦਾ ਜਿਹੜਾ ਹੈਗਾ ਉਹ ਸਬਜੈਕਟ ਬਣਾ ਕੇ ਤੇ ਮੋਰੇ ਪੇਸ਼ ਕੀਤਾ। ਐਕਚੁਅਲੀ ਇਹ ਵਿਚਿੱਤਰ ਨਾਟਕ ਹੈ। ਵਿਚਿੱਤਰ ਗ੍ਰੰਥ ਨੂੰ ਦੇ ਵਿੱਚ ਵੀ ਵਿਚਿੱਤਰ ਨਾਟਕ ਗ੍ਰੰਥ ਹੈਗਾ, ਕਿਉਂਕਿ ਜੇ ਇਹਦਾ ਨਾਮ ਨਹੀਂ ਦਿੱਤਾ ਗਿਆ ਇਸ ਕਰਕੇ ਇਹਨੂੰ ਵਿਚਿੱਤਰ ਗ੍ਰੰਥ ਹੀ ਵਿਚਿੱਤਰ ਨਾਟਕ ਹੀ ਕਹਿੰਦੇ ਰਹੇ ਆ। ਐਕਚੁਅਲੀ ਵਿਚਿੱਤਰ ਨਾਟਕ ਇਹਦਾ ਇੱਕ ਅਧਿਆਇ ਵੀ ਹੈ ਔਰ ਇਹਦਾ ਨਾਮ ਵੀ ਪਹਿਲਾਂ ਵਿਚਿੱਤਰ ਨਾਟਕ ਗ੍ਰੰਥ ਹੈਗਾ। ਉਸ ਤੋਂ ਬਾਅਦ ਵਿਚਿੱਤਰ ਨਾਟਕ ਗ੍ਰੰਥ ਤੋਂ ਬਾਅਦ ਇਹਨੂੰ ਦਸਮ ਗ੍ਰੰਥ ਨਾਮ ਦਿੱਤਾ ਗਿਆ ਜੀ। ਚਤਰ ਸਿੰਘ ਜੀਵਨ ਸਿੰਘ ਨੇ ਜਦੋਂ ਉਹਨੇ ਇਹਨੂੰ ਸੰਪਾਦਕੀ ਕੀਤੀ, ਪ੍ਰਕਾਸ਼ਨਾ ਕੀਤੀ, ਇਹਦਾ ਨਾਮ ਚਤਰ ਸਿੰਘ ਜੀਵਨ ਸਿੰਘ ਪਾਪੀ ਨੇ ਦਿੱਤਾ ਜੀ। ਇਹ ਨਿਰਮਲਿਆਂ ਤੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਸੰਤ ਸਮਾਜ ਦਾ ਫਤਿਹ ਸਿੰਘ ਸੀਗਾ, ਉਹ ਵੀ ਡੇਰਾਬਾਦ ਵਾਲੇ ਜਦੋਂ ਸ਼੍ਰੋਮਣੀ ਕਮੇਟੀ ਦੇ ਕਾਬਜ ਹੋ ਗਏ, ਜਿਨ੍ਹਾਂ ਨੇ ਮੰਗਲਾ ਚਰਨ ਵਾਲੀਆਂ ਪੀੜਾਂ ਜਿਹੜੀਆਂ ਉਹ ਸਾੜੀਆਂ, ਜਿਹੜੀਆਂ ਆਪਣੇ 22 ਪੀੜਾਂ ਜਿਹੜੀਆਂ ਆਪਣੇ ਫਤਿਹ ਸਿੰਘ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ, ਉਹ ਆਪਣੇ ਮੈਨੂੰ ਨਾਂ ਵਿਸਰ ਗਿਆ ਉਹਨਾਂ ਦਾ, ਉਹ ਬਣੇ ਹੈਗੇ। ਤੇ ਉਹਨਾਂ ਨੇ ਜਦੋਂ ਸਾਹਿਬ ਸਿੰਘ ਤੇ ਬਾਬਾ ਹਰਕ੍ਰਿਸ਼ਨ ਸਿੰਘ ਜੀ ਪ੍ਰਿੰਸੀਪਲ ਤੇ ਜੋਧ ਸਿੰਘ ਜੀ ਪ੍ਰੋਫੈਸਰ, ਇਹਨਾਂ ਤਿੰਨਾਂ ਦੀ ਕਮੇਟੀ ਬਣਾਈ ਹੈਗੀ ਆ ਮੰਗਲਾ ਚਰਨ ਵਾਸਤੇ, ਉਦੋਂ ਉਹਨਾਂ ਨੇ 22 ਫੈਸਲਾ ਲੈ ਕੇ ਮੰਗਲ ਉੱਪਰ ਲਾ ਕੇ ਇਹ 22 ਪੀੜਾਂ ਤਿਆਰ ਕੀਤੀਆਂ ਸੀਗੀਆਂ। ਉਹਨਾਂ ਸਾਰਿਆਂ ਨੂੰ ਫਿਰ ਇਹਨਾਂ ਨੇ ਬਾਅਦ ਵਿੱਚ ਰੱਦ ਕਰਕੇ ਤੇ ਉਹਨਾਂ ਨੂੰ ਅਗਨ ਭੇਟ ਕਰਕੇ ਤੇ ਮਾਸਟਰ ਤਾਰਾ ਸਿੰਘ ਨੂੰ ਤਨਖਾਹ ਲਾਈ ਆ 22 ਪੀੜਾਂ ਦੀ, ਉਹ ਤੋਂ ਪੈਸੇ ਲਏ ਆ। ਇਹਨਾਂ ਪੀੜਾਂ ਨੂੰ ਬਣਾ ਕੇ ਤਾਂ ਕੌਮ ਦਾ ਸਰਮਾਇਆ ਖਰਾਬ ਕੀਤਾ, ਇਸ ਕਰਕੇ ਤੈਨੂੰ ਦੰਡ ਦਿੱਤਾ ਜਾਂਦਾ ਹੈਗਾ। ਇਹ ਜਿਹੜੀ ਚਾਲ ਸੀਗੀ ਹੈ ਡੇਰਾ ਸੰਤ ਸਮਾਜ, ਸੰਤ ਯੂਨੀਅਨ, ਜਿਹੜੀ ਟੈਂਪਲ ਯੂਨੀਅਨ ਹੈ, ਇਹਨਾਂ ਨੇ ਸਾਰਾ ਕੁਝ ਇਹ ਕੀਤਾ ਹੋਇਆ, ਕੰਪਾਈਲ ਕੀਤਾ। ਇਹਦੇ ਵਿੱਚ ਚਤਰ ਸਿੰਘ ਜੀਵਨ ਸਿੰਘ ਜਿਹੜਾ ਹੈਗਾ ਮੁੱਖ ਦੋਸ਼ੀ ਹੈ ਇਹਦਾ ਦਸਮ ਗ੍ਰੰਥ ਨਾਮ ਦੇਣ ਵਾਲਾ ਜੀ। ਵੀਰ ਜੀ ਬਹੁਤ ਬਹੁਤ ਧੰਨਵਾਦ। ਅਸੀਂ ਹੁਣ ਉਪਰਾਲਾ ਕਰਾਂਗੇ ਇੱਕ ਦਿਨ ਆਪ ਜੀ ਦਾ ਪੂਰਾ ਸੈਸ਼ਨ ਇਸ ਬਾਬਤ ਹੀ ਰੱਖਾਂਗੇ। ਧੰਨਵਾਦ। ਹਰਵਿੰਦਰ ਵੀਰ ਜੀ, ਆਪ ਜੀ ਇਸ ਬਾਬਤ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਲਓ। ਅਸੀਂ ਜੋ 2 ਸਵਾਲ ਆਏ ਨੇ, ਇੱਕ ਆਇਆ ਥਾਲ ਵਿੱਚ 3 ਵਸਤੂ ਪਏ ਔਰ ਇੱਕ ਸਤੀਸ਼ ਅਰੋੜਾ ਜੀ ਦਾ, ਉਹ ਵਿਚਾਰਾਂ ਅਸੀਂ ਕੱਲ ਲੈ ਲਾਂਗੇ। ਅਸੀਂ ਅੱਜ ਤੁਸੀਂ ਬਚਿੱਤਰ ਨਾਟਕ ਬਾਬਤ ਹਰਵਿੰਦਰ ਵੀਰ ਜੀ ਆਪ ਜੀ ਕੁਝ ਕਹਿਣਾ ਚਾਹੁੰਦੇ ਹੋ ਪਲੀਜ਼? ਨਹੀਂ ਜੀ ਵੀਰ ਜੀ, ਫਿਰ ਅਸੀਂ ਸਮਾਪਤੀ ਵੱਲ ਤੁਰਾਂਗੇ। ਤੁਸੀਂ ਉਹ ਸ਼ਾਮ ਦਾ ਤੁਸੀਂ ਇੱਕ ਵਾਰ ਫਿਰ ਰਿਪੀਟ ਕਰਨਾ ਸੀ ਨਾ? ਯੈਸ ਵੀਡੀਓ ਕਰ ਲਾਂਗੇ। ਤੁਸੀਂ ਆਪ ਜੀ ਅਗਰ ਕਿਉਂਕਿ ਰਿਕਾਰਡਿੰਗ ਹੋ ਰਹੀ ਹੈ, ਆਪ ਜੀ ਬਚਿੱਤਰ ਨਾਟਕ ਬਾਬਤ ਕੁਝ ਬੋਲਣਾ ਹੈ ਇਸ ਟੌਪਿਕ ਤੇ? ਬਿਲਕੁਲ ਕੁਝ ਨਹੀਂ ਕਹਿਣਾ। ਨਹੀਂ ਠੀਕ ਹੈ ਵੀਰ ਜੀ, ਅਸੀਂ ਫਿਰ ਹੁਣੇ ਹੀ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ